इस एब्सोल्यूट देसी दे प्रोग्राम के जरिए कि भाई जिहड़ी चीज़ समझ नहीं आती ना औखी लगती है मगर पै जाओ ਉਹਦੇ। ਅਸੀਂ ਭੰਗੜੇ ਤੋਂ ਸ਼ੁਰੂਆਤ ਕਰੀਏ, ਅਦਾਕਾਰੀ ਤੋਂ ਸ਼ੁਰੂਆਤ ਕਰੀਏ, ਥੀਏਟਰ ਤੋਂ ਸ਼ੁਰੂਆਤ ਕਰੀਏ। ਨਾਟ ਕਲਾ ਤਾਂ ਸਾਡੇ ਪੰਜਾਬੀਆਂ ਦੇ ਸੁਭਾਅ 'ਚ ਆ ਵੀ ਆਪ ਵੀ ਖੁਸ਼ ਰਹਿਣਾ ਤੇ ਦੂਜਿਆਂ ਨੂੰ ਵੀ ਖੁਸ਼ ਰੱਖਣਾ। ਇਹ ਤਾਂ ਪੰਜਾਬੀਆਂ ਦੇ ਸੁਭਾਅ 'ਚ ਹੀ ਆ ਬਈ ਸਾਡੀ ਤਾਂ ਗੁਰਬਾਣੀ ਵੀ ਕਦੇ ਨੱਚਣਾ ਖੇਡਣਾ ਮਨ ਕਾ ਚਾਓ। ਭੰਗੜਾ ਦਰਅਸਲ ਸਾਡੇ ਪੰਜਾਬੀਆਂ ਦੇ ਮੈਂ ਕਹਿੰਦਾ ਖੂਨ 'ਚ ਹੀ ਆ। ਤੁਸੀਂ ਵੇਖੋਗੇ ਵੀ ਆਮ ਨਿਆਣੇ ਹਾਲੇ ਥੋੜ੍ਹੇ ਜਿਹੇ ਜੰਮੇ ਹੁੰਦੇ ਦੂਜੇ ਦਿਨਾਂ ਦੇ ਉਹ ਵੀ ਕੁਛ ਨਾ ਕੁਛ ਉਂਗਲ ਬਾਹਾਂ ਹਿਲਾਉਂਦੇ ਹੁੰਦੇ ਤੇ ਉਹ ਕਰਦੇ ਹੀ ਆ। ਭੰਗੜਾ ਇੱਦਾਂ ਵੀ ਤੁਹਾਨੂੰ ਜਦੋਂ ਸ਼ੁਰੂਆਤ ਹੁੰਦੀ ਹੈ ਇੱਕ ਟੀਮ 'ਚ ਹੁੰਦੀ ਹੈ ਜਦੋਂ ਟੀਮ 'ਚ ਕੀ ਹੁੰਦਾ ਤੁਸੀਂ ਕਈ ਜਾਣੇ ਹੁੰਦੇ ਹੋ ਤੁਹਾਡਾ ਝਾਕਾ ਖੁੱਲ੍ਹ ਜਾਂਦਾ ਔਰ ਫਿਰ ਤੁਹਾਨੂੰ ਅਹਿਸਾਸ ਵੀ ਹੁੰਦਾ ਜਦੋਂ ਲੋਕ ਕਲੈਪਿੰਗ ਕਰਦੇ ਤਾੜੀਆਂ ਮਾਰਦੇ ਤੁਹਾਡੇ ਅੰਦਰ ਇੱਕ ਬੱਚੇ ਦੇ ਵਿੱਚ ਵੀ ਨਾ ਇੱਕ ਕੌਨਫੀਡੈਂਸ ਪੈਦਾ ਹੁੰਦਾ ਉਹਨੂੰ ਲੱਗਦਾ ਕਿ ਮੈਂ ਭੀੜ ਦਾ ਹਿੱਸਾ ਨਹੀਂ ਹੈਗਾ। ਸੋ ਥੀਏਟਰ ਵੱਲ ਨੂੰ ਟਰਨ ਕਿਵੇਂ ਹੋਇਆ ਸਰ? ਪਹਿਲਾਂ ਤੋਂ ਦਿਲ ਦੇ ਵਿੱਚ ਸੀਗਾ ਕਿ ਤੁਸੀਂ ਇੱਧਰ ਨੂੰ ਜਾਣਾ ਚਾਹੁੰਦੇ ਹੋ? ਤੁਹਾਡੀ ਮੈਂ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਸੁਣਿਆ ਸੀਗਾ ਕਿ ਕਿਸੇ ਖੂਬਸੂਰਤ ਮਹਿਲਾ ਨੇ ਸਰ ਦੀ 17 ਸੈਕਟਰ ਦੇ ਵਿੱਚ ਤਾਰੀਫ ਕਰਤੀ ਸੀ। ਅਸੀਂ ਕਿਉਂਕਿ ਜਿੱਦਾਂ ਪੰਜਾਬੀਆਂ ਨੂੰ ਆਦਤ ਹੁੰਦੀ ਹੈ ਵੀ ਜਵਾਨੀ 'ਚ ਥੋੜ੍ਹੇ ਜਿਹੇ ਸਿਹਤ ਸੁਹਤ ਬਣਾਉਣੀ ਡੋਲੇ ਸ਼ੋਲੇ ਬਣਾਉਣੇ ਬਾਡੀ ਬੂਡੀ ਬਣਾਉਣੀ ਅਤੇ ਅਸੀਂ ਕਿਤੇ ਵੇਟ ਲਿਫਟਿੰਗ ਕਰਦੇ ਪਏ ਸੀਗੇ। ਅਸੀਂ ਮੁੰਡੇ ਖੁੰਡੇ ਜੇ ਤੁਰੇ ਜਾਂਦੇ ਅੱਗੋਂ ਬਹੁਤ ਸੋਹਣੀਆਂ ਸੋਹਣੀਆਂ ਦੋ ਕੁੜੀਆਂ ਆਈਆਂ ਅਤੇ ਉਹ ਮੇਰੇ ਕੋਲ ਆ ਕੇ ਮੈਨੂੰ ਕਹਿੰਦੀਆਂ ਖਾਨ ਸਾਹਿਬ ਆਦਾਬਰਜ਼ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਦ ਇੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਨੀ ਅਤੇ ਮਾਨਕ ਸਭ ਅਮੋਲ ਵੇ। ਉਹ ਮਤਲਬ ਉਹਨਾਂ ਦੀ ਜਿਹੜੀ ਬਾਣੀ ਹੈ ਨਾ ਉਹ ਇੱਦਾਂ ਠੰਡ ਪਾਉਂਦੀ ਆ ਸਮੁੱਚੀ ਮਨੁੱਖਤਾ ਨੂੰ ਸਾਰੀ ਮਾਨਵਤਾ ਨੂੰ। ਉਹ ਧਰਮਾਂ ਤੋਂ ਜ਼ਾਤਾਂ ਤੋਂ ਹੱਦਾਂ ਸਰਹੱਦਾਂ ਤੋਂ ਪਾਰ ਅਤੇ ਉਹੋ ਜਿਹਾ ਕਿਤੇ ਕਿਰਦਾਰ ਨਿਭਾਉਣ ਨੂੰ ਮਿਲ ਜਾਵੇ ਤਾਂ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੇਖਰ ਰਾਏ। ਐਬਸੋਲਿਊਟ ਦੇਸੀ ਸ਼ੁਰੂ ਹੋ ਚੁੱਕਿਆ। ਸੋ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਹਮੇਸ਼ਾ ਹੀ ਪੰਜਾਬ ਦੇ ਦੇਸੀ ਕਲਾਕਾਰਾਂ ਦੇ ਨਾਲ ਮਿਲਾਉਂਦੇ ਹਾਂ ਅਤੇ ਉਹਨਾਂ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਕੀ ਉਹਨਾਂ ਦੇ ਅੰਦਰ ਐਸੀ ਕੋਈ ਗੱਲ ਹੈ ਜਾਂ ਅਜਿਹਾ ਕੁਝ ਕੀ ਉਹਨਾਂ ਦੇ ਅੰਦਰ ਬਰਕਰਾਰ ਹੈ ਜਿਸ ਦੇ ਨਾਲ ਉਹ ਆਪਣੇ ਆਪ ਨੂੰ ਐਬਸੋਲਿਊਟ ਦੇਸੀ ਸਮਝਦੇ ਨੇ। ਸੋ ਅੱਜ ਜਿਹੜੇ ਕਲਾਕਾਰ ਦੇ ਨਾਲ ਤੁਹਾਨੂੰ ਮਿਲਾਨ ਚੱਲੇ ਆ ਉਹਨਾਂ ਨੂੰ ਇਹ ਸਵਾਲ ਪੁੱਛਣ ਦੀ ਲੋੜ ਨਹੀਂ ਪਏਗੀ ਕਿਉਂਕਿ ਉਹਨਾਂ ਦੀ ਪੂਰੀ ਜ਼ਿੰਦਗੀ ਦੇ ਵਿੱਚ ਜੋ ਕੁਝ ਉਹਨਾਂ ਨੇ ਕੀਤਾ ਇਸ ਗੱਲ ਦਾ ਸਬੂਤ ਹੈ ਕਿ ਉਹ ਕਿੰਨਾ ਸਾਡੇ ਦੇਸ਼ ਪੰਜਾਬ ਦੇ ਨਾਲ, ਦੇਸ਼ ਦੇ ਨਾਲ, ਭਾਰਤ ਦੇ ਨਾਲ ਔਰ ਸਾਡੇ ਕਲਾ ਸੰਗੀਤ ਦੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਇਸ ਚੀਜ਼ ਨੂੰ ਦਿੱਤੀ ਹੈ। ਸੋ ਮੈਂ ਜਿਹੜਾ ਇਨਵਾਈਟ ਕਰਨਾ ਚਾਹਾਂਗਾ ਸਾਡੇ ਨਾਲ ਬਹੁਤ ਹੀ ਮਸ਼ਹੂਰ ਭੰਗੜਾ ਆਰਟਿਸਟ, ਐਕਟਰ ਔਰ ਇਸ ਤੋਂ ਇਲਾਵਾ ਮੈਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਟਾਈਟਲਸ ਨੇ ਉਹਨਾਂ ਦੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਕਰਨਾ ਚਾਹੁੰਦਾ ਜੀ। ਬਲਕਾਰ ਸਿੱਧੂ ਸਰ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸ਼ੇਖਰ ਰਾਏ ਜੀ ਅਤੇ ਨਾਲ ਹੀ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇ ਐਬਸੋਲਿਊਟ ਦੇਸੀ ਵੇਖਣ ਵਾਲੇ ਸਾਰੇ ਨਾਜ਼ਰੀਨ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜੀ ਆਇਆਂ ਨੂੰ। ਐਬਸੋਲਿਊਟ ਦੇਸੀ ਮੁੰਡਾ ਪਿੱਛੇ ਨਹੀਂ ਉਹ ਹਟਦਾ ਇੰਚ ਸਾਡਾ ਏ ਉੱਚਾ ਬੱਲੀਏ ਛੇਤੀ ਦਿਲ ਨਹੀਂ ਹਰਦਾ। ਉਹ ਮੈਂ ਕਿਹਾ ਮੈਂ ਐਬਸੋਲਿਊਟ ਦੇਸੀ ਮੈਂ ਕਿਹਾ ਮੈਂ ਲੋਈ ਅਖਤਰ ਸ਼ੇਖਰ ਰਾਏ। ਸਰ ਅਸੀਂ ਬੜਾ ਓਨਰ ਫੀਲ ਕਰ ਰਹੇ ਹਾਂ ਕਿ ਤੁਹਾਡੇ ਨਾਲ ਬੈਠੇ ਹਾਂ ਔਰ ਸਰ ਦੇ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਸਰ ਵਾਈਸ ਚੇਅਰਮੈਨ ਨੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਔਰ ਉਸ ਦੇ ਨਾਲ ਹੀ ਨਾਲ ਬਹੁਤ ਸਾਰੀਆਂ ਹੋਰ ਵੀ ਦੇਨਾਂ ਜਿਹੜੀਆਂ ਉਹਨਾਂ ਦੇ ਨੇ ਉਹਨਾਂ ਦੇ ਵਿੱਚੋਂ ਇੱਕ ਖਾਸ ਦੇਣ ਜਿਹੜੀ ਹੈਗੀ ਹੈ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਭੰਗੜਾ ਆਰਟਿਸਟ ਰਹਿ ਕੇ ਬਹੁਤ ਸਾਰੀ ਇੱਦਾਂ ਦੀ ਭੂਮਿਕਾਵਾਂ ਵੀ ਨਿਭਾਈਆਂ ਨੇ ਔਰ ਦੇਸ਼ ਦਾ ਨਾਮ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਅੱਗੇ ਤੱਕ ਲੈ ਕੇ ਗਏ ਅਤੇ ਉਸ ਦੇ ਨਾਲ ਹੀ ਨਾਲ ਥੀਏਟਰ ਨੂੰ ਅੱਜ ਇੰਨਾ ਪ੍ਰਫੁੱਲਤ ਕਰਨ ਦੇ ਲਈ ਇਹਨਾਂ ਦਾ ਕਾਫੀ ਯੋਗਦਾਨ ਰਿਹਾ। ਇਸ ਤੋਂ ਇਲਾਵਾ ਜਿਹੜੇ ਤੁਸੀਂ ਟੀਵੀ ਸੀਰੀਅਲਸ ਜਾਂ ਪੰਜਾਬੀ ਇੰਡਸਟਰੀ ਦੀਆਂ ਫਿਲਮਾਂ ਅੱਜ ਜਿਹੜੀਆਂ ਅਸੀਂ PVR ਜਾਂ ਬੜੇ ਸਿਨੇਮਾ ਹਾਲਸ ਦੇ ਵਿੱਚ ਜਾ ਕੇ ਬੈਠ ਕੇ ਦੇਖਦੇ ਹਾਂ। ਸੋ ਇਹ ਕਿਸੇ ਟਾਈਮ ਦੇ ਵਿੱਚ ਇਹ ਇੰਡਸਟਰੀ ਕਾਫੀ ਜ਼ਿਆਦਾ ਸੰਘਰਸ਼ ਵੀ ਕਰ ਰਹੀ ਸੀ, ਉਸ ਦੇ ਵਿੱਚ ਵੀ ਸਰ ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਸੋ ਜਿਹੜਾ ਇਹਨਾਂ ਨੇ ਉਠਾਇਆ ਪੰਜਾਬੀ ਸਿਨੇਮਾ ਨੂੰ ਇੱਕ ਵਾਰੀ ਫੇਰ ਤੋਂ ਔਰ ਇੱਕ ਚੰਗੇ ਮਿਆਰ ਦੇ ਉੱਤੇ ਲੈ ਕੇ ਗਏ ਨੇ।
ਸੋ ਹੋਰ ਬਹੁਤ ਸਾਰੀਆਂ ਕਹਿ ਲਓ ਕਿ ਗੱਲਾਂ ਕਿ ਜਿਵੇਂ ਕਿ ਸਰ ਨੇ ਬਹੁਤ ਸਾਰੀ ਬੁੱਕਸ ਵੀ ਲਿਖੀਆਂ, ਸਰ ਬੁੱਕਸ ਵੀ ਤੁਹਾਡੀਆਂ ਨੇ, ਜਿਹੜਾ ਬਹੁਤ ਇੱਦਾਂ ਦੀ ਚੀਜ਼ ਕਿ ਸੰਗੀਤ ਦੇ ਨਾਲ ਜੁੜੇ ਰਹਿਣਾ, ਕਲਾ ਦੇ ਨਾਲ ਜੁੜੇ ਰਹਿਣਾ, ਸਾਡੇ ਦੇਸ਼ ਦੇ ਕਲਚਰ ਨੂੰ ਅੱਗੇ ਵਧਾਉਣਾ, ਇਸ ਦੇ ਲਈ ਵੀ ਸਭ ਇੱਕ ਕਹਿ ਲਓ ਕਿ ਫਾਈਟ ਹੁੰਦੀ ਹੈ। ਸੋ ਇਸ ਦੇ ਨਾਲ ਹੀ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਬਲਕਾਰ ਸਰ ਦੇ ਜਿਹੜੇ ਪਿਤਾ ਜੀ ਰਹੇ ਨੇ ਉਹ ਵੀ ਆਜ਼ਾਦ ਹਿੰਦ ਫੌਜ ਦੇ ਸੈਨਿਕ ਰਹੇ ਨੇ, ਯਾਨੀ ਕਿ ਸੁਤੰਤਰਤਾ ਸੰਗਰਾਮੀ ਰਹੇ ਨੇ। ਔਰ ਸਰ ਬਹੁਤ ਸਾਰੀਆਂ ਗੱਲਾਂ ਹੁਣ ਤਾਂ ਤੁਹਾਡੇ ਤੋਂ ਸੁਣਾਂਗੇ। ਸੋ ਬਹੁਤ ਸਾਰੀਆਂ ਜਿਹੜੀਆਂ ਮੈਂ ਦੱਸੀਆਂ ਨੇ ਉਹਨਾਂ ਦੇ ਵਿੱਚ ਕਲੈਰਿਟੀ ਜਿਹੜੀ ਹੈਗੀ ਆ ਉਹਦੀ ਲੋੜ ਹੈਗੀ ਹੈ। ਸੋ ਸ਼ੁਰੂਆਤ ਕਿੱਥੋਂ ਕਰੀਏ, ਮੈਂ ਤਾਂ ਕਨਫਿਊਜ਼ ਹਾਂ ਕਿ ਮੈਂ ਕਿੱਥੋਂ ਸ਼ੁਰੂਆਤ ਕਰਾਂ। ਤੁਸੀਂ ਜਿੱਥੇ ਗੱਲ ਛੱਡੀ ਹੈ ਮੈਂ ਨਾ ਅਸੀਂ ਭੰਗੜੇ ਤੋਂ ਸ਼ੁਰੂਆਤ ਕਰੀਏ, ਅਦਾਕਾਰੀ ਤੋਂ ਸ਼ੁਰੂਆਤ ਕਰੀਏ, ਥੀਏਟਰ ਤੋਂ ਸ਼ੁਰੂਆਤ ਕਰੀਏ, ਕਿੱਥੋਂ ਸ਼ੁਰੂਆਤ ਕਰੀਏ? ਤੁਸੀਂ ਮੇਰੇ ਪਿਤਾ ਜੀ ਦਾ ਨਾਮ ਲਿਆ ਤੇ ਮੈਂ ਆਪਣੇ ਆਪ ਨੂੰ ਬੜਾ ਵਡਭਾਗੀ ਸਮਝਦਾ ਕਿ ਮੇਰੇ ਪਿਤਾ ਜੀ ਆਜ਼ਾਦੀ ਘੁਲਾਟੀਏ ਸਰਦਾਰ ਨਿਰੰਜਨ ਸਿੰਘ ਸਿੱਧੂ ਹੋਏ ਨੇ ਤੇ ਉਹ ਆਜ਼ਾਦ ਹਿੰਦ ਫੌਜ ਦੇ ਸਿਰਫ ਸਿਪਾਹੀ ਨਹੀਂ ਸਗੋਂ ਇਹੋ ਜਿਹੇ ਅਹੁਦੇ 'ਤੇ ਰਹੇ ਨੇ ਜਾਂ ਇਹੋ ਜਿਹੀ ਸੇਵਾ ਨਿਭਾਈ ਉਹਨਾਂ ਨੇ ਜਿਹਦੇ 'ਚ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ, ਕਰਨਲ ਮੋਹਨ ਸਿੰਘ ਹੋਰਾਂ ਦੇ ਇੰਟਰਪ੍ਰੇਟਰ, ਯਾਨੀ ਇੱਕ ਜ਼ਬਾਨ ਨੂੰ ਦੂਜੀ ਜ਼ਬਾਨ ਦੇ ਵਿੱਚ ਉਲਥਾ ਕੇ ਗੱਲਬਾਤ ਕਰਨ ਦਾ ਇਹ ਵੀ ਉਹ ਜਿਹੜਾ ਰੋਲ ਆ ਜਾਂ ਕਿਰਦਾਰ ਨਿਭਾਉਂਦੇ ਰਹੇ। ਜਿੱਥੋਂ ਤੱਕ ਮੇਰਾ ਸੰਬੰਧ ਹੈ, ਦੇਖੋ ਪੰਜਾਬੀਆਂ ਨੂੰ ਜਿਹੜਾ ਨਾਟਕ ਚੇਟਕ ਤਾਂ ਨਾਲ ਹੀ ਜੁੜਿਆ ਹੁੰਦਾ ਜੀ। ਛੋਟੇ ਬੱਚੇ ਵੀ ਨਾ ਕਿਸੇ ਓਪਰੇ ਨੂੰ ਵੇਖ ਕੇ ਕਈ ਵਾਰੀ ਟਿੱਚਰਬਾਜੀ ਕਰਨ ਦੀ ਆਦਤ ਹੁੰਦੀ ਆ, ਤਾਂ ਇਹ ਨਾਟ ਕਲਾ ਤਾਂ ਸਾਡੇ ਪੰਜਾਬੀਆਂ ਦੇ ਸੁਭਾਅ 'ਚ ਵੀ ਆਪ ਵੀ ਖੁਸ਼ ਰਹਿਣਾ ਤੇ ਦੂਜਿਆਂ ਨੂੰ ਵੀ ਖੁਸ਼ ਰੱਖਣਾ। ਤੇ ਇਹੀ ਕਾਰਨ ਆ ਕਿ ਅੱਜ ਜਿਹੜੀਆਂ ਕਾਮੇਡੀਜ਼ ਨੇ ਪੰਜਾਬੀ ਫਿਲਮਾਂ ਦੀ ਬਹੁਤ ਮੰਗ ਆ ਔਰ ਬੜੀਆਂ ਸੁਪਰ ਡੁਪਰ ਹਿੱਟ ਹੁੰਦੀਆਂ ਨੇ, ਕਿਉਂਕਿ ਚਾਰੇ ਪਾਸੇ ਆਪਾਂ ਸੰਸਾਰ 'ਚ ਵੇਖ ਰਹੇ ਹਾਂ। ਪਹਿਲਾਂ ਤਾਂ ਕੋਵਿਡ ਕਰਕੇ ਤੇ ਉੱਦਾਂ ਵੀ ਲੋਕੀ ਬੜੇ ਵਿਚਾਰੇ ਤਣਾਅ 'ਚ, ਫਰਸਟ੍ਰੇਸ਼ਨ, ਕਿਸੇ ਨੂੰ ਕੋਈ, ਲੇਕਿਨ ਜੇ ਕੋਈ ਰਾਹਤ ਦਿੰਦਾ ਤਾਂ ਉਹ ਪੰਜਾਬੀ ਕਮੇਡੀਆਂ ਹੀ ਨੇ, ਪੰਜਾਬੀ ਹਾਸੇ ਮਜ਼ਾਕ ਵਾਲੀਆਂ ਫਿਲਮਾਂ ਜਾਂ ਕਲਾਕ੍ਰਿਤੀਆਂ, ਭਾਵੇਂ ਉਹ ਸਟੇਜ 'ਤੇ ਹੋਣ ਜਾਂ ਕੋਈ ਪੁਸਤਕ ਦੇ ਜ਼ਰੀਏ ਗੱਲਬਾਤ ਹੋਵੇ। ਲੋਕ ਚਾਹੁੰਦੇ ਆ ਕਿ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲੇ ਅਤੇ ਉਹ ਇਸ ਸਾਰੀ ਫਰਸਟ੍ਰੇਸ਼ਨ ਤੋਂ। ਤਾਂ ਇਸ ਕਰਕੇ ਇਹ ਤਾਂ ਪੰਜਾਬੀਆਂ ਦੇ ਸੁਭਾਅ 'ਚ ਹੀ ਆ ਬਈ, ਸਾਡੀ ਤਾਂ ਗੁਰਬਾਣੀ ਵੀ ਕਦੇ ਨੱਚਣਾ ਖੇਡਣਾ ਮਨ ਕਾ ਚਾਓ। ਸੋ ਇਸ ਕਰਕੇ ਇਹ ਉਹਦਾ ਹੀ ਹਿੱਸਾ ਸੀ ਕਾਇਨਾਤ ਦਾ। ਤੇ ਜਿਹੜੀ ਗੱਲ ਤੁਸੀਂ ਮੇਰੇ ਨਾਲ ਜੋੜੀ ਹੈ ਭੰਗੜੇ ਵਾਲੀ, ਤੇ ਨੋ ਡਾਊਟ ਕਿ ਇਹ ਕਲਾ ਦਾ ਜਿਹੜੀ ਮੇਰਾ ਮੁੱਢ ਵੱਜਦਾ ਉਹ ਭੰਗੜੇ 'ਤੇ ਵੱਜਦਾ। ਭੰਗੜਾ ਦਰਅਸਲ ਸਾਡੇ ਪੰਜਾਬੀਆਂ ਦੇ ਮੈਂ ਕਹਿੰਦਾ ਖੂਨ 'ਚ ਆ। ਤੁਸੀਂ ਵੇਖੋਗੇ ਵੀ ਆਮ ਨਿਆਣੇ ਹਾਲੇ ਥੋੜ੍ਹੇ ਜਿਹੇ ਜੰਮੇ ਹੁੰਦੇ 2 ਦਿਨਾਂ ਦੇ, ਉਹ ਵੀ ਕੁਛ ਨਾ ਕੁਛ ਉਂਗਲ ਬਾਹਾਂ ਹਿਲਾਉਂਦੇ ਹੁੰਦੇ ਤੇ ਉਹ ਕਰਦੇ ਹੀ ਆ। ਤੇ ਪਰ ਅਸੀਂ ਕਿਉਂਕਿ ਜਿਸ ਦੌਰ ਦੇ ਵਿੱਚ ਭੰਗੜਾ ਸਿੱਖਿਆ, ਮੇਰੇ ਉਸਤਾਦ ਸਰਦਾਰ ਮਹਿੰਦਰ ਸਿੰਘ ਅੱਜ ਕੱਲ੍ਹ ਹਿਊਸਟਨ USA ਹੁੰਦੇ, ਤੇ ਉਹਨਾਂ ਕੋਲੋਂ ਮੈਂ ਥੋੜ੍ਹਾ ਬਹੁਤ ਜਿਹੜੇ ਭੰਗੜੇ ਦੇ ਜਿਹੜੇ ਟੈਕਨੀਕਲ ਆਪਾਂ ਕਹਾਂਗੇ ਸਟੈਪਸ ਨੇ ਜਾਂ ਚਾਲਾਂ ਨੇ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਹ ਅਸੀਂ ਐਕਸ਼ਨ ਵਗੈਰਾ ਉਹਨਾਂ ਕੋਲੋਂ ਸਿੱਖੇ। ਉਹਨਾਂ ਦੇ ਸਹਾਇਤਾ ਲਈ ਮਰਹੂਮ ਜਸਬੀਰ ਸਿੰਘ ਗਿੱਲ ਸੀਗੇ, ਜਿਸ ਤਰ੍ਹਾਂ ਗੁਰਜੀਤ ਸਿੰਘ ਬਿੱਲਾ ਜਿਹੜੇ ਜਰਨਲਿਸਟ ਨੇ, ਉਹਨਾਂ ਕੋਲੋਂ ਵੀ ਮੈਂ ਭੰਗੜੇ ਦਾ ਕੁਛ ਥੋੜ੍ਹਾ ਬਹੁਤਾ ਸਿੱਖਿਆ। ਲੇਕਿਨ ਫਿਰ ਮੇਰੀ ਜਿਹੜੀ ਮਨ ਦੀ ਜਿਗਿਆਸਾ ਸੀ ਉਹ ਇੱਥੇ ਖਤਮ ਨਹੀਂ ਹੋਈ ਭੰਗੜੇ 'ਤੇ। ਅਤੇ ਮੈਂ ਆਖਿਆ ਵੀ ਜਿਹੜਾ ਨਾਚ ਆ ਵੀ ਇਹਦੀ ਧੁਰ ਤੱਕ ਡੂੰਘਾਈ 'ਚ ਜਾਣਾ ਚਾਹੀਦਾ। ਫਿਰ ਮੈਂ ਭਰਤ ਮੁਨੀ ਦਾ ਨਾਟ ਸ਼ਾਸਤਰ ਜਦੋਂ ਪੜ੍ਹਿਆ, ਫਿਰ ਮੇਰੇ ਮਨ 'ਚ ਜਿਗਿਆਸਾ ਕਿ ਮੈਂ ਸਿੱਖਾਂ ਕਿਉਂ ਨਾ। ਫਿਰ ਮੈਂ ਕੱਥਕ 4 ਸਾਲ ਮੇਰੇ ਗੁਰੂ ਜੀ ਪੰਡਿਤ ਕਨ੍ਹਈਆ ਲਾਲ ਸ਼ਰਮਾ ਜੀ ਕੋਲੋਂ ਮੈਂ ਕੱਥਕ ਦੇ ਥੋੜ੍ਹਾ ਬਹੁਤਾ ਜਿਹੜੇ ਨਾ ਉਹ ਗਿਆਨ ਲਿਆ। ਔਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਪ੍ਰੈਕਟਿਸ ਮੈਂ ਮੇਰੇ ਗੁਰੂ ਜੀ ਭਰਤਨਾਟਿਅਮ ਦੇ, ਭਰਤਨਾਟਿਅਮ ਸਾਡੇ ਹਾਲੇ ਕਿ ਸਾਊਥ ਇੰਡੀਆ ਦਾ, ਦੱਖਣੀ ਭਾਰਤ ਦਾ ਕਲਾਸੀਕਲ ਸ਼ਾਸਤਰੀ ਤੋਂ ਸ਼ਾਸਤਰੀ ਨਾਚ ਹੈ। ਅਤੇ ਉਹ ਫਿਰ ਮੇਰੇ ਜਿਹੜੇ ਗੁਰੂ ਜੀ ਨੇ ਮੈਡਮ ਅੰਜਲਾ ਮਹਾਰਿਸ਼ੀ, ਅਤੇ ਉਹਨਾਂ ਕੋਲੋਂ ਮੈਂ ਥੋੜ੍ਹਾ ਬਹੁਤ ਉਹਦਾ ਇਲਮ ਲਿਆ। ਪਰ ਮੈਂ ਇਹਨਾਂ ਸਾਰਿਆਂ ਨੂੰ, ਕਿਉਂਕਿ ਉਹਦੇ ਵਿੱਚ ਕੀ ਹੈ, ਜਿਹੜੇ ਸ਼ਾਸਤਰੀ ਨਾਚ ਨੇ ਨਿਕਲੇ ਤਾਂ ਲੋਕ ਨਾਚਾਂ ਦੇ ਵਿੱਚੋਂ ਹੀ ਆ। ਅਤੇ ਲੋਕ ਨਾਚਾਂ ਨੂੰ ਜਦੋਂ ਅਸੀਂ ਵਰਕਸ਼ਾਪਾਂ ਲਾਉਂਦੇ ਰਹੇ ਅਤੇ ਕਰਦੇ ਰਹੇ, ਅਤੇ ਉਹਦੇ ਵਿੱਚ ਜਦੋਂ ਅਸੀਂ ਕੁਛ ਫਾਰਮ ਬਣਾਏ ਥੀਏਟਰ ਦੇ, ਕਿਉਂਕਿ ਮੈਂ ਥੀਏਟਰ ਨਾਲ ਵੀ ਜੁੜਿਆ, ਰੰਗਮੰਚ ਨਾਲ ਜੁੜਿਆ ਰਿਹਾ, ਅਤੇ ਅਸੀਂ ਬੈਲੇ ਅਪੇਰੇ ਉਹ ਜਿਹੜੀ ਸਾਡੀ ਇੱਕ ਵਿਧਾ ਸੀਗੀ, ਜਿਹੜੀ ਅਮਨ ਲਹਿਰ ਵਿੱਚ ਵੀ ਤੇਰਾ ਸਿੰਘ ਚੰਦ, ਜੋਗਿੰਦਰ ਬਾਹਰਲੇ ਹੋਰਾਂ ਨੇ ਬੜੀ ਹਰਮਨ ਪਿਆਰੀ ਬਣਾਈ ਸੀਗੀ, ਉਹ ਕਿਤੇ ਪਿੱਛੇ ਰਹਿ ਰਹੀ ਸੀਗੀ। ਅਤੇ ਅਸੀਂ ਫਿਰ ਉਹਦੇ 'ਚ ਬੈਲੇ, ਫਿਰ ਸਰਦਾਰ ਭਾਗ ਸਿੰਘ ਅੰਕਲ ਹੋਰਾਂ ਨੇ ਕੁਛ ਥੋੜ੍ਹੇ ਜਿਹੇ ਰੋਮੈਂਟਿਕ ਜਿਹੜੇ ਸਾਡੇ ਮਸ਼ਹੂਰ ਲੋਕ ਗਾਥਾਵਾਂ ਨੇ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ,
ਤੇ ਉਹ ਸੱਸੀ ਪੁੰਨੂ ਤੇ ਉਹ ਜਦੋਂ ਲਿਖਿਆ ਕਰੀਆਂ ਤੇ ਉਹਨਾਂ ਕੋਲੋਂ ਫਿਰ ਅਸੀਂ ਕੁਛ ਉਹ ਸਿੱਖਿਆ ਤੇ ਫਿਰ ਅਸੀਂ ਮੈਂ ਆਪਣੇ ਪੱਧਰ ਤੇ ਜਦੋਂ ਇਹ ਬੈਲੇ ਪੇਰੇ ਤਿਆਰ ਕਰਨੇ ਸ਼ੁਰੂ ਕੀਤੇ ਤੇ ਮੈਂ ਫਿਰ ਉਹ ਜਿਹੜਾ ਭਰਤਨਾਟਿਅਮ ਤੇ ਕੱਥਕ 'ਚੋਂ ਕੁਝ ਸਿੱਖਿਆ ਸੀਗਾ ਉਹ ਫਿਰ ਉਹਨਾਂ ਦੇ ਮੁਦਰਾਵਾਂ ਤੇ ਉਹ ਜੈਸਚਰ ਪੋਸਚਰਸ ਉਹਨਾਂ ਜਦੋਂ ਪਾਏ ਤਾਂ ਉਹਦੇ ਨਾਲ ਜਿਹੜਾ ਸੋਨੇ ਦੀ ਸੁਹਾਗਾ ਬਣ ਗਿਆ, ਉਹ ਚੀਜ਼ਾਂ ਹੋਰ ਵੀ ਸੋਹਣੀਆਂ ਬਣ ਗਈਆਂ। ਇਹ ਤਾਂ ਰਹਿ ਗਈ ਭੰਗੜੇ ਦੀ ਜਿਹੜੀ ਦੇਣ ਆ, ਕਿਉਂਕਿ ਭੰਗੜਾ ਇੱਦਾਂ ਵੀ ਤੁਹਾਨੂੰ ਜਦੋਂ ਸ਼ੁਰੂਆਤ ਹੁੰਦੀ ਹੈ ਇੱਕ ਟੀਮ 'ਚ ਹੁੰਦੀ ਹੈ। ਜਦੋਂ ਟੀਮ 'ਚ ਕੀ ਹੁੰਦਾ, ਤੁਸੀਂ ਕਈ ਜਾਣੇ ਹੁੰਦੇ ਹੋ ਪਰ ਤੁਹਾਡਾ ਝਾਕਾ ਖੁੱਲ੍ਹ ਜਾਂਦਾ ਵੀ ਸਟੇਜ ਦੇ ਉੱਤੇ ਜਿਹੜਾ ਸਟੇਜ ਫੀਅਰ ਹੁੰਦਾ ਨਾ, ਉਹ ਡਰ ਜਾ, ਉਹ ਤੌਖਲਾ, ਉਹ ਖਤਮ ਹੋ ਜਾਂਦਾ। ਤੇ ਫਿਰ ਤੁਸੀਂ ਇੱਕ ਵਾਰੀ ਖੁੱਲ੍ਹ ਗਏ ਔਰ ਫਿਰ ਤੁਹਾਨੂੰ ਅਹਿਸਾਸ ਵੀ ਹੁੰਦਾ ਜਦੋਂ ਲੋਕ ਕਲੈਪਿੰਗ ਕਰਦੇ, ਤਾੜੀਆਂ ਮਾਰਦੇ, ਤੁਹਾਡੇ ਅੰਦਰ ਇੱਕ ਬੱਚੇ ਦੇ ਵਿੱਚ ਵੀ ਨਾ ਇੱਕ ਕੌਨਫੀਡੈਂਸ ਪੈਦਾ ਹੁੰਦਾ। ਉਹਨੂੰ ਲੱਗਦਾ ਕਿ ਮੈਂ ਭੀੜ ਦਾ ਹਿੱਸਾ ਨਹੀਂ ਹੈਗਾ। ਮੈਂ ਵੈਸੇ ਤਾਂ ਪਰਮਾਤਮਾ ਸਾਰਿਆਂ ਨੂੰ ਬੜਾ ਟੈਲੈਂਟ ਬਖਸ਼ਦਾ, ਵਰਸਾਏ ਹੁੰਦੇ ਸਾਰੇ ਉਹਦੀ ਪ੍ਰਤਿਭਾ ਨਾਲ, ਲੇਕਿਨ ਉਹਨੂੰ ਬੰਦੇ ਨੂੰ ਲੱਗਦਾ ਜਿਹੜਾ ਪਾਰਟੀਸਪੇਟ ਕਰ ਰਿਹਾ ਹੁੰਦਾ ਕਿ ਮੈਂ ਵੀ ਬਾਕੀਆਂ ਨੂੰ ਵੱਖਰਾ। ਉਹ ਜਿਹੜਾ ਕੌਨਫੀਡੈਂਸ ਆਉਂਦਾ, ਵਿਸ਼ਵਾਸ ਆਉਂਦਾ, ਉਹਨੂੰ ਜ਼ਿੰਦਗੀ ਦੇ ਬਾਕੀ ਦੇ ਖੇਤਰਾਂ ਵਿੱਚ ਵੀ ਬਹੁਤ ਮਦਦ ਕਰਦਾ। ਫਿਰ ਭਾਵੇਂ ਕਿਸੇ ਫੀਲਡ ਨੂੰ ਹੱਥ ਪਾਓ, ਜਿੱਦਾਂ ਸ਼ੇਖਰ ਜੀ ਤੁਸੀਂ ਹੁਣ ਇੱਦਾਂ ਦੇ ਅੱਛੇ ਸ਼ੋਜ਼ ਜਿਹੜੇ ਨੇ ਤਿਆਰ ਕਰਦੇ ਹੋ ਅਤੇ ਲੋਕਾਂ ਤੱਕ ਪਹੁੰਚਾਉਂਦੇ ਹੋ, ਉਹਨਾਂ ਹਸਤੀਆਂ ਨੂੰ ਮਿਲਾਉਂਦੇ ਹੋ ਜਿਨ੍ਹਾਂ ਨੇ ਸਾਡੀ ਇਸ ਸੁਸਾਇਟੀ ਦੇ ਵਿੱਚ ਦੇਸੀ ਹੋਣ ਦੇ ਬਾਵਜੂਦ ਵੀ ਯੋਗਦਾਨ ਪਾਇਆ ਹੁੰਦਾ ਥੋੜ੍ਹਾ ਬਹੁਤਾ, ਅਤੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਹੋ। ਅਤੇ ਇਹ ਜਿਹੜਾ ਗੁਣ ਤੁਹਾਡੇ 'ਚ ਕੌਨਫੀਡੈਂਸ ਹੈ ਵੀ ਭਾਈ ਜਿਹੜਾ ਮਰਜ਼ੀ ਪਰਸਨੈਲਿਟੀ ਹੋਵੇ ਮੈਂ ਉਹਦੀ ਇੰਟਰਵਿਊ ਕਰੂੰਗਾ, ਉਹ ਕਿੱਥੋਂ ਕਿਤੇ ਅਸਮਾਨ ਤੋਂ ਥੋੜ੍ਹੀ ਉਤਰਿਆ ਹੋਊਗਾ। ਆਹ ਜਿਹੜਾ ਕੌਨਫੀਡੈਂਸ ਹੈ ਇਹ ਸਾਨੂੰ ਇਹ ਭੰਗੜਿਆਂ ਤੋਂ ਹੀ ਮਿਲਦਾ ਕਿ ਅਸੀਂ ਸਾਡੇ 'ਚ ਕੌਨਫੀਡੈਂਸ। ਔਰ ਸਾਡਾ ਤੇ ਪੰਜਾਬ ਦਾ ਜਿਹੜਾ ਕਲਚਰ ਹੈਗਾ, ਵਿਰਸਾ ਜਿਹੜਾ ਹੈਗਾ, ਉਹ ਬਹੁਤ ਹੀ ਅਮੀਰ ਹੈ। ਔਰ ਇਹ ਜਦੋਂ ਅਸੀਂ ਜਿੰਨਾ ਨਜ਼ਦੀਕ ਆਉਂਦੇ ਜਾਂਦੇ ਹਾਂ ਉਨੀ ਇਹ ਐਕਸਾਈਟਮੈਂਟ ਹੋਰ ਵੱਧਦੀ ਜਾਂਦੀ ਹੈ ਕਿ ਅਸੀਂ ਇਸ ਨੂੰ ਹੋਰ ਜਾਣੀਏ। ਅੱਛਾ, ਜਿਹੜਾ ਤੁਹਾਡਾ ਮੈਂ ਦੇਖਿਆ ਕਿ ਜਿਵੇਂ ਇੱਕ ਭੰਗੜਾ ਆਰਟਿਸਟ ਦੀ ਤੁਸੀਂ ਇੱਕ ਆਪਣੀ ਪਹਿਚਾਣ ਬਣਾਈ, ਉਸ ਤੋਂ ਬਾਅਦ ਥੀਏਟਰ ਵੱਲ ਨੂੰ ਜਦੋਂ ਤੁਸੀਂ ਟਰਨ ਕੀਤੇ ਤਾਂ ਤੁਸੀਂ ਉੱਥੇ ਵੀ ਇੱਕ ਫਿਊਜ਼ਨ ਕ੍ਰੀਏਟ ਕੀਤਾ, ਜਿਹੜਾ ਮਤਲਬ ਸੰਗੀਤ ਨਾਟਯ ਦਾ ਅਤੇ ਉਸ ਦੇ ਨਾਲ ਕਹਿ ਲਓ ਕਿ ਡਾਂਸ ਦਾ। ਸੋ ਉਹ ਇੱਕ ਫਿਊਜ਼ਨ ਜਿਹੜਾ ਕ੍ਰੀਏਟ ਕੀਤਾ, ਉਹ ਇੱਕ ਅਨੋਖੀ ਚੀਜ਼ ਜੋ ਮੈਂ ਮਹਿਸੂਸ ਕੀਤੀ ਹੈ ਤੁਹਾਡੇ ਜਿਹੜੇ ਨਾਟਕ ਜਿਹੜੇ ਤੁਸੀਂ ਪੇਸ਼ ਕਰਦੇ ਰਹੇ। ਸੋ ਥੀਏਟਰ ਵੱਲ ਨੂੰ ਟਰਨ ਕਿਵੇਂ ਹੋਇਆ ਸਰ? ਪਹਿਲਾਂ ਤੋਂ ਦਿਲ ਦੇ ਵਿੱਚ ਸੀਗਾ ਕਿ ਤੁਸੀਂ ਇੱਧਰ ਨੂੰ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਹਾਡੀ ਮੈਂ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਸੁਣਿਆ ਸੀਗਾ ਕਿ ਕਿਸੇ ਖੂਬਸੂਰਤ ਮਹਿਲਾ ਨੇ ਸਰ ਦੀ 17 ਸੈਕਟਰ ਦੇ ਵਿੱਚ ਤਾਰੀਫ ਕਰਤੀ ਸੀ ਉਹਨਾਂ ਨੇ ਅਚਾਨਕ ਪਹਿਚਾਣ ਲਿਆ ਸੀਗਾ। ਸੋ ਕਿਤੇ ਨਾ ਕਿਤੇ ਉਹ ਚੀਜ਼ ਆ ਗਈ ਸੀ ਵੀ ਮਤਲਬ ਇੰਨੀਆਂ ਖੂਬਸੂਰਤ ਮਹਿਲਾਵਾਂ ਜਾਣਣਗੀਆਂ ਮੈਨੂੰ। ਇਹ ਜੇ ਇਤਫਾਕ ਦੀ ਗੱਲ ਆ ਰੰਗਮੰਚ ਦੀ। ਅਸੀਂ ਕਿਉਂਕਿ ਜਿੱਦਾਂ ਪੰਜਾਬੀਆਂ ਨੂੰ ਆਦਤ ਹੁੰਦੀ ਹੈ ਵੀ ਜਵਾਨੀ 'ਚ ਥੋੜ੍ਹੇ ਜਿਹੇ ਸਿਹਤ ਸੁਹਤ ਬਣਾਉਣੀ, ਡੋਲੇ ਸ਼ੋਲੇ ਬਣਾਉਣੇ, ਬਾਡੀ ਬੂਡੀ ਬਣਾਉਣੀ, ਅਤੇ ਅਸੀਂ ਕਿਤੇ ਵੇਟ ਲਿਫਟਿੰਗ ਕਰਦੇ ਪਏ ਸੀਗੇ। ਅਤੇ ਦਵਿੰਦਰ ਕੁਮਾਰ ਵਰਮਾਨੀ ਨੇ ਥੀਏਟਰ ਨਾਲ ਸਾਡੇ ਮੋਨੋ ਆਰਟ ਫਿਲਮਸ ਵਾਲੇ, ਉਹ ਆਏ ਅਤੇ ਉਹ ਮੈਨੂੰ ਕਹਿੰਦੇ ਵੀ ਭਾਜੀ ਜੇ ਤੁਸੀਂ ਇੱਕ ਸਾਨੂੰ ਕਰੈਕਟਰ ਇੱਕ ਰੋਲ ਕਰ ਦਿਓ ਇਸ ਡਰਾਮੇ 'ਚ। ਉਹ ਮੈਂ ਕਿਹਾ ਮੈਂ ਤਾਂ ਕਦੇ ਭਾਈ ਥੀਏਟਰ 'ਚ ਐਕਟਿੰਗ ਉਕਟਿੰਗ ਮੈਨੂੰ ਨਹੀਂ ਆਉਂਦੀ, ਨਾ ਮੈਂ ਕਦੇ ਕੀਤੀ ਹੈ। ਉਹ ਕਹਿੰਦੇ ਕਰਵਾ ਅਸੀਂ ਲਵਾਂਗੇ, ਤੁਸੀਂ ਯੈਸ ਕਰੋ। ਮੈਂ ਠੀਕ ਹੈ ਦੇਖ ਤੂੰ। ਉਹਨਾਂ ਮੈਂ ਦੇਖਿਆ ਉਹਨੂੰ ਕੋਈ ਕਰੈਕਟਰ ਪਠਾਨ ਜਾਂ ਤਗੜਾ ਜਿਹਾ ਚਾਹੀਦਾ ਸੀਗਾ, ਅਤੇ ਕੁਛ ਚਲੋ ਮਹਾਰਾਜ ਵੱਲੋਂ ਰੰਗ ਰੂਪ ਉਹਨੂੰ ਲੱਗਿਆ ਵੀ ਠੀਕ ਬੰਦਾ ਫਿੱਟ ਹੈ, ਅਤੇ ਉਹਨਾਂ ਨੇ ਮੈਨੂੰ ਦੱਸਤਾ, ਕੁਛ ਡਾਇਲੋਗ ਲਿਖੇ ਦਿੱਤੇ, ਮੈਨੂੰ ਕਿਹਾ ਤੁਸੀਂ ਇਹਨੂੰ ਯਾਦ ਕਰੋ ਕਿੱਦਾਂ ਬੋਲਣੇ ਆ, ਕਿਉਂਕਿ ਉਹ ਥੋੜ੍ਹੀ ਜਿਹੀ ਪਸ਼ਤੋ ਨੁਮਾ ਅਤੇ ਉੱਧਰਲੀ ਪਠਾਣੀ ਬੋਲੀ ਜਿਹਦੇ ਵਿੱਚ ਉਹ ਖੋਚੇ ਇੱਦਾਂ ਜਿਹਾ ਕਰਕੇ ਬੋਲਦੇ ਆ, ਅਤੇ ਚਲੋ ਉਹ ਮੈਂ ਯਾਦ ਕਰ ਲਏ ਅਤੇ ਬੋਲ ਲਏ। ਜਦੋਂ ਪਹਿਲੀ ਪਰਫੋਰਮੈਂਸ ਹੋਈ ਟੈਗੋਰ ਥੀਏਟਰ ਚੰਡੀਗੜ੍ਹ, ਹਾਲ ਬੜਾ ਫੁੱਲ ਸੀ, ਚਲੋ ਵਧੀਆ ਗਿਆ ਮੇਰੇ ਵੱਲੋਂ ਵੀ, ਚਲੋ ਮਹਾਰਾਜ ਦੀ ਕਿਰਪਾ ਹੋ ਗਈ ਅਤੇ ਠੀਕ ਕਰੈਕਟਰ ਨਿਭ ਗਿਆ। ਅਤੇ ਉਹ ਜਦੋਂ ਨਿਭ ਗਿਆ ਅਤੇ ਅਗਲੇ ਦਿਨ ਮੈਂ ਵੇਖਿਆ ਵੀ ਮੈਂ 17 ਸੈਕਟਰ ਸਾਡੇ ਚੰਡੀਗੜ੍ਹ ਅਸੀਂ ਮੁੰਡੇ ਖੁੰਡੇ ਜੇ ਤੁਰੇ ਜਾਂਦੇ, ਅੱਗੋਂ ਬਹੁਤ ਸੋਹਣੀਆਂ ਸੋਹਣੀਆਂ ਦੋ ਕੁੜੀਆਂ ਆਈਆਂ ਅਤੇ ਉਹ ਮੇਰੇ ਕੋਲ ਆ ਕੇ ਮੈਨੂੰ ਕਹਿੰਦੀਆਂ ਖਾਨ ਸਾਹਿਬ ਆਧਾ ਵਰਜ਼ ਹੈ। ਅੱਛਾ, ਮੈਂ ਚਲੋ ਬੜੇ ਅਦਬ ਨਾਲ ਬੀਬੀਆਂ ਦਾ ਜਵਾਬ ਦਿੱਤਾ ਅਤੇ ਫਤਿਹ ਫਤਿਹ ਬੁਲਾਈ ਅਤੇ ਗੱਲਬਾਤ ਕੀਤੀ ਉਹਨਾਂ ਨਾਲ। ਅਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਤੁਸੀਂ ਸਾਡੇ ਘਰ ਆਏ ਹੋ, ਕਦੇ ਖਾਣਾ ਅਤੇ ਇਹੋ ਜਿਹੇ, ਚਲੋ ਜੀ ਖੈਰ ਉਹ ਗੱਲ ਆਈ। ਪਰ ਮੇਰੇ ਮਨ ਵਿੱਚ ਆਇਆ ਵੀ ਯਾਰ ਇਹਨਾਂ ਨੇ ਰਾਤ ਪਲੇ ਵੇਖਿਆ, ਡਰਾਮਾ ਦੇਖਿਆ ਮੇਰਾ, ਅਤੇ ਇਹਨਾਂ ਨੂੰ ਪਸੰਦ ਆ ਗਿਆ। ਅਤੇ ਬਈ ਜੇ ਇੰਨੀਆਂ ਦੇਖੋ ਉਸ ਉਮਰ ਦੇ ਵਿੱਚ ਜਿਹੜੀ ਹੈ ਨਾ ਅਪੋਜ਼ਿਟ ਸੈਕਸ, ਯਾਨੀ ਉਹ ਅਟਰੈਕਸ਼ਨ ਜਿਹੜੀ ਹੁੰਦੀ ਹੈ ਕੁਦਰਤੀ ਹੁੰਦੀ ਹੈ,
ਤੇ ਉਸ ਵਿੱਚ ਮੈਂ ਯਾਰ ਇਹ ਤਾਂ ਲਾਈਨ ਹੀ ਬੜੀ ਵਧੀਆ ਵੀ ਇੰਨੇ ਸੋਹਣੇ ਲੋਕ ਤੁਹਾਨੂੰ ਸੱਦਦੇ ਆ ਤੇ ਇੰਨੇ ਵੱਡੇ ਘਰਾਂ ਦੀਆਂ ਕੁੜੀਆਂ ਤੇ ਇਹ ਇੱਦਾਂ ਤੂੰ ਜੱਟ-ਬੁੱਟ ਬੰਦਾ ਆਇਆ ਅੰਮ੍ਰਿਤਸਰ ਜ਼ਿਲ੍ਹੇ ਦਾ ਤੇ ਇੱਧਰ ਆ ਕੇ ਤੇ ਐਉਂ ਤੇ ਪਿੰਡ 'ਚ ਉੱਠ ਕੇ ਤਾਂ ਇਹ ਫਿਰ ਇਹਨਾਂ ਤੇਰੀ ਕਦਰ ਕਰਦੀਆਂ ਸਿਰਫ ਇਸ ਕਰਕੇ ਵੀ ਤੂੰ ਇੱਕ ਥੋੜ੍ਹਾ ਜਿਹਾ ਆਪਣਾ ਡਰਾਮਾ ਕਰਕੇ ਦਿਖਾਇਆ ਤੇ ਮੈਂ ਲਾਈਨ ਮਾੜੀ ਨਹੀਂ ਥੀਏਟਰ ਹੀ ਜੁਆਇਨ ਕਰੋ। ਫਿਰ ਮੈਂ ਥੀਏਟਰ ਦੇ ਵਿੱਚ ਗਿਆ ਤੇ ਫਿਰ ਮੈਂ ਅੱਗੇ ਫਿਰ ਮੁੜ ਕੇ ਹੌਲੀ ਕਈ ਡਾਇਰੈਕਟਰਾਂ ਨਾਲ ਕੰਮ ਕੀਤਾ, ਬੜੇ ਪਲੇ ਖੇਡੇ, ਬੜੇ ਨਾਟਕ ਖੇਡੇ। ਫਿਰ ਨਾਟਕ ਦਾ ਉਭਾਰ ਹੀ ਵੇਖਿਆ, ਉਹ ਵੀ ਵੇਖਿਆ ਜਦੋਂ ਨਾਟਕ ਸਿਰਫ ਰੰਗਮੰਚ ਦੇ ਉੱਤੇ ਨਹੀਂ, ਇਹਦੇ ਨਾਲ ਮੀਡੀਆ ਆਇਆ ਤੇ ਮੀਡੀਆ ਵੀ ਜੁੜ ਗਿਆ। ਤੇ ਸਾਡੇ ਬੜੇ ਮਸ਼ਹੂਰ ਨੇ ਨਿਰਦੇਸ਼ਕ ਹਰਬਖਸ਼ ਸਿੰਘ ਲਾਟਾ, ਡਾਕਟਰ ਚਰਨ ਸਿੰਘ ਉਹਨਾਂ ਦੇ ਲਖਤੇ ਜਿਗਰ ਉਹਨਾਂ ਦੇ ਸਪੁੱਤਰ, ਤੇ ਉਹਨਾਂ ਨੇ 99 ਦੇ ਵਿੱਚ ਬੋਲੇ ਸੋ ਨਿਹਾਲ ਇੱਕ ਲਾਈਟ ਸਾਈਟ ਐਂਡ ਸਾਊਂਡ ਦਾ ਸ਼ੋਅ ਤਿਆਰ ਕੀਤਾ ਪੂਰੇ 500 ਸਾਲ ਦੇ ਸਿੱਖ ਇਤਿਹਾਸ ਦੇ ਉੱਤੇ। ਤੇ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਵੀਡੀਓਗ੍ਰਾਫੀ ਨੂੰ ਵੀ ਇਸਤੇਮਾਲ ਕੀਤਾ, ਪਿੱਛੇ ਫਿਲਮ ਵੀ ਚੱਲਦੀ ਆ, ਸਟੇਜ ਦੇ ਉੱਤੇ ਐਕਟਿੰਗ ਵੀ ਹੁੰਦੀ ਆ ਤੇ ਕਈ ਕੁਛ ਉਹ ਜਦੋਂ ਵੇਖਿਆ ਵੀ ਉਹ ਉੱਥੇ ਇਹਦੇ ਉੱਤੇ ਵੀ ਐਕਟਰ ਉਹੀ ਐਕਟਰ ਆ ਤੇ ਉਹ ਜਦੋਂ ਇੱਥੋਂ ਫੇਡ ਆਊਟ ਹੁੰਦਾ, ਹਨੇਰਾ ਹੁੰਦਾ ਤੇ ਉਹ ਐਕਟਰ ਸਟੇਜ ਦੇ ਉੱਤੇ ਉਹੀ ਬੰਦਾ ਉੱਤਰ ਚਲਾ ਗਿਆ, ਅੰਦਰ ਆ ਗਿਆ। ਤੇ ਉਹ ਜਦੋਂ ਇਹ ਸਾਰੀ ਟੈਕਨੀਕ ਹਰਬਖਸ਼ ਲਾਟਾ ਹੋਰਾਂ ਦੀ ਤੇ ਉਹ ਫਿਰ ਮੈਨੂੰ ਲੱਗੀ ਯਾਰ ਇਹ ਤਾਂ ਬੜਾ ਆਯਾਮ ਇੱਕ ਨਵਾਂ ਥੀਏਟਰ ਨੈਕਸਟ ਲੈਵਲ ਹੋ ਗਿਆ ਥੀਏਟਰ ਦਾ। ਤੇ ਅੱਜ ਤਾਂ ਹੋਰ ਵੀ ਅੱਗੇ ਵਧ ਰਿਹਾ ਕਿਉਂਕਿ ਜਦੋਂ ਵਿਗਿਆਨਕ ਖੋਜਾਂ ਨਵੀਆਂ ਤੋਂ ਨਵੀਆਂ ਹੁੰਦੀਆਂ। ਤੁਹਾਡੇ ਵੇਖ ਲਓ ਹੁਣ ਕੈਮਰੇ ਉਹ ਵਾਲੇ ਨਹੀਂ ਰਹੇ ਪੁਰਾਣੇ ਤੇ ਸੋ ਇਸ ਕਰਕੇ ਇਹ ਇੱਦਾਂ ਹੀ ਸਮੇਂ ਦੇ ਨਾਲ ਜਿਹੜੀਆਂ ਨਵੀਆਂ ਚੀਜ਼ਾਂ ਆਉਂਦੀਆਂ ਆ, ਤਕਨੀਕਸ ਵੀ ਆਉਂਦੀਆਂ ਨੇ ਤੇ ਉਹਨੂੰ ਫਿਰ ਜਦੋਂ ਆਪਾਂ ਮਿਸ਼ਰਤ ਕਰਕੇ ਇਸਤੇਮਾਲ ਕਰਦੇ ਹਾਂ ਤਾਂ ਫਿਰ ਸਾਨੂੰ ਬਾਕੀ ਇਹੀ ਗੱਲ ਸੀਗੀ ਜਦੋਂ ਮੈਂ ਥੀਏਟਰ ਦੇ ਵਿੱਚ ਜਦੋਂ ਮੈਂ ਤੁਸੀਂ ਆਪਣਾ ਫਿਊਜ਼ਨ ਦੀ ਗੱਲ ਕੀਤੀ, ਉਹ ਇਸੇ ਕਰਕੇ ਕਿ ਮੈਂ ਜਦੋਂ ਆਪਣਾ ਇੱਕ ਪਹਿਲਾਂ ਮੇਰੇ ਕੋਲ ਹਿੰਦੀ ਦਾ ਇੱਕ ਨਾਟਕ ਮੈਨੂੰ ਮਿਲਿਆ ਤੇ ਉਹਦੇ 'ਚ ਇੱਕ ਕਰੈਕਟਰ ਸੀਗਾ CID ਇੰਸਪੈਕਟਰ ਦਾ। ਉਹ ਕਿਸੇ ਸਮਗਲਰ ਕੋਲੋਂ ਕੋਈ ਗੱਲ ਉਹਨੇ ਕਢਵਾਉਣੀ ਸੀ ਤਾਂ ਉਹ ਸਾਧੂ ਜਿਹਦਾ ਭੇਸ ਬਣਾ ਕੇ ਜਾਂਦਾ ਤੇ ਉਹਨੂੰ ਕਹਿੰਦਾ ਬੱਚਾ तुम्हारे मस्तिष्क की रेखाएं ऐसा कि ਉਹ ਜਿਹੜਾ ਬੋਲਣ ਲੱਗਾ ਮੈਂ ਤੇ ਮੇਰੇ ਮੂੰਹ 'ਚ ਮਸਤਿਸ਼ਕ ਫਸ ਗਿਆ। ਇਹ ਮੇਰੇ ਕੋਲ ਹਿੰਦੀ ਬੋਲੀਆਂ, ਮੈਂ ਪਿੰਡ ਤੋਂ ਆਇਆ ਅੰਮ੍ਰਿਤਸਰ ਦਾ ਮੱਖਣ ਮੰਡੀ ਜ਼ਿਲ੍ਹਾ, ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਮੱਖਣ ਮੰਡੀ ਉੱਥੋਂ। ਤਾਂ ਮੈਂ ਆਖਿਆ ਯਾਰ ਇਹ ਮੈਨੂੰ ਡਾਇਰੈਕਟਰ ਕਹਿੰਦੇ ਤੁਸੀਂ ਭਾਜੀ ਇੱਦਾਂ ਕਰੋ ਵੀ ਮਾਥੇ ਕੀ ਰਖਾਏ ਕਹਿ ਦਿਓ। ਉਹ ਮੈਂ ਕਿਹਾ ਐਸੀ ਦੀ ਤੈਸੀ, ਮੈਂ ਮਸੀ ਸਿੱਖ ਕੇ ਛੱਡਣਾ। ਮੈਂ ਫਿਰ ਹਿੰਦੀ ਦੇ ਮਗਰ ਪੈ ਗਿਆ ਤੇ ਪੈਂਦਾ ਮੈਂ ਆਨਰਸ ਇਨ ਹਿੰਦੀ ਯਾਨੀ ਪ੍ਰਭਾਕਰ ਪਾਸ ਕਰ ਲਈ। ਤੇ ਅੱਛਾ ਇਹੋ ਹੀ ਹਾਲ ਫਿਰ ਉਰਦੂ ਜ਼ਬਾਨ ਨਾਲ ਰਿਹਾ ਵੀ ਉਰਦੂ ਜਦੋਂ ਮੈਂ ਗਜ਼ਲਾਂ ਸੁਣਨੀਆਂ ਜਾਂ ਕਦੇ ਕਵਾਲੀਆਂ ਸੁਣਨੀਆਂ ਤੇ ਉਹਦੇ 'ਚ ਕੋਈ ਅਲਫਾਜ਼ ਸੀ, ਉਹਨਾਂ ਤਲਫਜ਼, ਉਹਨਾਂ ਦੇ ਮਾਇਨੇ, ਮੀਨਿੰਗਸ ਤੇ ਬੜੇ ਫਸਣੇ ਮਨ ਦੇ ਵਿੱਚ। ਤੇ ਫਿਰ ਮੈਂ ਕੋਸ਼ਿਸ਼ ਕੀਤੀ ਵੀ ਇਹ ਤਾਂ ਜਿੰਨਾ ਚਿਰ ਸਾਨੂੰ ਆਉਂਦਾ ਨਹੀਂ ਤੇ ਅਸੀਂ ਕੈਂਚੀ ਜਿਹੜੀ ਆ ਉਹ ਕਯੂ ਨਾਲ ਨਹੀਂ ਬੋਲਦੇ, ਦੋ ਚਸ਼ਮੀ ਕਾਫ ਨਾਲ ਨਹੀਂ ਬੋਲਦੇ ਤੇ ਅਸੀਂ ਕਾਇਦ ਬੋਲ ਨਹੀਂ ਸਕਣਾ, ਕੈਂਚੀ ਬੋਲ ਨਹੀਂ ਸਕਣਾ ਤੇ ਅਸੀਂ ਫਿਰ ਕੁੱਤੇ ਵਾਲੇ ਕੱਕੇ ਨਾਲ ਹੀ ਬੋਲਣਾ। ਤੇ ਇਸ ਕਰਕੇ ਇਹ ਬਿੰਦੀ ਦਾ ਇਸਤੇਮਾਲ ਕਰਨਾ ਪੈਣਾ, ਫਿਰ ਸਿੱਖਣੀ ਪੈਣੀ। ਫਿਰ ਮੈਂ ਉਰਦੂ ਸਿੱਖੀ ਤੇ ਮੈਂ ਉਰਦੂ 'ਚ ਫਿਰ ਮੈਟ੍ਰਿਕ ਦਾ ਇੱਕ ਐਗਜ਼ਾਮ ਐਕਸਟਰਾ ਪਾਸ ਕੀਤਾ ਐਜੂਕੇਸ਼ਨ। ਕੀ ਬਾਤ ਹੈ ਜੀ, ਕੀ ਬਾਤ ਹੈ। ਸੋ ਮਤਲਬ ਜਿਹੜੀ ਚੀਜ਼ ਸਾਹਮਣੇ ਆ ਗਈ ਔਰ ਲੱਗ ਰਹੀ ਹੈ ਕਿ ਇਹ ਚੀਜ਼ ਅੜਦੀ ਹੈ, ਉਹਨੂੰ ਪੂਰੀ ਤਰ੍ਹਾਂ ਜੜ ਤੱਕ ਸਿੱਖਣਾ ਹੈ। ਇਹ ਲਗਨ ਹੈ। ਸਾਡੇ ਨਾਜ਼ਰੀਨ ਨੂੰ ਵੇਖੂੰਗਾ ਤੁਹਾਡੇ ਹਮਦਰਦ TV ਦੇ ਇਸ ਐਬਸੋਲਿਊਟ ਦੇਸੀ ਦੇ ਪ੍ਰੋਗਰਾਮ ਦੇ ਜ਼ਰੀਏ ਕਿ ਭਾਈ ਜਿਹੜੀ ਚੀਜ਼ ਸਮਝ ਨਹੀਂ ਆਉਂਦੀ ਨਾ, ਔਖੀ ਲੱਗਦੀ ਆ, ਮਗਰ ਪੈ ਜਾਓ ਉਹਦੇ, ਉਹ ਛੱਡਣਾ ਨਹੀਂਗਾ ਤੇ ਕੁਇਟ ਨਹੀਂ ਕਰਨਾ ਤੇ ਆਪੇ ਹੀ ਭਾਈ ਜੇ ਤੁਹਾਡੀ ਲਗਨ ਹੋਊਗੀ, ਡੈਡੀਕੇਸ਼ਨ ਹੋਊਗੀ ਤੇ ਆਪੇ ਹੀ ਆ ਜਾਣਾ, ਉਹ ਕੋਈ ਡਰ ਰੌਲਾ ਨਹੀਂਗਾ। ਤੇ ਮੈਂ ਫਿਰ ਇੱਦਾਂ ਇਹੋ ਹਾਲ ਮਿਊਜ਼ਿਕ ਦਾ, ਸੰਗੀਤ ਅਸੀਂ ਗਾਣੇ ਸੁਣਨੇ तो मैं सुनना तो कहते जी आप ਇਹਦਾ स्केल उपरला कर लो, थल्ला कर लो, ग्राम च आ जाओ, आप तीवर मां ला लो तो आ फलाना। तो मैं यार ये किद्दां इस ते सीधी सीधी जी गल करन डे ते एक ही कैलकुलेशन जी है किवें कहंदे जी 7 सुर ने विच 4 कोमल ने एक तीवर आ तो ऐं लगता तो भैरवी तो सारे कोमल ही लगने आ ते पहाड़ी राग आ। तो मैं आख्या भी ये फिर साडे मैडम शांति दास ने ते बंगाली मेरे गुरु जी, तो उन्होंने को फिर मैं संगीत सीखा तो मैं संगीत च फिर संगीत भूषण पास किया। तो अच्छा हुण ये सारा कुछ जो मैं सीख लिया
ਹੁਣ ਇੱਥੇ ਤੁਸੀਂ ਦੇਖੋ ਭੰਗੜਾ ਤੁਹਾਡੇ ਕੋਲ ਪਹਿਲਾਂ ਸੀ, ਫਿਰ ਤੁਸੀਂ ਐਕਟਿੰਗ ਸ਼ੁਰੂ ਕਰ ਦਿੱਤੀ ਥੀਏਟਰ ਦੀ, ਤੇ ਉਸ ਤੋਂ ਬਾਅਦ ਤੁਸੀਂ ਹਿੰਦੀ ਦੇ ਵਿੱਚ ਵੀ ਆ ਗਏ, ਫਿਰ ਉਸ ਤੋਂ ਬਾਅਦ ਤੁਸੀਂ ਉਰਦੂ ਵੀ ਸਿੱਖੀ, ਫਿਰ ਉਸ ਤੋਂ ਬਾਅਦ ਸੰਗੀਤ ਵੀ ਸਿੱਖਿਆ। ਇਸੇ ਕਰਕੇ ਮੈਂ ਕਿਹਾ ਸੀ ਵੀ ਅਸੀਂ ਸ਼ੁਰੂਆਤ ਕਰੀਏ ਤਾਂ ਕਿੱਥੋਂ ਕਰੀਏ, ਹੁਣ ਤੇ ਇਹ ਸਫ਼ਰ ਬੜਾ ਲੰਬਾ ਹੈ। ਸੋ ਬਹੁਤ ਨਾਈਸ ਸਰ। ਹਾਂ, ਮੈਂ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਮੈਂ ਸਿੱਖਿਆ ਸੀਗੀਆਂ, ਮੈਂ ਕਿਹਾ ਵੀ ਇਹਦਾ ਐਵੇਂ ਆਪਣੇ ਤੱਕ ਰੱਖਣ ਦਾ ਕੀ ਫਾਇਦਾ, ਇਹਨਾਂ ਦਾ ਸਦਉਪਯੋਗ ਕੀਤਾ ਜਾਵੇ, ਇਹਨਾਂ ਦੀ ਵਰਤੋਂ ਕੀਤੀ ਜਾਵੇ ਚੰਗੀ ਜਾਂ ਇਸਤੇਮਾਲ। ਫਿਰ ਪੰਜਾਬੀ ਤਾਂ ਹੁਣ ਸਾਡੇ ਅੰਦਰ ਆ ਨਾ, ਖੂਨ 'ਚ ਸੀ। ਫਿਰ ਮੈਂ ਆਖਿਆ ਵੀ ਜਦੋਂ ਬਾਹਰ ਸੁਣਦੇ ਆ ਵੀ ਅੱਜ ਬੰਗਾਲੀ ਥੀਏਟਰ ਬਹੁਤ ਆ ਗਏ ਹੈ, ਉਹ ਮਰਾਠੀ ਥੀਏਟਰ ਵਾਲੇ ਇਹ ਕਰਤੇ ਆ, ਤੇ ਮੈਂ ਕਿਹਾ ਸਾਨੂੰ ਕੀ ਹੋਇਆ ਵਾ, ਤੇ ਸਾਡੇ ਕੋਲ ਮੈਂ ਕਿਹਾ ਐਡਾ ਤਗੜਾ ਵਿਰਸਾ ਆ ਪੰਜਾਬੀ ਲੋਕ ਨਾਚਾਂ ਦਾ, ਲੋਕ ਗੀਤਾਂ ਦਾ ਤੇ ਲੋਕ ਕਲਾਵਾਂ ਦਾ, ਤੇ ਅਸੀਂ ਇੱਧਰ ਰੰਗਮੰਚ 'ਤੇ ਕਿਉਂ ਨਹੀਂ ਕਰ ਸਕਦੇ। ਮੈਂ ਫਿਰ ਸਾਰੀਆਂ ਚੀਜ਼ਾਂ ਦਾ ਜੋੜ ਵਿੱਚ ਪਾ ਕੇ ਮਿਸ਼ਨ ਜਿੰਨਾ ਵੀ ਵਧੀਆ ਐਸਥੈਟਿਕਲੀ ਸੌਂਦਰਯ ਦੇ ਬਣਾ ਕੇ ਉਹ ਚੀਜ਼ਾਂ ਜਿਹੜੀਆਂ ਕਲਾ ਕਿਰਤੀਆਂ ਬਣਾਈ, ਫਿਲਮ ਤਿਆਰ ਕੀਤਾ। ਆਹੋ, ਉਹਦੇ 'ਚ ਫਿਰ ਮੈਨੂੰ ਕਿ ਮੈਨੂੰ ਆਈ ਐਮ ਲੱਕੀ ਇਨਫ ਕਿ ਮੈਨੂੰ ਉਸਤਾਦ ਤੇਰਾ ਸਿੰਘ ਚੰਦ ਜੀ ਮਿਲੇ ਇਪਟਾ, ਉਹਨਾਂ ਨੇ ਮੈਨੂੰ ਇਪਟਾ ਨਾਲ ਜੋੜਿਆ, ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਦੇ ਨਾਲ। ਉੱਥੋਂ ਮੈਨੂੰ ਪਤਾ ਲੱਗ ਗਿਆ ਵੀ ਕਲਾ ਲਈ ਨਹੀਂ, ਕਲਾ ਲੋਕਾਂ ਲਈ ਚਾਹੀਦੀ ਹੈ, ਤੇ ਉਹਦੇ ਲਈ ਫਿਰ ਸਾਨੂੰ ਪਤਾ ਲੱਗਾ ਵੀ ਕੰਟੈਂਟਸ ਵੀ ਬੜੇ ਜ਼ਰੂਰੀ ਨੇ। ਤੁਸੀਂ ਕਿਵੇਂ ਪੇਸ਼ ਕਰਦੇ ਹੋ ਉਹ ਟੈਕਨੀਕ ਤੁਸੀਂ ਸਿੱਖ ਲਓਗੇ ਸਾਰਾ ਕੁਝ, ਲੇਕਿਨ ਪੇਸ਼ ਕਰਨਾ ਕੀ ਆ, ਉਹਦਾ ਕਰਨਾ ਕੀ ਆ, ਉਹ ਬੜਾ ਜ਼ਰੂਰੀ ਹੈ, ਉਹ ਅੰਡਰਲਾਈਨ ਆ। ਉਹ ਚੰਗੇ ਮਾੜੇ ਦਾ ਤੁਹਾਨੂੰ ਇਲਮ ਹੋਣਾ ਚਾਹੀਦਾ। ਉਹ ਫਿਰ ਮੈਂ ਸਾਹਿਤ ਨਾਲ ਜੁੜਿਆ, ਉਹਨਾਂ ਨੇ ਮੈਨੂੰ ਪੰਜਾਬੀ ਲੇਖਕ ਸਭਾ ਦਾ ਮੈਂਬਰ ਬਣਾ ਲਿਆ। ਫਿਰ ਮੈਂ ਸਾਹਿਤ ਨਾਲ ਅਦੀਬਾਂ ਦੇ ਜਦੋਂ ਵਿਚਾਰ ਸੁਣੇ, ਤੇ ਫਿਰ ਉੱਥੋਂ ਫਿਰ ਮੈਨੂੰ ਲਿਖਣ ਦਾ ਚੇਟਕ ਲੱਗਾ। ਤੇ ਫਿਰ ਮੈਂ ਪਹਿਲਾਂ 3 ਨਾਟਕਾਂ ਦੀ ਕਿਤਾਬ ਭੱਟ ਪਿਆ ਸੋਨਾ ਕੱਢੀ, ਪਬਲਿਸ਼ ਕਰਵਾਈ। ਤੇ ਉਦੋਂ ਬਾਅਦ ਫਿਰ ਪਿੱਛੇ ਜੇ ਮੈਂ ਇੱਕ ਜਿਹੜਾ ਵਾ ਸੱਸੀ ਪੁੰਨੂ, ਉਹ ਸੰਗੀਤ ਨ੍ਰਿਤ ਤੇ ਨਾਟਕ ਦੀ ਵਿਧਾ ਜੋੜ ਕੇ ਉਹ ਨਾਟਕ ਕੱਢਿਆ ਮੈਂ ਲੋਕਡਾਊਨ ਦੇ ਦੌਰਾਨ ਹੀ। ਸੋ ਇਹ ਇੱਦਾਂ ਹੀ ਫਿਰ, ਕਿਉਂਕਿ ਜਦੋਂ ਕਰ ਲਈ ਸੀਗੀ MA ਆਪਣੀ ਪੜ੍ਹਾਈ ਤੇ ਦੂਜੀ ਤੀਜੀ, ਫਿਰ ਇੱਕ ਦਿਨ ਮੈਂ ਤੁਰਿਆ ਜਾਵਾਂ ਤਾਂ ਉੱਥੇ ਕਿਤਾਬਾਂ ਦਾ ਮੇਲਾ ਸੀਗਾ, ਤੇ ਮੈਂ ਇੱਕ ਕਿਤਾਬ ਵੇਖੀ ਇੰਗਲਿਸ਼ 'ਚ ਸੀਗੀ, ਡਾਕਟਰ ਪੌਲ ਹੌਕ ਦੀ, ਹਾਊ ਟੂ ਓਵਰਕਮ ਡਿਪਰੈਸ਼ਨ, ਵੀ ਡਿਪਰੈਸ਼ਨ 'ਤੇ ਕਿਵੇਂ ਕਾਬੂ ਪਾਇਆ ਜਾਵੇ। ਤੇ ਮੈਂ ਆਖਿਆ ਵੀ ਯਾਰ ਇਹਦੀ ਲੋੜ ਅੰਗਰੇਜ਼ਾਂ ਨੂੰ ਪਤਾ ਨਹੀਂ ਸ਼ਾਇਦ ਹੋਵੇ ਨਾ ਹੋਵੇ, ਤੇ ਸਾਡੇ ਲੋਕਾਂ ਨੂੰ ਜ਼ਿਆਦਾ ਆ। ਤੇ ਮੈਂ ਫਿਰ ਉਹਦਾ ਉਲੱਥਾ ਪੰਜਾਬੀ 'ਚ ਕਰ ਲਿਆ, ਕਿਉਂਕਿ ਮੈਂ ਡਿਪਲੋਮਾ ਇਨ ਟਰਾਂਸਲੇਸ਼ਨ ਯੂਨੀਵਰਸਿਟੀ ਤੋਂ, ਪੰਜਾਬ ਯੂਨੀਵਰਸਿਟੀ ਤੋਂ ਕਰ ਰੱਖਿਆ ਸੀ, ਪਾਸ ਆਊਟ ਸੀਗਾ ਮੈਂ। ਤੇ ਮੈਂ ਫਿਰ ਆਪਣੀ ਉਹ ਕਲਾ ਵੀ ਫਿਰ ਮੈਂ ਉਹ ਕਿਤਾਬ ਦਾ ਟਰਾਂਸਲੇਸ਼ਨ ਕੀਤਾ ਪੰਜਾਬੀ 'ਚ, ਉਲੱਥਾ ਕੀਤਾ, ਅਨੁਵਾਦ ਕੀਤਾ, ਤੇ ਉਹ ਫਿਰ ਮੈਂ ਕਿਤਾਬ ਪਬਲਿਸ਼ ਕਰਵਾਈ। ਤਾਂ ਮੈਂ ਕੀ ਕਰਵਾਈ, ਤਾਂ ਉਹ ਕਿਤਾਬ ਦਾ ਖਰੜਾ ਵੇਖ ਕੇ ਹੀ ਲੋਕ ਇਹਦੀ ਪ੍ਰਕਾਸ਼ਨਾਂ ਕਹਿੰਦੇ ਇਹਦੀ ਲੋੜ ਬੜੀ, ਇਹਦਾ ਅਸੀਂ ਆਪੇ ਕਰਦੇ, ਤੁਹਾਨੂੰ ਪੈਸਾ ਨਹੀਂ ਕੋਈ ਖਰਚਣਾ ਪੈਣਾ, ਵੀ ਤੁਸੀਂ ਸਿਰਫ ਸਾਨੂੰ ਇਹ ਬੜੀ ਲੋੜ ਦੀ ਚੀਜ਼ ਹੈ ਜੀ। ਜੋ ਕੰਟੈਂਟ ਦੀ ਤੁਸੀਂ ਗੱਲ ਕੀਤੀ, ਹਾਂ, ਤਾਂ ਕੰਟੈਂਟ ਬਹੁਤ ਜ਼ਰੂਰੀ, ਕੰਟੈਂਟ ਬੜਾ ਜ਼ਰੂਰੀ ਹੈ। ਤਾਂ ਉਹ ਫਿਰ ਅਸੀਂ ਉਹ ਡਿਪਰੈਸ਼ਨ ਦੇ ਨਾਂ ਦੇ ਉੱਤੇ ਉਹ ਕਿਤਾਬ ਜਿਹੜੀ ਆ ਉਹ ਅਨੁਵਾਦਿਤ, ਕਿਉਂਕਿ ਬੜਾ ਵਰਲਡ ਦਾ ਮਸ਼ਹੂਰ ਆ, ਤਾਂ ਕਾਫੀ 90-92 ਸਾਲਾਂ ਦੇ ਹੋਣਗੇ, ਡਾਕਟਰ ਪੌਲ ਹੌਕ ਇੰਗਲੈਂਡ ਤੋਂ ਨੇ, ਉਹਨਾਂ ਦੀ ਉਹ ਇੰਗਲਿਸ਼ ਦੇ ਵਿੱਚ ਓਰੀਜਨਲੀ ਕਿਤਾਬ ਆ, ਲੇਕਿਨ ਉਹ ਫਿਰ ਪੰਜਾਬੀ 'ਚ ਉਹ ਹੱਥੋਂ ਹੱਥੀ ਵਿਕ ਗਈ, ਪਤਾ ਨਹੀਂ ਲੱਗਾ। ਉਹਦਾ ਹੋਰ ਬੜੀ ਮੰਗ ਆਉਂਦੀ ਰਹਿੰਦੀ, ਔਰ ਦੱਸਦੇ ਹੁੰਦੇ ਪਬਲਿਸ਼ਰ ਕਿ ਇਹਦੀ ਭਾਈ ਡਿਮਾਂਡ ਹੀ ਬੜੀ ਆ। ਉਹ ਡਿਮਾਂਡ ਇਸੇ ਕਰਕੇ ਉਹ ਡਿਪਰੈਸ਼ਨ 'ਚ ਦੁਨੀਆ ਬੜੀ ਚਲੀ ਗਈ ਆ, ਹਰ ਤੀਜਾ ਚੌਥਾ ਬੰਦਾ ਡਿਪਰੈਸ਼ਨ 'ਚ ਆ। ਉਹ ਸਗੋਂ ਡਾਕਟਰ ਹਰਸ਼ਿੰਦਰ ਸਿੰਘ ਨੇ, ਸਾਡੇ ਸਾਹਿਤਕਾਰ ਵੀ ਨੇ ਤੇ ਡਾਕਟਰ ਵੀ ਨੇ, ਡਾਕਟਰੀ ਸੇਵਾ ਵੀ ਕਰਦੇ, ਇੰਟਰਨੈਸ਼ਨਲੀ ਬੜੇ ਰਿਨਾਊਂਡ ਨੇ, ਤੇ ਉਹਨਾਂ ਨੇ ਕਿਹਾ, ਕਹਿੰਦੇ ਤੁਸੀਂ ਤਾਂ ਤੀਜਾ ਚੌਥਾ ਕਹਿੰਦੇ ਹੋ, ਸਾਨੂੰ ਤਾਂ ਲੱਗਦਾ ਦੂਜਾ ਬੰਦਾ ਡਿਪਰੈਸ਼ਨ 'ਚ ਆ। ਬਿਲਕੁਲ, ਪੰਜਾਬ ਦੇ ਵਿੱਚ ਪਿੱਛੇ ਹਾਲਾਤ ਇਹੋ ਜਿਹੇ ਇੰਨੇ ਮਾੜੇ ਹੋ ਗਏ ਸੀ। ਖੈਰ ਐਨੀ ਹੋ, ਤਾਂ ਇਹ ਜਿਹੜਾ ਕੰਟੈਂਟਸ ਆ ਵੀ ਕਿਵੇਂ, ਇਹ ਸਾਨੂੰ ਇਪਟਾ ਤੋਂ ਪਤਾ ਲੱਗਾ ਵੀ ਆਹ ਚੀਜ਼ ਚੰਗੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਜ ਸਾਡੀ ਜਿਹੜੀ ਅਗਲੀ ਪੀੜ੍ਹੀ ਆ ਇੰਨੀ ਸਿਆਣੀ ਹੋ ਗਈ ਆ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਗੀਤ ਅਸ਼ਲੀਲ ਨੇ ਭਾਈ, ਆਹ ਹਥਿਆਰਾਂ ਨੂੰ ਕਰਦੇ ਆ, ਫਰੋਗ ਦਿੰਦੇ ਆ, ਆਹ ਕਾਰਾਂ ਮੋਟਰਾਂ ਬੁਲਟ ਪਟਾਕੇ ਪਾਉਂਦਾ, ਇਹ ਸਾਰੀ ਚੀਜ਼ਾਂ ਨੂੰ ਮਸ਼ਹੂਰੀਆਂ ਦਾ ਕਰਕੇ ਇਹਦੇ 'ਚ ਨਹੀਂ ਸਾਡਾ ਸੱਭਿਆਚਾਰ ਨਾਲ 'ਚ ਨਹੀਂ ਝਲਕਦਾ। ਸਾਡੇ ਜਿਹੜੇ ਚੰਗੀਆਂ ਕਦਰਾਂ ਕੀਮਤਾਂ ਨੇ, ਸਾਡੇ ਸੱਭਿਆਚਾਰ, ਸਾਡੇ ਪੰਜਾਬੀ ਜੀਵਨ ਦੀਆਂ, ਸਾਡੇ ਪਰਿਵਾਰਾਂ ਦੀਆਂ, ਜਿਹੜੀਆਂ ਸਾਡੇ ਪੂਰਵਜਾਂ ਨੇ ਸਾਨੂੰ ਸੰਸਕਾਰ ਦਿੱਤੇ ਨੇ, ਜਿਹੜੀਆਂ ਚੀਜ਼ਾਂ ਉੱਥੋਂ ਨਿਕਲ ਕੇ ਆਉਂਦੀਆਂ ਚੰਗੀਆਂ, ਤੇ ਉਹ ਚੰਗੀਆਂ ਚੀਜ਼ਾਂ ਭਾਵੇਂ ਵੈਸਟਰਨ ਕਲਚਰ ਦੀਆਂ ਕਿਉਂ ਨਾ ਹੋਣ,
ਚੰਗੀ ਚੀਜ਼ ਤਾਂ ਕਿਤੋਂ ਵੀ ਲੈਣੀ, ਕੋਈ ਮਾੜੀ ਗੱਲ ਨਹੀਂ ਗੀ। ਤੇ ਉਹਨਾਂ ਸਾਰਿਆਂ ਨੂੰ ਆਪਣੇ ਕੰਟੈਂਟਸ 'ਚ, ਆਪਣੇ ਗੀਤਾਂ ਵਿੱਚ, ਆਪਣੇ ਲੋਕ ਕਲਾਵਾਂ ਵਿੱਚ, ਆਪਣੀਆਂ ਲੋਕ ਨ੍ਰਿਤ ਯਾਨੀ ਲੋਕ ਨਾਚਾਂ ਦੇ ਵਿੱਚ ਤੇ ਜਾਂ ਸਾਹਿਤ ਵਿੱਚ ਥਾਂ ਦੇਣੀ ਬਣਦੀ ਆ। ਤੇ ਉਹਦੇ ਨਾਲ ਜਦੋਂ ਚੰਗਾ ਸਾਹਿਤ ਸਾਰੇ ਪਾਸੇ ਜਾਊਗਾ ਤੇ ਆਪੇ ਹੀ ਬਿਲਕੁਲ ਸਮਾਜ ਹੀ ਬਦਲੂਗਾ। ਇੱਦਾਂ ਹੁੰਦਾ ਹੈ ਕਿ ਜਦੋਂ ਜਿਵੇਂ ਹੁਣ ਤੁਹਾਡੇ ਸਾਹਮਣੇ ਮੈਂ ਗੱਲ ਕਰ ਰਿਹਾ, ਸੋ ਮੈਨੂੰ ਸ਼ਾਇਦ ਆਪਣੇ ਹਮੇਸ਼ਾ ਜਦੋਂ ਵੀ ਮੈਂ ਇੰਟਰਵਿਊ ਕਰਦਾ ਇੰਨੇ ਫਲੋ ਦੇ ਵਿੱਚ ਹੋ ਜਾਂਦਾ ਕਈ ਵਾਰੀ, ਪਰ ਅੱਜ ਤੁਹਾਡੇ ਨਾਲ ਬੈਠਿਆ ਤਾਂ ਮੈਨੂੰ ਐ ਹੋ ਰਿਹਾ ਕਿ ਮੈਂ ਆਪਣੇ ਸ਼ਬਦਾਂ ਦੀ ਚੋਣ ਸਹੀ ਕਰਾਂ, ਕਿਉਂਕਿ ਮੇਰੇ ਸਾਹਮਣੇ ਕੋਈ ਇੱਦਾਂ ਦੇ ਵਿਅਕਤੀ ਬੈਠੇ ਨੇ ਜਿਨ੍ਹਾਂ ਨੇ ਇਹ ਮਤਲਬ ਇੱਕ ਸਤਿਕਾਰ ਜਿਹੜਾ ਹੈ ਨਾ ਸਰ, ਉਹ ਆਪਣੇ ਆਪ ਨਿਕਲ ਕੇ ਆਉਂਦਾ ਜਦੋਂ ਇੱਕ ਕਲਾਕਾਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਇੱਦਾਂ ਦਾ ਦੇਣ ਦਿੱਤੀ ਹੈ ਸਾਡੇ ਕਲਚਰ ਨੂੰ ਜਾਂ ਸਭ ਚੀਜ਼ਾਂ ਨੂੰ, ਸੋ ਇਹ ਆਪਣੇ ਆਪ ਇੱਕ ਸਤਿਕਾਰ ਨਿਕਲ ਕੇ ਆਉਂਦਾ। ਸੋ ਮੈਂ ਇਹ ਚੀਜ਼ ਫੀਲ ਕਰ ਰਿਹਾ ਕਿ ਜੋ ਗੱਲ ਤੁਸੀਂ ਕਹੀ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਅਸੀਂ ਲੈ ਕੇ ਗੀਤ ਬਣਾ ਰਹੇ ਹਾਂ, ਇਹਨਾਂ ਦੇ ਵਿੱਚ ਸਾਡਾ ਕਲਚਰ ਨਹੀਂ ਹੈ, ਔਰ ਚੰਗੀ ਚੀਜ਼ ਅਸੀਂ ਕਿਤੋਂ ਵੀ ਚੁਣ ਸਕਦੇ ਹਾਂ। ਔਰ ਕਹਿਣ ਦਾ ਮਤਲਬ ਹੈ ਕਿ ਅਗਰ ਅਸੀਂ ਇੱਕ ਚੰਗੀ ਚੀਜ਼ਾਂ 'ਤੇ ਕੰਮ ਕਰਦੇ ਹਾਂ ਤਾਂ ਇੱਕ ਦੂਜਿਆਂ ਵੱਲੋਂ ਸਤਿਕਾਰ ਆਪਣੇ ਆਪ ਦਿਲੋਂ ਨਿਕਲਦਾ, ਜਿਵੇਂ ਅੱਜ ਮੇਰੀ ਰੂਹ ਦੇ ਵਿੱਚੋਂ ਨਿਕਲਦਾ ਤੁਹਾਡੇ ਲਈ, ਤੇ ਲੋਕੀ ਜਿਹੜੇ ਦੇਖਦੇ ਤੁਹਾਡੇ ਲਈ ਉਹ ਸਤਿਕਾਰ ਉਹਨਾਂ ਦੇ ਦਿਲ 'ਚੋਂ ਨਿਕਲਦਾ। ਮੈਂ ਤੇ ਕਹੂੰਗਾ ਤੇ ਤੁਹਾਡਾ ਵੱਡਪਣ ਆ। ਤੇ ਉੱਦਾਂ ਵੀ ਸਾਡੇ ਤਾਂ ਭਾਈ ਆਪਾਂ ਤਾਂ ਇਹੋ ਸਿਖਾਉਂਦੇ ਆ ਨਿੱਕਿਆਂ ਨੂੰ ਵੀ ਵੱਡਿਆਂ ਦਾ ਸਤਿਕਾਰ ਕਰੋ ਤੇ ਵੱਡੇ ਜਿਹੜੇ ਨਿੱਕਿਆਂ ਨੂੰ ਪਿਆਰ ਕਰਨ। ਤੇ ਇਹ ਪਿਆਰ ਸਤਿਕਾਰ ਤੇ ਸਾਡੇ ਸਦੀਆਂ ਤੋਂ ਅਸੀਂ ਸਾਡੇ ਅੰਦਰ ਹੀ ਆ, ਔਰ ਬੇਗਾਨਿਆਂ ਨੂੰ ਆਪਣਾ ਬਣਾਉਣਾ ਪੰਜਾਬੀਆਂ ਦੀ ਪਰੰਪਰਾ ਰਹੀ ਆ, ਇਹ ਬਕਾਇਦਾ ਰਵਾਇਤ ਰਹੀ ਆ, ਉੱਦਾਂ ਸਾਡੇ ਸੁਭਾਅ 'ਚ ਆ। ਤੇ ਵੇਖੋ ਮੈਂ ਫਿਰ ਤੁਹਾਨੂੰ ਦੇਬੀ ਮਖਸੂਸਪੁਰੀ ਦਾ ਇੱਕ ਸ਼ੇਰ ਆ, ਉਹ ਪੰਜਾਬੀਆਂ ਦੇ ਬਾਰੇ ਬੜਾ ਅੱਛਾ ਆ। ਉਹ ਲਿਖਦੇ ਆ ਕਿ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ, ਵਫਾਦਾਰ ਹੈ ਲਹੂ ਪੰਜਾਬੀਆਂ ਦਾ, ਯਾਰੀ ਇਹਨਾਂ ਦੇ ਨਾਲ ਦੀ ਨਹੀਂ ਲੱਭਣੀ, ਯਾਰੀ ਇਹਨਾਂ ਦੇ ਨਾਲ ਦੀ ਨਹੀਂ ਲੱਭਣੀ, ਵੈਰ ਵੀ ਮੰਨਣਾ ਪਊ ਪੰਜਾਬੀਆਂ ਦਾ, ਪੱਲੇ ਵਿੱਚ ਜੱਗੋਂ ਬਾਹਰੀਆਂ ਖੂਬੀਆਂ ਨੇ, ਸੋ ਜੱਗੋਂ ਬਾਹਰੀਆਂ ਪੱਲੇ 'ਚ ਖੂਬੀਆਂ ਨੇ, ਜਿੱਥੇ ਜਾਣ ਪਛਾਣ ਬਣਾ ਲੈਂਦੇ, ਤੇ ਦੇਬੀ ਪੇਟ ਦੀ ਖਾਤਰ ਜਿੱਥੇ ਜਾ ਬੈਠਣ, ਟੌਰ ਵੱਖਰਾ ਹੀ ਰਹੂ ਪੰਜਾਬੀਆਂ ਦਾ, ਟੌਰ ਵੱਖਰਾ ਹੀ ਰਹੂ ਪੰਜਾਬੀਆਂ ਦਾ। ਇਹੋ ਹੀ ਗੱਲ ਆ ਕਿ ਅੱਜ ਸਾਡੇ ਪੰਜਾਬੀ ਭਾਵੇਂ ਕੈਨੇਡਾ ਨੇ, ਭਾਵੇਂ ਅਮਰੀਕਾ ਨੇ, ਭਾਵੇਂ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਦੇ ਅਲੱਗ-ਅਲੱਗ ਨੀਦਰ ਕਿਸੇ ਕੰਟਰੀ ਦਾ ਨਾਂ ਲੈ ਲਓ, ਭਾਵੇਂ ਇੰਗਲੈਂਡ ਹੋਵੇ, ਤੇ ਉਹ ਤੁਸੀਂ ਜਦੋਂ ਉਹਨਾਂ ਦੇ ਜਿਹੜਾ ਕਿਰਦਾਰ ਵੇਖਦੇ ਹੋ, ਅੱਜ ਦੇਖੋ ਕੈਨੇਡਾ ਦੇ ਵਿੱਚ ਤਾਂ ਸੁੱਖ ਨਾਲ ਜਿਹੜੇ ਸਾਡੇ ਮੰਤਰੀ ਮੰਡਲ ਆ ਉਹਨਾਂ ਵਿੱਚ ਵੀ ਸਾਡੇ ਪੰਜਾਬੀ ਬੜੇ ਨੇ, ਔਰ ਕਿੰਨੇ ਅਹੁਦਿਆਂ 'ਤੇ ਦੂਜੇ ਦੇਸ਼ਾਂ ਦੇ ਵਿੱਚ ਵੀ ਪਹੁੰਚੇ ਹੋਏ ਨੇ। ਉਹ ਇਸ ਕਰਕੇ ਕਿ ਚੰਗੇ ਗੁਣਾਂ ਕਰਕੇ, ਤੇ ਚੰਗੇ ਗੁਣਾਂ ਕਰਕੇ ਮਹਾਰਾਜ ਦੀ ਬਖਸ਼ਿਸ਼ਾਂ ਉਹਨਾਂ ਦੇ ਉੱਤੇ। ਸਾਡੇ ਬਾਬੇ ਨਾਨਕ ਜੀ ਦੇਸ਼ਾਂ ਦਸਾਂਦਰਾਂ ਦਾ ਦੌਰਾ ਭ੍ਰਮਣ ਕਰਦੇ ਰਹੇ। ਇੱਕ ਵਾਰੀ ਉਹ ਕਿਸੇ ਪਿੰਡ ਗਏ ਭਾਈ ਮਰਦਾਨੇ ਜੀ ਨੂੰ ਨਾਲ ਲੈ ਕੇ, ਤੇ ਉਹ ਪਿੰਡ ਵਾਲਿਆਂ ਨੇ ਕੋਈ ਉਹਨਾਂ ਦੀ ਕੋਈ ਬਾਹਲੀ ਕੋਈ ਪੁੱਛ ਗਿੱਛ ਨਹੀਂ ਕੀਤੀ, ਤੇ ਕੋਈ ਚੱਜ ਨਾਲ ਵਿਵਹਾਰ ਨਹੀਂ ਕੀਤਾ, ਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਜਾਂਦਿਆਂ ਇਹ ਅਸੀਸ ਦਿੱਤੀ, ਵਸਦੇ ਰਹੋ ਵੀ ਵਸਦੇ ਰਹੋ। ਫਿਰ ਉਹ ਅਗਲੇ ਪਿੰਡ ਚਲੇ ਗਏ। ਉਹ ਪਿੰਡ ਵਾਲਿਆਂ ਨੇ ਬੜੀ ਟਹਿਲ ਸੇਵਾ ਕੀਤੀ, ਭੋਜਨ ਵੀ ਚੰਗਾ ਖਵਾਇਆ, ਤੇ ਉਹਨਾਂ ਨੂੰ ਜਾਣ ਲੱਗੇ ਬਾਬਾ ਜੀ ਕਹਿਣ ਲੱਗੇ ਬਈ ਉੱਜੜ ਜਾਓ ਵੀ ਉੱਜੜ ਜਾਓ। ਅੱਛਾ। ਤੇ ਉਹ ਭਾਈ ਮਰਦਾਨਾ ਜੀ ਬਾਬਾ ਜੀ ਨੂੰ ਕਹਿਣ ਲੱਗੇ ਵੀ ਬਾਬਾ ਜੀ ਤੁਸੀਂ ਇਹ ਕੀ ਵਚਨ ਦਿੱਤੇ ਵੀ ਜਿਨ੍ਹਾਂ ਨੇ ਤੁਹਾਡੇ ਨਾਲ ਚੰਗਾ ਬਿਹੇਵ ਕੀਤਾ ਤੁਸੀਂ ਉਹਨਾਂ ਨੂੰ ਉੱਜੜ ਜਾਣ ਲਈ ਕਹਿ ਦਿੱਤਾ, ਤੇ ਜਿਨ੍ਹਾਂ ਨੇ ਆਪਣੇ ਨਾਲ ਬਦਤਮੀਜ਼ੀ ਕੀਤੀ ਹੈ ਤੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਵਸਦੇ ਰਹੋ। ਉਹ ਕਹਿੰਦੇ ਮੈਂ ਇਸੇ ਕਰਕੇ ਕਿਹਾ ਭਾਈ ਮਰਦਾਨਾ ਜੀ, ਜਿਹੜੇ ਚੰਗੇ ਲੋਕ ਨੇ ਨਾ ਉਹ ਜਿੱਥੇ ਵੀ ਜਾਣਗੇ ਆਪਣੀ ਚੰਗਿਆਈ ਫੈਲਾਉਣਗੇ, ਚੰਗੇ ਗੁਣ ਵੀ ਫੈਲਾਉਣਗੇ, ਤੇ ਲੋਕਾਂ ਦਾ ਭਲਾ ਵੀ ਕਰਨਗੇ। ਔਰ ਇਹੋ ਹੀ ਗੱਲ ਆ। ਔਰ ਅੱਜ ਸਾਰੀ ਦੁਨੀਆ ਨੇ ਵੇਖ ਲਿਆ ਇਸ ਕੋਵਿਡ ਦੇ ਸਮਿਆਂ ਦੇ ਵਿੱਚ, ਥਾਂ ਦੇ ਉੱਤੇ ਕਿਹੜਾ ਮੁਲਕ ਨਹੀਂ ਜਿੱਥੇ ਸਾਡੇ ਪੰਜਾਬੀਆਂ ਨੇ ਲੰਗਰ ਨਹੀਂ ਲਾਏ, ਦਵਾਈਆਂ ਨਹੀਂ ਪਹੁੰਚਾਈਆਂ, ਕੀ ਕੁਛ ਨਹੀਂ ਕੀਤਾ। ਤੇ ਇਹ ਚੰਗਿਆਈ ਉਹਨਾਂ ਦੇ ਸੰਸਕਾਰਾਂ 'ਚ ਸੀ, ਤੇ ਤਾਂ ਹੀ ਬਾਹਰ ਜਾ ਕੇ ਦੂਰ ਥਾਂ ਕੇ ਵੀ ਇਹ ਚੰਗਿਆਈ ਫੈਲਾ ਰਹੇ ਆ। ਸੋ ਇਹ ਸੰਸਕਾਰ ਜਿਹੜੇ ਨੇ ਇਸ ਅਸੀਂ ਬੱਚਿਆਂ ਨੂੰ ਦਿੰਦੇ। ਤੁਹਾਨੂੰ ਵੀ ਤੁਹਾਡੇ ਅੱਛੇ ਤੌਰ ਦੇ ਉੱਤੇ ਤੁਹਾਡੇ ਜਿਹੜੇ ਪੁਰਖਿਆਂ ਦੇ ਤੁਹਾਡੇ ਘਰਦਿਆਂ ਦੇ ਸੰਸਕਾਰ ਬੈਠੇ ਆ ਕਿ ਭਾਈ
ਇਹ ਬੰਦਾ ਜਿਹਦੀ ਇੰਟਰਵਿਊ ਲੈਣੇ ਵੀ ਇਹ ਬਜ਼ੁਰਗ ਆ ਤੇ ਇਸ ਕਰਕੇ ਇਹਨੂੰ ਸਤਿਕਾਰ ਦਿਓ। ਬਿਲਕੁਲ, ਉਹ ਤੇ ਸਤਿਕਾਰ ਤੁਹਾਡਾ ਲਾਜ਼ਮੀ ਬਣਦਾ, ਉਹ ਤੇ ਸਤਿਕਾਰ ਤੁਹਾਡਾ ਲਾਜ਼ਮੀ ਬਣਦਾ। ਪਰ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਲਾਈਫ ਦੇ ਵਿੱਚ ਇੱਕ ਇੱਕ ਸੀढ़ी ਚੜ੍ਹ ਕੇ, ਔਰ ਨਾਲ ਤਾਂ ਦੇਖੋ ਇਹ ਪਰਸਨਲ ਗਰੋਥ ਤੇ ਹੁੰਦੀ ਹੈ ਸਰ, ਉਸ ਦੇ ਨਾਲ ਹੀ ਨਾਲ ਪਰ ਇਹ ਕਿ ਤੁਸੀਂ ਆਪਣੇ ਸੱਭਿਆਚਾਰ ਦੇ ਲਈ ਕੁਝ ਕਰ ਰਹੇ ਹੋ, ਆਪਣੀ ਉਸ ਮਿੱਟੀ ਦੇ ਲਈ ਕੁਝ ਕਰ ਰਹੇ ਹੋ ਜਿੱਥੇ ਤੁਸੀਂ ਜਨਮ ਲਿਆ। ਸੋ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ, ਇਸ ਲਈ ਤੁਸੀਂ ਸਤਿਕਾਰ ਦੇ ਪਾਤਰ ਹੋ। ਔਰ ਇਸ ਦੇ ਨਾਲ ਹੀ ਨਾਲ ਹੁਣ ਮੈਂ ਗੱਲ ਕਰਨੀ ਚਾਹਾਂਗਾ ਪੰਜਾਬੀ ਸਿਨੇਮਾ ਨੂੰ ਲੈ ਕੇ, ਕਿਉਂਕਿ ਪੰਜਾਬੀ ਸਿਨੇਮਾ ਦੇ ਵਿੱਚ ਸਰ ਦੀ ਚੰਗੀ ਸ਼ਮੂਲੀਅਤ ਰਹੀ, ਚੰਗਾ ਯੋਗਦਾਨ ਰਿਹਾ। ਉਸ ਦੇ ਨਾਲ ਹੀ ਨਾਲ ਅੱਜ ਇਹ ਜਿਹੜਾ ਪੰਜਾਬੀ ਸਿਨੇਮਾ ਹੈਗਾ, ਇੱਕ ਤਰ੍ਹਾਂ ਕਹਿ ਲਓ ਕਿ ਮੈਂ ਇਸ ਨੂੰ ਕਹਾਂਗਾ ਕਿ ਰੀਬਰਥ ਹੋਇਆ ਉਸਦਾ। ਸੋ ਉਹਦੇ ਬਾਰੇ ਵੀ ਸਰ ਚੰਗੀ ਤਰ੍ਹਾਂ ਜਾਣਦੇ ਨੇ। ਔਰ ਜਿਹੜਾ ਦੌਰ ਜਿਹੜਾ ਇੱਦਾਂ ਦਾ ਦੌਰ ਵੀ ਆਇਆ ਸੀ ਜਦੋਂ ਪੰਜਾਬੀ ਸਿਨੇਮਾ ਮਾੜੇ ਦੌਰ ਦੇ ਵਿੱਚੋਂ ਲੰਘ ਰਿਹਾ ਸੀ, ਉਹ ਸਮਾਂ ਵੀ ਜਿਹੜਾ ਹੈਗਾ ਸਰ ਹਿੱਸਾ ਰਹੇ ਨੇ। ਔਰ ਉਸ ਸੰਘਰਸ਼ ਨੂੰ ਨੇੜੇ ਤੋਂ ਦੇਖਿਆ ਕਿ ਕਿੱਦਾਂ ਦਾ ਪੰਜਾਬੀ ਸਿਨੇਮਾ ਨੇ ਸੰਘਰਸ਼ ਕੀਤਾ। ਸੋ ਅੱਜ ਬਹੁਤ ਵਧੀਆ ਦੇਖਣ ਨੂੰ ਮਿਲਦਾ, ਨਵੇਂ ਕਲਾਕਾਰ ਆ ਰਹੇ ਨੇ, ਪਰ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ ਕਿੰਨਾ ਦਿਨਾਂ ਦੇ ਵਿੱਚੋਂ ਪੰਜਾਬੀ ਸਿਨੇਮਾ ਲੰਘਿਆ ਔਰ ਉਸ ਸਮੇਂ ਦੇ ਜਿਹੜੇ ਆਰਟਿਸਟਾਂ ਨੇ। ਔਰ ਤੁਸੀਂ ਬਹੁਤ ਕਰੀਬ ਤੋਂ ਦੇਖਦੇ ਰਹੇ ਸਰ, ਕੀ ਉਸ ਦੀ ਯਾਦਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ, ਜੋ ਪੰਜਾਬੀ ਸਿਨੇਮਾ ਹੁਣ ਬਹੁਤ ਤਰੱਕੀ ਕਰ ਰਿਹਾ, ਰੱਬ ਕਰੇ ਅੱਗੇ ਹੋਰ ਤਰੱਕੀ ਕਰੇ। ਤੁਹਾਡੀਆਂ ਭਾਵਨਾਵਾਂ ਨੂੰ ਬੂਰ ਪੈਣ। ਦੇਖੋ, ਪੰਜਾਬੀ ਸਿਨੇਮਾ ਦੀ ਇਤਿਹਾਸਕਾਰੀ ਬਾਰੇ ਸਰਦਾਰ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਬੜਾ ਖੋਜ ਦਾ ਕੰਮ ਕੀਤਾ ਹੈ, ਔਰ ਉਹਨਾਂ ਨੇ ਇੱਕ ਕਿਤਾਬ ਵੀ ਕੱਢੀ ਹੈ ਸਚਿੱਤਰ ਪੰਜਾਬੀ ਸਿਨੇਮਾ। ਉਹ ਹਾਲੇ ਉਹਦਾ ਪਹਿਲੀ ਜਿਲਦ ਆਈ ਹੈ, ਜਿਹਦੇ ਵਿੱਚ ਉਹਨਾਂ ਨੇ 1935 ਤੋਂ ਲੈ ਕੇ ਤੇ 1980 ਤੱਕ ਦੀਆਂ ਜਿਹੜੀਆਂ ਪੰਜਾਬੀ ਫਿਲਮਾਂ ਦਾ ਇਤਿਹਾਸ ਲਿਖਿਆ ਹੈ। ਲੇਕਿਨ ਉਸ ਤੋਂ ਅਗਲੀ ਵੀ ਉਹਨਾਂ ਦੀ ਆਲਮੋਸਟ ਮੈਨੂੰ ਪਤਾ ਲੱਗਾ ਵੀ ਤਿਆਰ ਹੀ ਆ, ਤੇ ਉਹ ਵੀ ਉਹਨਾਂ ਨੇ ਛਾਇਆ ਕਰਨੀ ਆ ਮੰਜ਼ਰ ਆਮ ਦੇ ਉੱਤੇ। ਉਹਦੀ ਵੀ ਕਿਸੇ ਦਿਨ ਵੀ ਉਹਦੀ ਜਿਹੜੀ ਆ ਰੂਨਮਾਈ ਹੋ ਸਕਦੀ ਆ। ਉਹਦੇ ਲਈ ਜਿਹੜੀ ਸਾਡੇ ਪੰਜਾਬ ਫਿਲਮ ਐਂਡ TV ਆਰਟਿਸਟ ਐਸੋਸੀਏਸ਼ਨ ਆ, ਜਿਨ੍ਹਾਂ ਦੇ ਅਗਵਾਈ ਕਰ ਰਹੇ ਨੇ ਆਪਣਾ ਗੁਰਪ੍ਰੀਤ ਘੁੱਗੀ ਜੀ ਬਤੌਰ ਪ੍ਰਧਾਨ ਤੇ ਮਲਕੀਤ ਰੌਣੀ ਜੀ ਬਤੌਰ ਜਨਰਲ ਸਕੱਤਰ, ਤੇ ਉਹਨਾਂ ਨੇ ਉਹ ਬੁੱਕ ਰਿਲੀਜ਼ ਕੀਤੀ ਸੀਗੀ, ਤੇ ਅਗਲੀ ਲਈ ਵੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਵੀ ਛੇਤੀ ਉਹ ਵੀ ਸਮਾਗਮ ਰੱਖਣਗੇ। ਪੰਜਾਬੀ ਸਿਨੇਮਾ ਦੇ ਜਿੱਥੇ ਤੱਕ ਤਾਲੁਕ ਆ ਕਿ ਠੀਕ ਆ, ਲਾਹੌਰ ਸਾਤੋਂ ਖੁੱਸ ਗਿਆ, ਤੇ ਉਹ ਕਿਸੇ ਵੇਲੇ ਸਿਰਫ ਸਾਂਝੇ ਪੰਜਾਬ ਦੀ ਰਾਜਧਾਨੀ, ਯਾਨੀ ਉੱਥੋਂ ਦਿੱਲੀ ਤੋਂ ਲੈ ਕੇ ਉੱਧਰ ਪਿਸ਼ੌਰ ਤੱਕ ਸਿਰਫ ਉਹ ਰਾਜਧਾਨੀ ਨਹੀਂ ਸੀ, ਉਹ ਇੱਕ ਸੱਭਿਆਚਾਰਕ ਕੇਂਦਰ ਵੀ ਸੀਗਾ। ਤੇ ਉਹਦੇ 'ਚ ਸਾਹਿਤ ਦਾ ਵੀ ਕੇਂਦਰ ਸੀ, ਥੀਏਟਰ ਦਾ ਵੀ ਕੇਂਦਰ ਸੀ, ਤੇ ਫਿਲਮਾਂ ਦਾ ਵੀ ਸੀ, ਫਿਲਮ ਨਗਰੀ ਵੀ ਸੀ। ਔਰ ਉਹ ਦੇਖੋ, ਜਦੋਂ 1931 'ਚ ਹਿੰਦੁਸਤਾਨੀ ਪਹਿਲੀ ਫਿਲਮ ਆਲਮਾਰਾ ਬਣਦੀ, ਹਿੰਦੀ ਉਰਦੂ ਦੀ ਫਿਲਮ, ਲੇਕਿਨ 1935 ਵਿੱਚ ਪੰਜਾਬੀ ਫਿਲਮ ਵੀ ਆ ਜਾਂਦੀ ਹੈ, ਇਸ਼ਕ-ਏ ਮੁਹੱਬਤ ਉਰਫ ਮਿਰਜ਼ਾ ਸਾਹਿਬਾਂ। ਤੇ ਉਹ ਲਾਹੌਰ ਕੁਛ ਬਣੀਆਂ ਫਿਲਮਾਂ ਪੰਜਾਬੀ ਦੀਆਂ, ਕੁਛ ਫਿਰ ਉਸ ਤੋਂ ਬਾਅਦ ਕਲਕੱਤੇ ਵੀ ਬਣੀਆਂ, ਕੁਛ ਮੁੰਬਈ ਵੀ ਬਣੀਆਂ। ਲੇਕਿਨ 47 ਦੀ ਜਿਹੜੀ ਵੰਡ ਹੋਈ, ਉਹਦੇ ਸਾਡੀ ਪੰਜਾਬੀ ਪਤਾ ਨਹੀਂ ਸਾਡੇ ਸੁਭਾਵਾਂ 'ਚ ਅਸੀਂ ਨਾ ਲਾਪਰਵਾਹ ਜਿਹੇ ਹਾਂ, ਗੌਲਦੇ ਨਹੀਂ ਗਏ, ਅਸੀਂ ਆਪਣਾ ਵਿਰਸਾ ਸਾਂਭਿਆ ਨਹੀਂ। ਅੱਜ ਬੜੀ ਇੱਕ ਦੁਖਾਂਤ ਆ ਕਿ ਸਾਡੀਆਂ ਜਿਹੜੀਆਂ 1935 ਤੋਂ ਲੈ ਕੇ 1946 ਤੱਕ ਦੀਆਂ ਫਿਲਮਾਂ ਵਾ, ਸਾਡੇ ਕੋਲ ਇੱਕ ਵੀ ਪ੍ਰਿੰਟ ਨਹੀਂ ਮੌਜੂਦ, ਉਹਦੀ ਕੋਈ ਕਾਪੀ ਨਹੀਂ, ਕਿਤੇ ਕੁਛ ਨਹੀਂ ਹਾਲ। ਤੇ ਹਾਲਾਂਕਿ ਬੜੀ ਮਿਹਨਤ ਦੇ ਨਾਲ ਮਨਦੀਪ ਸਿੱਧੂ ਹੋਰਾਂ ਨੇ ਇਕੱਠੇ ਕਰਕੇ ਉਹ ਕਿਤਾਬ ਦੇ ਵਿੱਚ ਜ਼ਿਕਰ ਕੀਤਾ, ਉਹਨਾਂ ਦਾ ਪੋਸਟਰ ਵੀ ਰੱਖੇ ਆ, ਹੋਰ ਵੀ ਕਈ ਕੁਛ। ਉਹਦੀ ਨਿੱਜੀ ਹਿੰਮਤ ਆ, ਲਾਹੌਰ 2-3 ਵਾਰੀ ਗਿਆ, ਉੱਥੇ ਮਿਲਿਆ ਆਪਣੇ ਵਰਗੇ ਸੱਜਣਾਂ ਨੂੰ, ਤੇ ਉੱਥੋਂ ਉਹਨਾਂ ਨੇ ਜਿਨ੍ਹਾਂ ਨੂੰ ਜਨੂਨ ਆ, ਜਿਹਨੂੰ ਪੰਜਾਬੀ ਅਦਬ ਨਾਲ ਪਿਆਰ ਆ, ਪੰਜਾਬੀ ਸਾਹਿਤ ਨਾਲ, ਪੰਜਾਬੀ ਧਰਾਤਲ ਨਾਲ, ਤੇ ਉਹਨਾਂ ਨੇ ਉਹਨਾਂ ਦੀ ਮਦਦ ਵੀ ਕੀਤੀ। ਤਾਂ ਲੇਕਿਨ ਉਸ ਤੋਂ ਮਗਰੋਂ ਜਦੋਂ 1948 ਦੇ ਵਿੱਚ ਪਹਿਲੀ ਫਿਲਮ ਸਾਡੇ ਆਜ਼ਾਦ ਹੋਣ ਤੋਂ ਬਾਅਦ ਬਣਦੀ ਚਮਨ, ਉਹਦਾ ਕੁਛ ਹਿੱਸਾ ਪਾਕਿਸਤਾਨ ਆਜ਼ਾਦੀ ਤੋਂ ਪਹਿਲਾਂ ਤੋਂ ਬਣਿਆ ਡਾਕਟਰ ਚਮਨ ਦੇ ਨਾਂ ਦੇ ਉੱਤੇ ਸ਼ੌਰੀ ਰੂਪ ਕੇ ਸ਼ੌਰੀ ਹੋਰਾਂ ਨੇ, ਤੇ ਉਹਨਾਂ ਦੀ ਆਪਣੀ ਲੜਕੀ ਮੀਨਾ ਸ਼ੌਰੀ ਉਹਦੀ ਹੀਰੋਇਨ ਸੀ, ਕੁਲਦੀਪ ਕੌਰ ਦੀ ਪਹਿਲੀ ਫਿਲਮ ਸੀ, ਓਮ ਪ੍ਰਕਾਸ਼ ਹੋਣੀ, ਰਣਧੀਰ ਹੋਣੀ ਉਹਦੇ ਸੀਗੇ। ਤੇ ਉਹਨਾਂ ਦੇ ਜਿਹੜੇ ਗੀਤ ਤੇ ਮੁਕਾਲਮੇ ਉਹ ਲਿਖੇ ਸੀ ਅਜ਼ੀਜ਼ ਕਸ਼ਮੀਰੀ ਉਹਨਾਂ ਨੇ, ਹਾਲਾਂਕਿ ਉਹਨਾਂ ਵਿੱਚ ਥੋੜ੍ਹਾ ਜਿਹਾ ਰੋਲ ਵੀ ਨਿਭਾਇਆ ਸੀ। ਤੇ ਨਾਲ ਹੀ ਸੰਗੀਤ ਸੀਗਾ ਵਿਨੋਦ ਹੋਣਾ ਦਾ ਉਹ ਫਿਲਮ 'ਚ, ਬੜੇ ਅੱਛੇ ਗੀਤ ਪੁਸ਼ਪਾ ਹੰਸ ਹੋਰਾਂ ਨੇ ਗਾਏ, ਲਤਾ ਜੀ ਨੇ ਵੀ ਗਾਏ ਸੀ। ਲੇਕਿਨ ਫਿਲਮ 'ਚ ਜ਼ਿਆਦਾ ਜਿਹੜੇ ਉਹਨਾਂ ਰੱਖੇ ਉਹ ਪੁਸ਼ਪਾ ਹੰਸ ਹੋਰਾਂ ਦੇ ਲਿਖੇ ਦੇ ਗਾਏ ਗੀਤ ਉਹਨਾਂ ਨੇ ਲਿਖੇ, ਜਿਹਨਾਂ 'ਚ ਜ਼ਿਆਦਾ ਮਸ਼ਹੂਰ ਹੋਏ ਸਾਰੀ ਰਾਤ ਤੇਰਾ ਤੱਕ ਨਹੀਂ ਆ, ਰਾਤ ਤਾਰਿਆਂ ਪੁੱਛ 95, ਜਾਂ ਚੰਨਾ
ਕਿੱਥਾਂ ਗੁਜ਼ਾਰੀ ਆਈ ਰਾਤ ਵੇ ਵਗੈਰਾ ਵਗੈਰਾ, ਹੋਰ ਵੀ ਬੜੇ ਅੱਛੇ ਅੱਛੇ ਗੀਤ। ਉਸ ਤੋਂ ਬਾਅਦ ਫਿਰ ਸ਼ੁਰੂ ਹੋ ਗਿਆ ਸਾਡੀਆਂ ਪੰਜਾਬੀ ਫਿਲਮਾਂ ਦਾ ਦੌਰ। ਉਦੋਂ ਕੀ ਸੀਗਾ, ਜਿਹੜੇ ਹਿੰਦੀ ਫਿਲਮਾਂ 'ਚ ਕੰਮ ਕਰਦੇ ਸੀਗੇ ਆਲਮੋਸਟ ਉਹੀ ਪੰਜਾਬੀ ਫਿਲਮਾਂ 'ਚ। ਇਹ ਲਾਹੌਰ ਤੋਂ ਫਿਰ ਜਦੋਂ ਆਜ਼ਾਦੀ ਤੋਂ ਉੱਜੜ ਕੇ ਜਦੋਂ ਸਾਡੇ ਪੰਜਾਬੀ ਉੱਧਰ ਸੈਟਲ ਹੋਏ ਕੁਛ ਮੁੰਬਈ, ਤੇ ਉਹਨਾਂ ਨੇ ਫਿਰ ਫਿਲਮਾਂ ਬਣਾਈਆਂ ਹਿੰਦੀ ਪੰਜਾਬੀ, ਹਿੰਦੀ ਬਣਾਈਆਂ ਪੰਜਾਬੀ ਬਣਾਈਆਂ, ਹਿੰਦੀ ਉਰਦੂ ਵੀ ਸ਼ੁਰੂ ਬੜੀਆਂ ਅੱਛੇ ਫਿਲਮ ਬਲੈਕ ਐਂਡ ਵਾਈਟ, ਤੇ ਪੰਜਾਬੀ ਦਾ ਬੜਾ ਅੱਛਾ ਦੌਰ ਰਿਹਾ। ਲੱਛੀ ਛਈ ਭੰਗੜਾ ਪਿੰਡ ਦੀ ਕੁੜੀ, ਤੇ ਇਹ ਦੌਰ ਫਿਰ ਦੋ ਲੱਛੀਆਂ, ਇਹ ਫਿਲਮਾਂ ਬੜੀਆਂ ਵਧੀਆ ਰਹੀਆਂ। ਜਦੋਂ ਜਿੱਦਾਂ ਆਜ਼ਾਦੀ ਤੋਂ ਪਹਿਲਾਂ ਮੰਗਤੀ ਫਿਲਮ ਲਾਹੌਰ 82 ਹਫ਼ਤੇ ਦਾ ਰਿਕਾਰਡ ਉਹਦਾ ਪ੍ਰਭਾਤ ਸਿਨੇਮਾ ਦੇ ਵਿੱਚ ਰਿਹਾ, ਤੇ ਇੱਦਾਂ ਹੀ ਸਾਡੀਆਂ ਪੰਜਾਬੀ ਫਿਲਮਾਂ ਇੱਥੇ ਬੜੀਆਂ ਹਿੱਟ ਹੋਈਆਂ। ਅਤੇ ਲੇਕਿਨ ਕੁਛ ਦੌਰ ਇਹੋ ਜਿਹਾ ਵੀ ਆਇਆ ਜਿਹਦੇ 'ਚ ਥੋੜ੍ਹਾ ਜਿਹਾ ਹੁੰਗਾਰਾ ਮੱਠਾ ਰਿਹਾ, ਅਤੇ ਲੇਕਿਨ ਫਿਰ ਦੁਬਾਰਾ ਇਹਨੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ, ਜਿਹਦੇ 'ਚ ਸਰਦਾਰ ਮਨਮੋਹਨ ਸਿੰਘ ਹੋਣਾ ਦਾ ਬੜਾ ਵੱਡਾ ਹੱਥ ਆ, ਜਿਨ੍ਹਾਂ ਨੇ ਪਹਿਲਾਂ ਨਸੀਬੋ ਬਣਾਈ ਔਰ ਫਿਰ ਮਗਰੋਂ ਜੀ ਆਇਆਂ ਨੂੰ, ਔਰ ਫਿਰ ਸਾਨੂੰ ਮਾਨ ਵਤਨਾਂ ਦਾ ਤਾਂ ਅੱਗੇ ਚੱਲ ਸੋ ਚੱਲ। ਮੈਂ ਇੱਥੇ ਮਨਮੋਹਨ ਸਿੰਘ ਜੀ ਬਾਰੇ ਖਾਸ ਤੌਰ ਦੇ ਉੱਤੇ ਗੱਲ ਕਰਨਾ ਚਾਹੁੰਦਾ, ਦਰਸ਼ਕਾਂ ਨੂੰ ਦੱਸਣਾ ਵੀ ਚਾਹੁੰਦਾ ਹੈ ਕਿ ਉਹ ਇੱਕ ਇੱਦਾਂ ਦੇ ਡਾਇਰੈਕਟਰ ਰਹੇ ਨੇ ਜਿਨ੍ਹਾਂ ਨੇ ਇੱਕ ਕਹਿ ਲਓ ਕਿ ਇੱਕ ਵਾਰ ਕੋਸ਼ਿਸ਼ ਕੀਤੀ ਪੰਜਾਬੀ ਸਿਨੇਮਾ ਨੂੰ ਰੀਸਟਾਰਟ ਦੇਣ ਦੀ 1993 ਦੇ ਵਿੱਚ, ਜਦੋਂ ਨਸੀਬੋ ਦੀ ਗੱਲ ਹੋ ਰਹੀ ਹੈ। ਹਾਲਾਂਕਿ ਫਿਲਮ ਦੀ ਸਟੋਰੀ ਅੱਛੀ ਸੀ, ਫਿਲਮ ਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ, ਪਰ ਫਿਰ ਵੀ ਇੱਕ ਲੰਬਾ ਗੈਪ ਜਿਹੜਾ ਹੈ 2002 ਤੱਕ ਦਾ ਦੇਖਣ ਨੂੰ ਮਿਲਿਆ। ਸੋ ਜੀ ਆਇਆਂ ਨੂੰ ਜਦੋਂ ਆਈ ਤਾਂ ਉਹਨੂੰ ਦਰਸ਼ਕਾਂ ਨੇ ਵੀ ਜੀ ਆਇਆਂ ਨੂੰ ਹੀ ਆਖਿਆ। ਸੋ ਫਿਲਮ ਦੀ ਕਾਮਯਾਬੀ ਬਾਰੇ ਸਾਨੂੰ ਕੁਝ ਦੱਸਣ ਦੀ ਲੋੜ ਨਹੀਂ ਹੈਗੀ, ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹੀ ਫਿਰ ਤੋਂ ਜੋੜੀ ਜਿਹੜੀ ਹੈਗੀ ਹੈ ਇੱਕ ਹੋਰ ਫਿਲਮ PR ਲੈ ਕੇ ਆ ਰਹੀ ਹੈ। ਸੋ ਬਹੁਤ ਜਲਦ ਜਿਹੜੀ ਹੈ ਉਹ ਰਿਲੀਜ਼ ਹੋਣ ਵਾਲੀ ਹੈ। ਸੋ ਹਰਭਜਨ ਮਾਨ ਜੀ ਉਹਦੇ ਵਿੱਚ ਫਿਰ ਜੀ ਬਹੁਤ ਵਧੀਆ। ਉਹ ਇਹਦੇ ਨਾਲ ਹੀ ਫਿਰ ਗੁਰਦਾਸ ਮਾਨ ਹੋਰਾਂ ਦੀ ਫਿਲਮ ਆਈ ਸ਼ਹੀਦ ਮੁਹੱਬਤ ਬੂਟਾ ਸਿੰਘ, ਔਰ ਜਸਪਾਲ ਭੱਟੀ ਹੋਰਾਂ ਦੀ ਫਿਲਮ ਮਾਹੌਲ ਠੀਕ ਹੈ। ਇਹ ਤਿੰਨ ਫਿਲਮਾਂ ਇਹੋ ਜਿਹੇ ਮੀਲ ਪੱਥਰ ਬਣੀਆਂ ਜਦੋਂ ਇਹਨਾਂ ਨੇ ਦੁਬਾਰਾ ਆਪਣੇ ਪੈਰਾਂ ਸਿਰ ਕਰ ਦਿੱਤਾ ਸੀ। ਇਸ ਤੋਂ ਜਦੋਂ ਪਹਿਲਾਂ ਥੋੜ੍ਹਾ ਜਿਹਾ ਨਿਗਾਰ ਆਇਆ ਸੀਗਾ, ਉਦੋਂ ਵੀ ਜਿੱਦਾਂ ਚੰਨ ਪਰਦੇਸੀ ਫਿਲਮ ਆਈ ਸੀਗੀ, ਅਤੇ ਉਹਨਾਂ ਨੇ ਖੜਾ ਕੀਤਾ। ਉਸ ਤੋਂ ਵੀ ਪਹਿਲਾਂ ਨਾਨਕ ਨਾਮ ਜਹਾਜ਼ ਜਦੋਂ ਮੇਸ਼ਵੀ ਭਰਾ ਉਹਨਾਂ ਨੇ ਬਣਾਈ ਸੀਗੀ, ਅਤੇ ਸਤਲੁਜ ਦੇ ਕੰਢੇ, ਕੁਝ ਫਿਲਮਾਂ ਉਦੋਂ ਵੀ ਬੜੀਆਂ ਵਧੀਆ ਰਹੀਆਂ। ਅਤੇ ਫਿਰ ਇਹਦਾ ਪਰ ਉਹ ਦੌਰ ਵੀ ਚੰਗਾ ਰਿਹਾ ਸੀ ਸਰ, ਜਿਸ ਟਾਈਮ 'ਤੇ ਵਰਿੰਦਰ ਸਰ ਦੀਆਂ ਫਿਲਮਾਂ ਆ ਰਹੀਆਂ ਸੀਗੀਆਂ, ਉੱਧਰੋਂ ਗੁਰਦਾਸ ਮਾਨ ਸਾਹਿਬ ਦੀਆਂ ਫਿਲਮਾਂ ਆ ਰਹੀਆਂ ਸੀ, ਮਤਲਬ ਉਹ ਵੀ ਦੌਰ ਬੜਾ ਦੇਖਣ ਨੂੰ ਰਿਹਾ। ਵਰਿੰਦਰ ਜੀ ਦੀ ਤਾਂ ਇਹ ਆ ਵੀ ਉਹਨਾਂ ਨੂੰ ਨਾ ਸਾਡੇ ਜਿਹੜਾ ਪੰਜਾਬੀ ਆਡੀਅנס ਆ, ਦਰਸ਼ਕ ਨੇ, ਉਹਨਾਂ ਦੀ ਨਬਜ਼ ਫੜ ਨਹੀਂ ਆਉਂਦੀ ਸੀਗੀ। ਤਾਂ ਉਹ ਪੇਂਡੂ ਧਰਾਤਲ ਦੀਆਂ ਫਿਲਮਾਂ ਬੜੀਆਂ ਉਹਨਾਂ ਨੇ ਅੱਛੀਆਂ ਬਣਾਈਆਂ, ਲੰਬੜਦਾਰਨੀ, ਸਰਪੰਚ, ਅਤੇ ਨਿੰਮੋ, ਬਟਵਾਰਾ, ਜੱਟ ਤੇ ਜ਼ਮੀਨ, ਹੋਰ ਵੀ ਬੜੀਆਂ। ਅਤੇ ਮੈਨੂੰ ਇਤਫਾਕ ਹੋਇਆ ਪਰ ਚਾਂਸ ਕਿ ਮੈਂ ਜਦੋਂ ਕੈਮਰਾ ਫੇਸ ਕੀਤਾ ਪਹਿਲੀ ਵਾਰੀ, ਅਤੇ ਬਤੌਰ ਨਾਇਕ ਇੱਕ ਫਿਲਮ ਸੀਗੀ ਚਮਤਕਾਰ। ਅਤੇ ਇਹ ਭਾਵੇਂ ਸਟੋਰੀ ਬੇਸਡ ਡਾਕੂਮੈਂਟਰੀ ਫਿਲਮ ਸੀਗੀ, NFL ਵਾਲਿਆਂ ਦੀ ਸਪਾਂਸਰਸ਼ਿਪ ਸੀ, ਲੇਕਿਨ ਦੁਰਗਾ ਖੋਟੇ ਪ੍ਰੋਡਕਸ਼ਨ ਵਾਲਿਆਂ ਨੇ ਫਿਲਮ ਬਣਾਈ ਸੀ ਮੁੰਬਈ ਤੋਂ ਆ ਕੇ। ਉਦੈ ਸ਼ੰਕਰ ਪਾਨੀ ਇਹਦੇ ਨਿਰਦੇਸ਼ਕ ਸਨ, ਅਤੇ ਜਗਜੀਤ ਸਿੰਘ ਚਿਤਰਾ ਸਿੰਘ ਹੋਰਾਂ ਦਾ ਮਿਊਜ਼ਿਕ ਸੀ। ਅੱਜ ਕੱਲ੍ਹ ਬੜਾ ਵੱਡਾ ਨਾਮ ਆ ਬਰਦਨ, ਜਿਨ੍ਹਾਂ ਨੇ ਇਹਦੀ ਫੋਟੋਗ੍ਰਾਫੀ, ਯਾਨੀ ਅੱਜ ਕੱਲ੍ਹ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ DOP, ਕੈਮਰਾਮੈਨ ਸਨ ਜੀ। ਹਾਂ, ਔਰ ਹੀਰੋਇਨ ਮੇਰੇ ਨਾਲ ਉਹਦੇ 'ਚ ਟੀਨਾ ਕਈ ਨੇ ਕਿਰਦਾਰ ਕੀਤਾ ਸੀਗਾ, ਅਤੇ ਨਾਲ ਸਾਈਡ ਦੇ ਉੱਤੇ ਵਰਿੰਦਰ ਜੀ, ਅਤੇ ਨਾਲ ਜੀਤੂ ਬੇਦੀ, ਅਤੇ ਹੋਰ ਵੀ ਸਾਡੇ SP ਭਾਜੀ ਸੁਰਿੰਦਰ ਰਿਹਾਲ, ਜਿਨ੍ਹਾਂ ਨੇ ਉਹਦੇ 'ਚ ਕੰਮ ਕੀਤਾ। ਤੁਸੀਂ ਨਸੀਬੋ ਦੀ ਗੱਲ ਕਰਦੇ, ਉਹਦੇ 'ਚ ਵਿਲਨ ਦਾ ਰੋਲ ਉਹਨਾਂ ਦਾ ਮੇਨ। ਅਤੇ ਉਹ ਅੱਜ ਕੱਲ੍ਹ ਤਾਂ ਬੜੇ ਅੱਛੇ ਡਾਇਰੈਕਟਰ ਨੇ, ਉਹਨਾਂ ਨੇ ਪੇਂਡੂ ਫਿਲਮ ਬਣਾਈ ਅਸੀਂ ਪੇਂਡੂ, ਅਤੇ ਐਜ਼ ਏ ਡਾਇਰੈਕਟਰ, ਅਤੇ ਹੋਰ ਵੀ ਬੜੀਆਂ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ। ਅਤੇ ਉਹ ਫਿਲਮ ਤੋਂ ਬਾਅਦ ਕੀ ਆ ਕਿ ਇੱਕ ਮੈਨੂੰ ਇੱਕ ਛੋਟਾ ਜਿਹਾ ਕਿਰਦਾਰ ਨਿਭਾਉਣ ਦਾ ਪਿਆ, ਡੈਕੋਇਟ, ਡਾਕੂ। ਯਥਾਰਥ ਦੇ ਵਿੱਚ ਅਸੀਂ ਹੁਣ ਕੋਈ ਸਹਿਤ ਨਾਲ ਜੁੜੇ ਹਾਂ, ਯਥਾਰਥ 'ਚ ਪੰਜਾਬੀ ਡਾਕੂ ਡੂਕੂ ਨਹੀਂ ਹੈਗੇ, ਲੇਕਿਨ ਉਹ ਮਨੋਰੰਜਨ ਵਾਸਤੇ ਫਿਲਮ ਜਦੋਂ ਬਣਾਈ ਜਾਂਦੀ ਸੀਗੀ, ਤਾਂ ਉਦੋਂ ਜਤਿੰਦਰ ਐਕਟਰ ਨੇ, ਉਹਨਾਂ ਦੇ ਜੀਜਾ ਜੀ VK ਸੋਭਤੀ, ਉਹਨਾਂ ਨੇ ਪਹਿਲੀ ਪੰਜਾਬੀ ਸਿਨੇਮਾਸਕੋਪ ਫਿਲਮ ਬਣਾਈ। ਪਹਿਲਾਂ ਉਹਦਾ ਨਾਂ ਹੰਕਾਰ ਰੱਖਿਆ, ਫਿਰ ਫਿਲਮ ਕਮਰਸ਼ੀਅਲ ਐਂਗਲ ਨਾਲ ਚਲਾਉਣ ਵਾਸਤੇ ਵੈਰੀ ਜੱਟ ਦੇ ਨਾਂ ਦੇ ਉੱਤੇ। ਅਤੇ ਉਹਦੇ 'ਚ ਇੱਕ ਡਾਕੂਆਂ ਦੀ ਟੋਲੀ ਹੁੰਦੀ ਹੈ, ਅਤੇ ਚਲੋ ਉਹਨਾਂ 'ਚ ਇੱਕ ਡਾਕੂ ਮੈਨੂੰ ਵੀ ਬਣਾ ਛੱਡਿਆ। ਹਾਲਾਂਕਿ ਮੇਰਾ ਜਿਹੜੀ ਪਹਿਲੀ ਫਿਲਮਾਂ ਦੇ ਵਿੱਚ ਪੰਜਾਬੀ ਫਿਲਮਾਂ ਨਾਲ ਜੁੜਨ ਦਾ, ਉਹ ਬਤੌਰ ਭੰਗੜਾ ਕਲਾਕਾਰ। ਉਹਦੇ 'ਚ ਪ੍ਰੇਮ ਨਾਥ ਜੀ ਅਤੇ ਕਾਮਨੀ ਕੌਸ਼ਲ ਹੋਰਾਂ ਦੀ ਇੱਕ ਫਿਲਮ ਸੀਗੀ ਸਤਿ ਸ੍ਰੀ ਅਕਾਲ, ਉਹਦੇ 'ਚ ਇਤਫਾਕ ਹੋਇਆ ਭੰਗੜਾ ਪਾਉਣ ਦਾ।
ਇੱਕ ਫਿਲਮ ਹੋਰ ਸੀ ਜੱਟ ਪੰਜਾਬੀ, ਜਿਹਦੇ ਵਿੱਚ ਮਨੋਜ ਕੁਮਾਰ ਉਹਨਾਂ ਦੀ ਗੈਸਟ ਅਪੀਅਰੈਂਸ ਸੀਗੀ, ਤੇ ਉਹਦੇ ਵਿੱਚ ਸਤੀਸ਼ ਕੌਲ, ਰਜ਼ਾ ਮੁਰਾਦ, ਭਾਵਨਾ ਭੱਟ, ਉਹਨਾਂ ਨਾਲ ਇੱਕ ਭੰਗੜੇ ਦਾ ਗੀਤ ਸੀਗਾ। ਲੇਕਿਨ ਉਸ ਤੋਂ ਵੀ ਪਹਿਲਾਂ ਇੱਕ ਜਗਜੀਤ ਸਿੱਧੂ, ਜਗਜੀਤ ਚੂੜਚੱਕ ਦੇ ਨਾਂ ਦੇ ਉੱਤੇ ਸੀ ਕਲਾਕਾਰ, ਤੇ ਉਹਨਾਂ ਨੇ ਫਿਲਮ ਬਣਾਈ ਸੀਗੀ ਮਾਹੀ ਮੁੰਡਾ, ਤੇ ਉਹਦੇ 'ਚ ਹੀਰੋ ਤਾਂ ਸੀਗੇ ਬਲਦੇਵ ਖੋਸਾ ਜੀ, ਹੀਰੋਇਨ ਸੀਗੇ ਰੀਤਾ ਭਾਦਰੀ, ਤੇ ਨਰਿੰਦਰ ਨਾਥ ਵੀ ਸੀਗੇ ਉਹਦੇ 'ਚ ਵਿਲਨ ਦੇ ਰੋਲ 'ਚ। ਤਾਂ ਉਹਦੇ ਵਿੱਚ ਵੀ ਇੱਕ ਇਤਫਾਕ ਹੋਇਆ ਮੈਨੂੰ ਭੰਗੜੇ ਦਾ ਪਹਿਲੀ ਵਾਰੀ, ਤੇ ਮੈਨੂੰ ਯਾਦ ਹੈ ਪਹਿਲੀ ਵਾਰੀ ਜਦੋਂ ਮੈਂ ਭੰਗੜੇ ਦੇ ਵਿੱਚ, ਫਿਲਮੀ ਭੰਗੜੇ ਦੇ ਵਿੱਚ ਕੰਮ ਕਰਦਾ, ਤਾਂ ਉਹਦੇ 'ਚ ਬੋਲ ਮੈਨੂੰ ਯਾਦ ਨੇ ਕਿ ਮੁੰਡਾ ਜੰਮੂਗਾ ਦਹੀਂ ਦੇ ਫੁੱਟ ਵਰਗਾ, ਨਹੀਂ ਕੱਚਾ ਦੁੱਧ ਪੀਣ ਵਾਲੀਏ। ਤਾਂ ਇਹ ਉਹਦੇ ਬੋਲ ਸੀਗੇ ਉਦੋਂ। ਤੇ ਲੇਕਿਨ ਉਸ ਤੋਂ ਬਾਅਦ ਫਿਰ ਬਾਕਾਇਦਾ ਕੁਝ ਕਰੈਕਟਰਸ ਵੀ ਫਿਲਮਾਂ ਦੇ ਵਿੱਚ ਮੈਨੂੰ ਨਿਭਾਉਣ ਦਾ ਇਤਫਾਕ ਹੋਇਆ। ਇਸ ਕਰਕੇ ਕਿ ਮੈਂ, ਕਿਉਂਕਿ ਪਹਿਲਾਂ ਮਿਨਿਸਟਰੀ ਆਫ ਲੇਬਰ ਗਵਰਨਮੈਂਟ ਆਫ ਇੰਡੀਆ 'ਚ ਬਤੌਰ ਇਨਵੈਸਟੀਗੇਟਰ ਕੰਮ ਕਰ ਰਿਹਾ ਸੀ, ਲੇਬਰ ਬਿਊਰੋ 'ਚ। ਉੱਥੇ 15 ਸਾਲ ਮੈਂ ਸੇਵਾ ਨਿਭਾਈ। ਫਿਰ ਮੈਂ ਡੈਪੂਟੇਸ਼ਨ ਲੈ ਲਿਆ ਪੰਜਾਬ ਗਵਰਨਮੈਂਟ ਦੇ ਵਿੱਚ, ਲੈਂਗੁਏਜ ਡਿਪਾਰਟਮੈਂਟ, ਭਾਸ਼ਾ ਵਿਭਾਗ ਦੇ ਵਿੱਚ। ਤਾਂ ਉੱਥੋਂ ਮੈਂ ਫਿਰ ਸੇਵਾ ਨਿਵਰਤ ਹੋਇਆ, ਰਿਟਾਇਰ ਹੋਇਆ ਅਸਿਸਟੈਂਟ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਤੋਂ। ਫਿਰ ਮੈਂ ਡਾਇਰੈਕਟਰ 1.5 ਸਾਲ ਇੱਥੇ ਜੋਬ ਕੀਤੀ ਐਜ਼ ਡਾਇਰੈਕਟਰ ਟੈਗੋਰ ਥੀਏਟਰ ਸੁਸਾਇਟੀ। ਅਤੇ ਫਿਰ ਮੈਂ ਰਿਟਾਇਰਮੈਂਟ ਤੋਂ ਬਾਅਦ ਹੀ ਐਜ਼ ਸੈਕਰੇਟਰੀ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ 3-4 ਸਾਲ ਲਾਏ। ਅਤੇ ਅੱਜ ਕੱਲ੍ਹ ਮੈਂ ਆਪਣੀ ਸੇਵਾ ਨਿਭਾ ਰਿਹਾ ਬਤੌਰ ਵਾਈਸ ਚੇਅਰਮੈਨ, ਜਦੋਂ ਦੱਸਿਆ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ। ਲੇਕਿਨ ਇਹ ਸਾਰਿਆਂ ਦੇ ਨਾਲ ਨਾਲ ਬੜਾ ਥੋੜ੍ਹਾ ਸਮਾਂ ਬਚਦਾ ਸੀਗਾ ਫਿਲਮਾਂ ਵਾਸਤੇ, ਵਿੱਚ ਥੀਏਟਰ ਵੀ ਕਰਨਾ। ਥੀਏਟਰ ਦੇ ਵਿੱਚ ਫਿਰ ਭੰਗੜੇ ਤੁਸੀਂ ਜ਼ਿਕਰ ਕੀਤਾ, ਭੰਗੜੇ 'ਚ ਅਸੀਂ ਇੱਥੇ ਵਰਕਸ਼ਾਪ ਲਾਈ ਸੀਗੀ ਸਿਪਾ ਵੱਲੋਂ, ਸ਼ਾਮ ਜਨੇਜਾ ਜੀ ਲੇਟ ਸੁਰਗਵਾਸੀ, ਤਾਂ ਉਹਨਾਂ ਦੀ ਸੰਸਥਾ ਵੱਲੋਂ। ਉਹਦੇ 'ਚ ਅਸੀਂ ਦੁਨੀਆ ਭਰ ਦੇ ਜਿਹੜੇ ਥੀਏਟਰ ਦੇ ਕਲਾਕਾਰ, ਗੋਰੇ ਗੋਰੀਆਂ, ਭੂਰੇ ਕਾਲੇ, ਉਹ ਸਾਰੇ ਅਲੱਗ-ਅਲੱਗ ਮੁਲਕਾਂ ਤੋਂ ਆਏ, ਤਾਂ ਉਹਨਾਂ ਨੂੰ ਪੰਜਾਬ ਦੇ ਲੋਕ ਨਾਚ ਅਸੀਂ ਸਿਖਾਏ। ਗੱਤਕਾ, ਹਾਂਜੀ ਗੱਤਕਾ ਤਾਂ ਸਰਦਾਰ ਗੁਰਪ੍ਰੀਤ ਸਿੰਘ ਖਾਲਸਾ ਜੀ ਨੇ ਸਿਖਾਇਆ, ਲੇਕਿਨ ਭੰਗੜਾ ਮੇਰੇ ਜ਼ਿੰਮੇ ਸੀਗਾ, ਅਤੇ ਗਿੱਧਾ। ਅਤੇ ਅਸੀਂ ਫਿਰ ਜਦੋਂ ਉਹਨੂੰ ਗੋਰਿਆਂ ਨੂੰ ਸਿਖਾਉਂਦੇ ਸੀਗੇ ਨਾ, ਉਹਨਾਂ ਦੀ ਮੈਂ ਡੈਡੀਕੇਸ਼ਨ ਬੜੀ ਵੇਖੀ। ਇੱਕ ਤਾਂ ਪਹਿਲਾਂ ਉਹਨਾਂ ਦੀਆਂ ਸਿਗਰਟਾਂ ਬੀੜੀਆਂ ਅਤੇ ਸ਼ਰਾਬ ਹਟਾਈ। ਮੈਂ ਕਿਹਾ ਵੀ ਜੇ ਤੁਸੀਂ ਸਾਡੇ ਕਿਸੇ ਕਲਚਰਲ ਈਵੈਂਟ ਨੂੰ ਹੱਥ ਲਾਉਣਾ ਤਾਂ ਇਹ ਚੀਜ਼ਾਂ ਬਾਹਰ ਰੱਖੋ, ਤੁਹਾਨੂੰ ਸਟੈਮਨਾ ਚਾਹੀਦਾ। ਸਟੈਮਨਾ ਤਾਂ ਬਣੂਗਾ ਤੁਸੀਂ ਬਿਲਕੁਲ ਦੌੜੋਗੇ, ਭੱਜੋਗੇ, ਪੱਟਾਂ ਦੇ ਜ਼ੋਰ ਦੇ ਨਾਲ ਭੰਗੜਾ ਤੁਹਾਡਾ ਪੈਣਾ। ਅਤੇ ਤੁਸੀਂ ਇਹਨਾਂ ਨੂੰ, ਉਹਨਾਂ ਨੇ ਉਹ ਗੱਲਾਂ ਮੰਨੀਆਂ ਸਾਰੀਆਂ। ਫਿਰ ਮੈਂ ਤੁਸੀਂ ਪੱਗ ਵੀ ਬੰਨ੍ਹਣੀ ਜਦੋਂ ਪਰਫੋਰਮ ਕਰਨੀ ਆ, ਅਤੇ ਭੰਗੜਾ ਤਾਂ ਇਸ ਕਰਕੇ ਸਿਗਰਟਾਂ ਦੇ ਪਾਸੇ ਹੀ ਰਹੋ ਤੁਸੀਂ। ਅਤੇ ਉਹਨਾਂ ਨੇ ਉੱਦਾਂ ਹੀ ਕੀਤਾ, ਪਰ ਉਹਨਾਂ ਨੇ ਡੈਡੀਕੇਸ਼ਨ ਵੇਖੀ ਵੀ। ਉਹਨਾਂ ਨੇ ਆਪਣੇ ਕੱਪੜੇ ਲੱਤੇ ਨਹੀਂ ਵੇਖੇ, ਜਿੱਦਾਂ ਥੱਲੇ ਕਰ ਲੈਣਾ। ਉਦੋਂ ਸਾਡੇ ਇੰਡੀਵਿਜੂਅਲ ਆਈਟਮ ਵੀ ਹੁੰਦੇ ਸੀਗੇ, ਇੰਡੀਵਿਜੂਅਲ ਆਈਟਮ ਉਹਨਾਂ ਥੱਲੇ ਬੈਠ ਕੇ, ਲਿਟ ਕੇ, ਕਦੇ ਬੋਲ ਕੇ, ਜੋ ਅੱਛਾ ਉਹਨਾਂ ਨੇ ਕੋਸ਼ਿਸ਼ ਕਰਨੀ ਵੀ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ। ਉਹ ਸਾਡੇ ਦੇ ਲਫ਼ਜ਼ ਪੰਜਾਬੀ ਦੇ ਸੀਗੇ, ਅਤੇ ਉਹਨਾਂ ਨੂੰ ਵਿਚਾਰਿਆਂ ਨੂੰ ਮੁਸ਼ਕਿਲ ਆਉਂਦੀ ਸੀ ਪ੍ਰੋਨਾਂਸੀਏਸ਼ਨ ਦਿੱਕਤ ਦੇ ਵਿੱਚ। ਅਤੇ ਜਿੱਦਾਂ ਅਸੀਂ ਨਾ ਬੋਲੋ ਹੜੀਪਾ, ਅੱਛਾ ਉਹਨਾਂ ਨੇ ਕੋਸ਼ਿਸ਼ ਕਰਨੀ ਹੜੀਪਾ ਬੋਲਣ ਦੀ, ਔਰ ਉਹਨਾਂ ਦੀ ਲੈਂਗੁਏਜ ਇੱਦਾਂ ਉਹ ਰਾੜਾ ਬੋਲਦੇ ਨਹੀਂ ਗੇ, ਤਾਂ ਉਹਨਾਂ ਆਪਣਾ ਹਰੀਪਾ ਉਹਦਾ ਕਰਨਾ ਹੈ। ਅਤੇ ਉਹ ਫਿਰ ਇੱਦਾਂ ਜੀ ਬੜੀ ਤੁਹਾਨੂੰ ਇੰਟਰਸਟਿੰਗ ਦੱਸੀਏ ਕਿ ਸਾਡੀ ਦਸਤਾਰ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਆ। ਅਤੇ ਇਹਦੇ ਬਾਰੇ ਕੀ ਕਈ ਵਾਰੀ ਫਿਲਮਾਂ ਦੇ ਵਿੱਚ ਹੋ ਜਾਂਦਾ। ਉਹ ਜਿਹੜੀ ਫਿਲਮਾਂ ਚਮਤਕਾਰ ਦੀ ਗੱਲ ਕੀਤਾ ਵੀ, ਉਹਦੇ ਇੱਕ ਸੀਨ ਲੈਣਾ ਸੀਗਾ ਟੀਨਾ ਕਈ ਦੇ ਨਾਲ। ਅਸੀਂ ਮਤਲਬ ਗੱਭਰੂ ਅਤੇ ਮੁਟਿਆਰ, ਅਤੇ ਉਹਨਾਂ ਦੀ ਵਿਆਹ ਹੁੰਦਾ, ਅਤੇ ਡਾਇਰੈਕਟਰ ਨੇ ਕਿਤੇ ਲੋਕੇਸ਼ਨ ਰੱਖ ਲਈ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ। ਅਤੇ ਉਹ ਅਸੀਂ ਜਦੋਂ ਉੱਥੇ ਫਿਲਮਾਉਣ ਗਏ ਗੁਰਦੁਆਰਾ ਸਾਹਿਬ, ਅਤੇ ਉਹ ਜਿਹੜੇ ਜਥੇਦਾਰ ਸੀ ਉਦੋਂ ਦੇ, ਉਹ ਬਿਲਕੁਲ ਮਰਿਆਦਾ ਦੇ ਹਿਸਾਬ ਨਾਲ ਬਿਲਕੁਲ ਠੀਕ ਸੀ। ਉਹ ਕਹਿੰਦੇ ਵੀ ਜੇ ਇਹਨਾਂ ਨੇ ਇੱਥੇ ਵਿਆਹ ਕੀਤਾ, ਲਾਵਾਂ ਫੇਰੇ ਲਏ, ਤਾਂ ਫਿਰ ਪੱਕੇ ਹੀ ਲੈਣੇ ਪੈਣੇ ਆ, ਵੀ ਫਿਰ ਇਹ ਨਹੀਂ ਵੀ ਤਾਂ ਛੱਡ ਜਾਣਗੇ। ਹਾਂ ਵੀ ਅਸੀਂ ਨਕਲ ਨਹੀਂ ਗੁਰਦੁਆਰਾ ਸਾਹਿਬ 'ਚ ਇੱਦਾਂ ਦੀ ਹੋਣ ਦਿੰਦੇ। ਔਰ ਵੀ ਫਿਰ ਕੀ ਉਹ ਮੈਂ ਦੱਸਾਂ ਕੀ ਆ, ਮੈਂ ਤੁਹਾਨੂੰ ਦੱਸਾਂ ਬੜੀ ਜੌਲੀ ਖੁਸ਼ ਤਬੀਅਤ ਦੀ ਸੀਗੀ। ਅਤੇ ਉਹ ਮੈਨੂੰ ਕਹਿੰਦੀ ਬਲਕਾਰ ਜੀ ਦੇਖ ਲਓ, ਮੈਂ ਤਾਂ ਖੱਟ ਜਾਊਂਗੀ, ਮੈਂ ਖੱਟ ਜਾਊਂਗੀ। ਨਹੀਂ ਮੈਂ ਕਿਹਾ ਨਹੀਂ ਰਾਜੇ ਤੂੰ ਠੀਕ ਹੈ, ਤੁਸੀਂ ਆਪਣੀ ਥਾਂ ਦੇ ਉੱਤੇ, ਮੈਂ ਆਪਣੀ ਥਾਂ 'ਤੇ, ਲੇਕਿਨ ਇਹ ਇੱਦਾਂ ਨਹੀਂ। ਆਈ ਵਾਜ਼ ਆਲਰੇਡੀ ਮੈਰਿਡ ਉਦੋਂ, ਅਤੇ ਮੇਰਾ ਵਿਆਹ ਹੋਇਆ ਸੀਗਾ। ਨਹੀਂ ਮੈਨੂੰ ਕੋਈ ਅਫਸੋਸ ਨਹੀਂ ਗਾ। ਅਤੇ ਉਹਦਾ ਕੰਮ ਹੈ ਨਾ, ਕੰਮ 'ਚ ਤਾਂ ਅਸੀਂ ਕਈ ਰਿਸ਼ਤੇ ਬਣਨੇ ਕਰਨੇ ਹੁੰਦੇ ਆ। ਹਾਂ ਹਾਂ, ਅਤੇ
ਉਹ ਫਿਰ ਉਹਦਾ ਅਸੀਂ ਉਹਨਾਂ ਨੇ ਹੁਣ ਫਿਲਮ ਵਾਲੇ ਬੜੇ ਚਲਾਕ ਹੁੰਦੇ ਆ, ਉਹ ਚੀਟਿੰਗ ਲਫ਼ਜ਼ ਜਿਹੜਾ ਨਾ ਉਹ ਮਤਲਬ ਉਹ ਇਸਤੇਮਾਲ ਕਰ ਲੈਂਦੇ ਆ। ਉਹਨਾਂ ਨੇ ਕੇਸਗੜ੍ਹ ਸਾਹਿਬ ਤੋਂ ਆਉਂਦੇ ਦਿਖਾਤੇ ਸਿਹਰਾ ਲੱਗਾ ਤੇ ਵੀ ਕੁੜੀ ਨੂੰ ਵਿਆਹਣ ਤੋਂ ਬਾਅਦ ਲੈ ਆ ਰਿਹਾ ਥੱਲੇ ਉਤਰਿਆ। ਹਾਂ, ਤੇ ਜਿਹੜਾ ਲਾਵਾਂ ਫੇਰੇ ਵਾਲਾ ਸੀਨ ਆ ਉਹ ਉੱਥੇ ਲਾਗੇ ਨੰਗਲ ਗੁਰਦੁਆਰਾ ਸਾਹਿਬ ਨੇ ਫਿਲਮਾ ਲਿਆ। ਤੇ ਹੁਣ ਗੁਰਦੁਆਰੇ ਅੰਦਰੋਂ ਤਾਂ ਇੱਕੋ ਜਿਹੇ ਹੁੰਦੇ ਆ, ਤੇ ਉਹ ਕੀ ਪਤਾ ਲੱਗਦਾ ਵੀ ਕਿਹੜਾ ਗੁਰਦੁਆਰਾ ਸੀ। ਤੇ ਸੋ ਇਹ ਚਲੋ, ਲੇਕਿਨ ਗੱਲ ਆ ਵੀ ਇਸ ਰੂਪ ਕਰਕੇ ਬੜੇ ਐਕਟਰਾਂ ਨੂੰ ਕੰਮ ਮਿਲਿਆ, ਸਿੱਖੀ ਸਰੂਪ ਕਰਕੇ ਕਹਿ ਲਈਏ। ਜਿੱਦਾਂ ਹੁਣ ਬੀ ਐਨ ਸ਼ਰਮਾ ਤੁਸੀਂ ਵੇਖਦੇ ਹੋ ਫਿਲਮਾਂ ਦੇ ਵਿੱਚ, ਤੇ ਸ਼ਰਮਾ ਜੀ ਨੂੰ ਆਮ ਤੌਰ ਦੇ ਉੱਤੇ ਸਰਦਾਰ ਦੇ ਰੋਲ 'ਚ ਮੈਨੂੰ ਵੀ ਕਿਉਂਕਿ ਜਿਹੜਾ ਤੁਹਾਡਾ ਵਾਲਾ ਰੂਪ ਆ, ਇਸ ਰੂਪ ਦਾ ਕੰਪੀਟੀਸ਼ਨ ਬੜਾ, ਮੁਕਾਬਲਾ ਬੜਾ, ਬੰਬੇ ਸਾਰੇ ਇੰਡੀਆ ਦੇ ਵਿੱਚ, ਵਰਲਡ ਦੇ ਵਿੱਚ ਹੀ। ਲੇਕਿਨ ਪੱਗ ਵਾਲੇ, ਕੇਸ ਦਾੜੀ ਵਾਲੇ ਤਾਂ ਬੜੇ ਘੱਟ ਨੇ, ਮੁਕਾਬਲਾ ਘੱਟ ਆ ਕਲਾਕਾਰਾਂ ਦਾ, ਤੇ ਉਹਦੇ 'ਚ ਫਿਰ ਤੁਹਾਨੂੰ ਕੰਮ ਕਈ ਵਾਰੀ ਮਿਲ ਜਾਂਦਾ। ਮੈਨੂੰ ਤਾਂ ਇਸੇ ਤਰ੍ਹਾਂ, ਮੈਂ ਤਾਂ ਬੜਾ ਖੱਟਿਆ ਇਸ ਰੂਪ ਨਾਲ। ਤੇ ਇਹ ਫਿਲਮ 'ਚ ਨਹੀਂ, ਹੋਰ ਫਿਲਮਾਂ, ਇੱਕ ਹਿੰਦੀ ਫਿਲਮ ਸੀਗੀ ਅਮੀਸ਼ਾ ਪਟੇਲ ਹੋਰਾਂ ਦੀ ਹੋਮ ਪ੍ਰੋਡਕਸ਼ਨ, ਹਿੰਦੇਸੀ ਮੈਜਿਕ, ਤੇ ਉਹਦੇ 'ਚ ਵੀ ਕਈ ਰੰਗ ਬਰੰਗੀਆਂ ਇੱਥੇ ਲੜਾਂ ਵਾਲੀਆਂ ਪੱਗਾਂ ਦਾ ਕਮੇਡੀ ਰੋਲ ਹੈਗਾ, ਤੇ ਉਹਦਾ ਮੈਂ ਸਹੁਰਾ ਬਣਦਾ ਵਾਂ ਅਮੀਸ਼ਾ ਪਟੇਲ ਦਾ, ਤੇ ਉਹ ਇੱਦਾਂ ਹੀ ਰੋਲ ਮਿਲਿਆ। ਇੱਕ ਡੈਡ ਕੀ ਮਰੂਤੀ ਦੇ ਵਿੱਚ ਵੀ ਹਾਂ, ਮੇਰੀ ਡੈਡ ਕੀ ਮਰੂਤੀ, ਉਹ ਸਰਦਾਰ ਕਰਕੇ ਪੰਜਾਬੀ, ਪਰ ਮੈਨੂੰ ਇਹ ਸਮਝ ਲੱਗੀ ਵੀ ਉਹ ਮੈਨੂੰ ਮੈਂ ਆਈ ਐਮ ਟੀ ਟੋਟਲਰ, ਮੈਂ ਕਿਹਾ ਦਾਰੂ ਨਹੀਂ ਪੀਤੀ। ਲੇਕਿਨ ਉਹ ਉੱਥੇ ਉਹਨਾਂ ਬੰਬੇ ਵਾਲਿਆਂ ਨੂੰ ਪਤਾ ਨਹੀਂ ਕਿਉਂ ਆ, ਉਹ ਯਸ਼ਰਾਜ ਫਿਲਮਜ਼ ਵਾਲਿਆਂ ਦੀ ਫਿਲਮ ਸੀਗੀ ਫਿਲਮ ਅਮੀਸ਼ਾ, ਉਹਦੇ 'ਚ ਆਸ਼ਿਮਾ ਛਿੱਬੜ ਦੇ ਡਾਇਰੈਕਟਰ ਸਨ, ਤੇ ਉਹ ਮੈਨੂੰ ਕਹਿੰਦੇ ਵੀ ਸਾਨੂੰ ਪੰਜਾਬੀ ਚਾਹੀਦਾ ਖਾਣ ਪੀਣ ਵਾਲਾ, ਤੇ ਦਾਰੂ ਬਹੁਤ ਪੀਂਦਾ, ਸ਼ਰਾਬੀ ਹੋਵੇ। ਉਹ ਮੈਂ ਕਿਹਾ ਯਾਰ ਮੈਂ ਕਦੇ ਪੀਤੀ ਨਹੀਂ ਗੀ, ਪਰ ਉੱਥੇ ਮੈਨੂੰ ਥੀਏਟਰ ਕੰਮ ਆਇਆ। ਉਸ ਫਿਲਮ 'ਚ ਰਾਮ ਕਪੂਰ ਦੇ ਨਾਲ ਮੇਰੇ ਕੁਛ ਸੀਨ ਨੇ, ਦਾਰੂ ਦੂਰੂ ਪੀਂਦੇ ਆ ਤੇ ਗੱਲਬਾਤ ਕਰਦੇ ਆ, ਤੇ ਹੋਰ ਵੀ ਬਾਕੀ ਐਕਟਰਾਂ ਨਾਲ। ਤੇ ਲੇਕਿਨ ਜਿਹੜੀ ਮੈਂ ਪਰ ਫਿਰ ਵੀ ਮੈਨੂੰ ਬੜਾ ਲੱਗਾ ਵੀ ਯਾਰ ਇਹ ਹੁਣ ਕਹਿੰਦੇ ਆ, ਤੇ ਚਲੋ ਮੈਂ ਕਦੇ ਸ਼ਰਾਬ ਪੀਤੀ ਨਹੀਂ। ਤੇ ਉਹ ਫਿਰ ਥੀਏਟਰ ਅਸੀਂ ਕਿਉਂਕਿ ਰੰਗਮੰਚ ਕਰਦੇ, ਤੇ ਉੱਥੇ ਅਸੀਂ ਸ਼ਰਾਬੀ, ਹੁਣ ਸਾਡੇ ਘਰਾਂ 'ਚ ਤਾਂ ਸ਼ਰਾਬ ਵੀ ਹੁੰਦੇ ਹੀ ਆ, ਕੋਈ ਰਿਸ਼ਤੇਦਾਰ ਕੋਈ ਲੈਣਾ ਦੇਣਾ, ਤੇ ਉਹਨਾਂ ਦੀ ਸੇਵਾ ਵੀ ਕਰਦੇ ਰਹੀਦਾ। ਤੇ ਇਸ ਕਰਕੇ ਫਿਰ ਉਹ ਮਾੜਾ ਮੋਟਾ ਸਰੂਰ ਜਿਹਾ ਵਾਲੀ ਐਕਟਿੰਗ ਹੀ ਕਰਨੀ, ਉਹ ਬੰਦਾ ਕਰ ਹੀ ਲੈਂਦਾ। ਇੱਦਾਂ ਹੀ ਇਹਨਾਂ ਦੀ ਇੱਕ ਫਿਲਮ ਸੀਗੀ ਰਿਸ਼ੀ ਕਪੂਰ ਹੋਰਾਂ ਦੀ, ਹੁਣ ਮੈਨੂੰ ਪਤਾ ਨਹੀਂ ਉਹਨਾਂ ਦਾ ਸਟੇਟਸ ਕੀ ਬਣਨਾ, ਕਿਉਂਕਿ ਉਹ ਤਾਂ ਵਿਚਾਰੇ ਉਹਨਾਂ ਦੇ ਗੁਜ਼ਰ ਗਏ ਨੇ ਉਹ, ਤੇ ਆਈ ਬੜਾ ਕੋਟਾਜ ਤੋਂ, ਤਾਂ ਉਹਦੇ 'ਚ ਇੱਕ ਪੰਜਾਬ ਦਾ ਕਰਪਟ ਮਿਨਿਸਟਰ ਦਾ ਕਰੈਕਟਰ ਹੈ, ਯਾਨੀ ਉਹ ਕਿਰਦਾਰ ਹੈਗਾ ਇੱਕ ਭ੍ਰਿਸ਼ਟ ਮੰਤਰੀ। ਤੇ ਵੀ ਸਰ ਉੱਦਾਂ ਹੀ ਹੋਣਾ ਕਿ ਤੁਸੀਂ ਖੁਦ ਤੇ ਮੰਤਰੀ ਰਹੇ ਨਹੀਂ, ਪਰ ਤੁਸੀਂ ਮੰਤਰੀ ਦੇਖੇ ਬਹੁਤ। ਉਹ ਵੀ ਜਿੱਦਾਂ ਦਾ ਕੈਰੈਕਟਰ ਦੀ ਗੱਲ ਹੁੰਦੀ ਹੈ। ਨਹੀਂ, ਮੰਤਰੀ ਪੰਜਾਬ ਦੇ ਲਈ ਤਾਂ ਆਮ ਗੱਲ ਹੈ। ਹਾਂ, ਨਹੀਂ ਬਿਲਕੁਲ, ਦੇਖੋ ਚੰਗੇ ਮੰਤਰੀ ਵੀ ਨੇ, ਮਾੜੇ ਵੀ ਨੇ, ਹਰ ਤਰ੍ਹਾਂ ਦੇ ਨੇ। ਸਮਾਜ ਦੇ ਵਿੱਚ ਹਰ ਵਰਗ ਦੇ ਵਿੱਚ ਚੰਗੇ ਮਾੜੇ ਲੋਕ ਹੈਗੇ ਨੇ, ਕਿਸੇ ਸਟੇਟਸ ਚਲੇ ਜਾਓ। ਤੇ ਉਹ ਅਸੀਂ ਤਾਂ ਅਦਾਕਾਰੀ ਕਰਨੀ ਹੁੰਦੀ, ਐਕਟਿੰਗ ਕਰਨੀ ਹੁੰਦੀ ਹੈ ਵੀ ਉਹ ਕਰਪਟ, ਉਹਦੀ ਗੱਲਬਾਤ ਤੋਂ ਲੱਗੇ ਵੀ ਇਹ ਬੰਦਾ ਕਰਪਟ ਹੈ। ਤੇ ਉਹ ਕਿਰਦਾਰ ਉਹਨਾਂ ਨੇ ਨਿਭਾਇਆ, ਪਰ ਫਿਲਮ ਹਾਲੇ ਪਤਾ ਨਹੀਂ ਕਿਉਂ। ਇੱਦਾਂ ਹੀ ਤਨੂੰ ਵੈਡਸ ਮਨੂ ਦਾ, ਹਾਂ ਮੈਂ ਦੱਸਾਂ ਤੁਹਾਨੂੰ ਕੀ ਆ, ਇਹ ਬੰਬੇ ਵਾਲੇ ਕੀ ਆਪਣੇ ਐਕਟਰ ਨੇ ਮੇਨ ਤਾਂ ਜਿਹੜੇ ਆ ਉਹ ਕਾਸਟ ਕੀਤੀ ਹੁੰਦੀ ਆ, ਇੱਥੋਂ ਆਨਲਾਈਨ ਪ੍ਰੋਡਿਊਸਰ ਦੇ ਜ਼ਰੀਏ ਸਪੋਰਟਿੰਗ ਐਕਟਰ ਲੈਂਦੇ ਆ, ਜਿਹੜੀ ਉਹਨਾਂ ਨੂੰ ਮਾਹੌਲ ਬਣਨਾ ਹੋਵੇ। ਤਨੂੰ ਵੈਡਸ ਮਨੂ 'ਚ ਵੀ ਉਹਨਾਂ ਨੂੰ ਮਾਹੌਲ ਚਾਹੀਦਾ ਸੀ ਸ਼ਾਦੀ, ਵਿਆਹ ਸ਼ਾਦੀ ਦਾ, ਵੀ ਉਹ ਪੰਜਾਬੀ ਬੰਦੇ, ਕੋਈ ਭੂਆ ਫੁੱਫੜ ਮਾਮੇ ਚਾਚੇ ਤਾਤੇ, ਜਾਂ ਦੋਸਤ ਮੁੰਡੇ ਦੇ, ਜਾਂ ਕੁੜੀ ਦੀਆਂ ਸਹੇਲੀਆਂ, ਜਾਂ ਮਾਵਾਂ ਚਾਚੀਆਂ ਤਾਈਆਂ, ਅਤੇ ਉਹਦੇ ਲਈ ਫਿਰ ਸਾਨੂੰ ਇੱਥੋਂ ਇਹਨਾਂ ਨੇ ਸਿਲੈਕਟ ਕੀਤਾ। ਅਤੇ ਉਹਦੇ 'ਚ ਫਿਰ ਅਸੀਂ ਚਲੋ ਵਿਆਹ ਸ਼ਾਦੀ 'ਚ ਭੰਗੜੇ ਸ਼ੰਗੜੇ ਵੀ ਪਾ ਲਏ, ਉਹ ਫਿਲਮ ਦੇ ਵਿੱਚ ਜਿੱਦਾਂ ਦਾ ਲੋੜ ਸੀਗੀ, ਤਾਂ ਉਹ ਇੱਦਾਂ ਫਿਲਮ ਹੋ ਗਈ। ਅਤੇ ਇਹਦਾ ਜੱਟ ਜੇਮਸ ਬੌਂਡ ਆ, ਉਹਦੇ 'ਚ ਸਾਡੇ ਬੜੇ ਅੱਛੇ ਡਾਇਰੈਕਟਰ ਵੀ ਨੇ ਔਰ ਐਕਟਰ ਵੀ ਰਹੇ ਨੇ, ਵਿਲਨ ਵੀ ਬੜੇ ਵੈਰਾਈਟੀ ਦੇ ਰੋਲ ਕਰਦੇ ਨੇ। ਰਤਨ ਔਲਖ ਜੀ, ਤਾਂ ਉਹ ਸਾਡੇ ਨਾਲ ਉਹਨਾਂ ਦੀ ਭਰਾਵਾਂ ਵਾਲੀ ਸਾਂਝ ਆ ਤੁਹਾਡੇ ਨੂੰ, ਤਾਂ ਉਹ ਫਿਰ ਉਹਨਾਂ ਨੇ ਮੈਨੂੰ ਸੱਦ ਲਿਆ ਵੀ ਇੱਕ ਕਰੈਕਟਰ ਹੌਲਦਾਰ ਦਾ, ਉਹ ਮੈਥੋਂ ਉਹਨਾਂ ਨੇ ਉਹਦੇ 'ਚ ਕਰਾਇਆ, ਅਤੇ ਜੱਟ ਜੇਮਸ ਬੌਂਡ ਦੇ ਵਿੱਚ। ਅਤੇ ਇੱਦਾਂ ਹੀ ਬਸ ਇੱਦਾਂ ਫਿਲਮ ਸੀਗੀ ਇੱਕ ਸਤਿ ਸ੍ਰੀ ਅਕਾਲ। ਅਤੇ ਇੱਕ ਅੱਛਾ ਬੜੀ ਮਜ਼ੇ ਦੀ ਗੱਲ ਹੈ ਕਿ ਪੁਰਾਣੀ ਜਿਹੜੀ ਸਤਿ ਸ੍ਰੀ ਅਕਾਲ ਦੇ ਵਿੱਚ ਮੈਂ ਸਿਰਫ ਤੁਹਾਨੂੰ ਭੰਗੜੇ ਕਰਕੇ ਆਇਆ ਸੀਗਾ, ਉਹ ਪ੍ਰੇਮ ਨਾਥ ਅਤੇ ਕਾਮਨੀ ਕੌਸ਼ਲ ਦੀ ਸੀ, ਉਸ ਦਾ ਨਾਮ ਵੀ ਸਤਿ ਸ੍ਰੀ ਅਕਾਲ ਸੀ।
ਉਹਦੇ ਵਿੱਚ ਸ਼ਤਰੂਘਨ ਸਿਨਹਾ, ਸੁਨੀਲ ਦੱਤ ਵਗੈਰਾ ਸਾਰੇ ਸੀਗੇ, ਰੀਨਾ ਰਾਏ ਸੀਗੇ। ਤੇ ਇਹ ਫਿਲਮ ਸੀਗੀ ਜਿਹੜੀ ਸਤਿ ਸ੍ਰੀ ਅਕਾਲ, ਇਹ ਬਾਅਦ ਵਿੱਚ ਬਣੀ। ਤਾਂ ਇਹਦੇ ਵਿੱਚ ਫਿਰ ਮੈਨੂੰ ਇੱਕ ਡਾਕਟਰ ਦਾ ਕਿਰਦਾਰ ਉਹਨਾਂ ਨੇ ਦਿੱਤਾ ਤੇ ਉਹ ਮੈਂ ਛੋਟਾ ਜਿਹਾ ਕਿਰਦਾਰ ਉਹਦੇ 'ਚ ਨਿਭਾਇਆ। ਤਾਂ ਇੱਦਾਂ ਹੀ ਕੁਝ ਫਿਲਮਾਂ, ਇੱਕ ਗਨ ਐਂਡ ਗੋਲ ਸੀਗੀ, ਗੁੱਗੂ ਗਿੱਲ ਹੋਰਾਂ ਦੇ ਨਾਲ ਉਹਨਾਂ ਦਾ ਮੈਂ ਦੋਸਤ ਬਣਦਾ, ਵਿਆਹ ਸ਼ਾਦੀ ਤੇ ਜਾਂਦਾ ਹੁਣ। ਤੇ ਇੱਦਾਂ ਕੁਝ ਫਿਲਮਾਂ ਪੰਜਾਬੀ ਦੀਆਂ ਤੇ ਕੁਝ ਹਿੰਦੀ ਦੀਆਂ, ਇੱਦਾਂ ਇਹ ਸਿਲਸਿਲਾ ਚੱਲਦਾ ਰਿਹਾ। ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਸਰ, ਜਿਵੇਂ ਕਿ ਚਲੋ ਪਹਿਲਾਂ ਦੇ ਟਾਈਮ ਦੀ ਗੱਲ ਕਰਦੇ ਹਾਂ, ਜਦੋਂ 80s 90s ਦਾ ਟਾਈਮ ਚੱਲ ਰਿਹਾ ਸੀਗਾ ਪੰਜਾਬੀ ਸਿਨੇਮਾ ਦਾ। 90s ਦੇ ਦੌਰ ਦੇ ਵਿੱਚ ਤੇ ਜ਼ਿਆਦਾ ਫਿਲਮਾਂ ਆਈਆਂ ਹੀ ਨਹੀਂ, ਸੋ 80s ਦੇ ਦੌਰ ਦੇ ਵਿੱਚ ਫਿਰ ਵੀ ਫਿਲਮਾਂ ਆ ਰਹੀਆਂ ਸੀਗੀਆਂ ਔਰ ਉਦੋਂ ਵੀ ਤੁਸੀਂ ਫਿਲਮਾਂ ਕਰਦੇ ਰਹੇ ਹੋ। ਸੋ ਸ਼ਾਇਦ ਤੁਹਾਡੇ ਕੋਲੇ ਤੇ ਫਿਰ ਵੀ ਇੱਦਾਂ ਸੀ ਕਿ ਇੱਕ ਜੌਬ ਚੱਲ ਰਹੀ ਸੀ, ਤੁਸੀਂ ਨਾਲ ਗਵਰਨਮੈਂਟ ਜੌਬ ਦੇ ਉੱਤੇ ਸੀਗੇ, ਸੋ ਇੰਨਾ ਫਰਕ ਨਹੀਂ ਪੈਂਦਾ ਸੀ। ਪਰ ਕੀ ਉਦੋਂ ਜ਼ਿਆਦਾ ਫਿਲਮਾਂ ਦੇ ਵਿੱਚ ਸਿਰਫ ਸਟਾਰਡਮ ਹੀ ਸੀਗਾ ਜਾਂ ਪੈਸਾ ਵੀ ਮਿਲਦਾ ਸੀ? ਮਤਲਬ ਉਸ ਟਾਈਮ ਦੇ ਵਿੱਚ ਬਹੁਤ ਮੇਰੇ ਖਿਆਲ ਨਾਲ ਘੱਟ ਵੇਜਸ ਸੀਗੇ। ਜੀ ਉਦੋਂ ਉਹ ਸਾਡੀ ਜਿਹੜੀ ਉਹ ਵਾਲੀ ਪੀੜ੍ਹੀ ਸੀਗੀ ਨਾ, ਉਹ ਦੌਰ ਸੀਗਾ, ਉਹਦੇ 'ਚ ਇਹ ਸੀਗਾ ਵੀ ਪੰਜਾਬੀ ਲਈ ਕੁਛ ਕਰਨਾ, ਸਾਡੀ ਮਾਂ ਬੋਲੀ ਨੂੰ ਅਮੀਰ ਬਣਾਉਣਾ। ਤੇ ਇਹਦੇ ਲਈ ਜਿਹੜਾ ਵੀ ਫਾਰਮ ਹੈਗਾ, ਭਾਵੇਂ ਉਹ ਰੰਗਮੰਚ ਆ, ਭਾਵੇਂ ਫਿਲਮਾਂ ਆ, ਭਾਵੇਂ ਸਾਹਿਤ ਆ, ਕੁਛ ਵੀ ਆ, ਵੀ ਉਹਦੇ 'ਚ ਤੁਸੀਂ ਕੀ ਯੋਗਦਾਨ ਪਾਉਣਾ। ਮਤਲਬ ਪਹਿਲਾਂ ਇੱਕ ਇੰਡਸਟਰੀ ਦੇ ਵਿੱਚ ਪੈਸਾ ਕਮਾਉਣ ਨਾਲੋਂ ਜ਼ਿਆਦਾ ਕਿਤੇ ਨਾ ਕਿਤੇ ਇਹ ਚੀਜ਼ ਦੇਖਦੇ ਸੀ ਵੀ ਸਾਡਾ ਯੋਗਦਾਨ ਅਸੀਂ ਕੀ ਦੇ ਸਕਦੇ, ਅਸੀਂ ਕੀ ਕੰਟਰੀਬਿਊਟ ਕਰ ਸਕਦੇ ਹਾਂ। ਔਰ ਉਹਦੇ ਵਿੱਚ ਦੇਖੋ, ਨਾ ਤਾਂ ਵੈਨਿਟੀ ਵੈਨਸ ਹੁੰਦੀਆਂ ਸੀਗੀਆਂ, ਨਾ ਕੋਈ ਇੱਦਾਂ ਦਾ ਸੀਗਾ ਧੁੱਪੇ ਆ ਤਾਂ ਗਰਮੀ ਆ ਤੇ ਇੱਦਾਂ, ਲੇਕਿਨ ਆਪਸ 'ਚ ਪਿਆਰ ਇਤਫਾਕ ਬੜਾ ਹੁੰਦਾ ਸੀਗਾ ਵੀ ਆ ਇੱਦਾਂ ਆ। ਸਾਰੇ ਕਲਾਕਾਰਾਂ ਦਾ ਜਿਵੇਂ ਉਹ ਇੱਕ ਦੂਜੇ ਲਈ ਬੜੇ ਹੈਲਪ ਤਾਂ ਹੁਣ ਵੀ ਕਰਦੇ ਨੇ, ਹੁਣ ਵੀ ਕੋਈ ਮਾੜਾ ਨਹੀਂਗਾ, ਠੀਕ ਆ। ਲੇਕਿਨ ਉਹ ਟੈਕਨੀਕ ਹੁਣ ਸੌਖਾ ਹੋ ਗਿਆ ਕੰਮ, ਉਹਨੇ ਟੈਕਨੀਕ ਨੇ ਸੌਖੀ ਕਰ ਦਿੱਤੀ ਹੈ। ਤੇ ਉਹ ਇੱਦਾਂ ਮੈਂ ਹੁਣ, ਕਿਉਂਕਿ ਇੱਕ ਸੀਰੀਅਲ ਸੀਗਾ ਰਾਜ ਬੱਬਰ ਹੋਣਾ ਦਾ, ਮਹਾਰਾਜਾ ਰਣਜੀਤ ਸਿੰਘ, ਉਹਦੇ 'ਚ ਇੱਕ ਬਾਬਾ ਬਲਾਕਾ ਸਿੰਘ ਦਾ ਕਿਰਦਾਰ ਸੀਗਾ। ਯਾਨੀ ਉਹ ਬਾਬਾ ਬਲਾਕ ਸਿੰਘ ਹੋਏ ਨੇ ਵੀ ਉਹਨਾਂ ਨੇ ਮੱਸਾ ਰੰਗੜ ਨੇ ਜਦੋਂ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕੀਤੀ, ਉੱਥੇ ਕੰਜਰੀਆਂ ਵਗੈਰਾ ਨਚਾਈਆਂ, ਸ਼ਰਾਬ, ਤੇ ਉਹ ਬਾਬਾ ਬਲਾਕਾ ਸਿੰਘ ਉਹ ਇਹ ਜਿਹੜੀ ਬੇਹੁਰਮਤੀ ਹੈ ਨਾ, ਇਹ ਵੇਖ ਨਹੀਂ ਸਕੇ। ਤੇ ਉਹਨਾਂ ਨੇ ਸਲਾਖਾਂ ਲੈ ਕੇ ਤੇ ਆਪਣੀ ਅੱਖਾਂ 'ਚ ਗਰਮ ਕਰਕੇ ਪਾ ਲਿਆ ਤੇ ਅੰਨੇ ਹੋ ਗਏ। ਉਹ ਬਲਾਈਂਡ ਜਿਹੜਾ ਕਿਰਦਾਰ ਸੀ ਉਹ ਮੇਰੇ ਹਿੱਸੇ ਆਇਆ ਤੇ ਮੈਂ ਬੜਾ ਚਿਰਥਾਰਥ ਸੀ। ਤਾਂ ਬਹੁਤ ਧੰਨਵਾਦ ਜਿਹੜੇ ਡਾਇਰੈਕਟਰ ਸਨ ਉਸ ਸੀਰੀਅਲ ਦੇ, ਤੇ ਉਹਨਾਂ ਨੇ ਮੈਨੂੰ ਉਹ ਪਤਾ ਨਹੀਂ ਮੇਰੇ 'ਚ ਕੋਈ ਸਮਰੱਥਾ ਮਾੜੀ ਮੋਟੀ ਵੇਖੀ ਹੋਣੀ, ਤੇ ਉਹ ਕਿਰਦਾਰ ਮੈਥੋਂ ਨਿਭਾਇਆ ਉਸ ਸੀਰੀਅਲ ਦੇ ਵਿੱਚ। ਬੜਾ ਵਧੀਆ ਕਿਰਦਾਰ ਗਿਆ ਉਹ, ਤੇ ਸ਼ਾਬਾਸ਼। ਅੱਛਾ, ਇੱਕ ਤੁਹਾਡਾ ਕੁਝ ਇੱਦਾਂ ਦਾ ਕੈਰੈਕਟਰ ਵੀ ਸੀ, ਕੋਈ ਇੱਕ ਡਿਟੈਕਟਿਵ ਸੀਰੀਜ਼ ਸੀਗੀ ਉਸ ਸਮੇਂ ਦੀ, ਕੋਈ ਮੈਨੂੰ ਨਾਮ ਨਹੀਂ ਯਾਦ ਆ ਰਿਹਾ। ਹਾਂ, ਉਹ ਇੱਕ ਹਾਂ ਕੈਰੈਕਟਰ ਸੀਗਾ, ਨਹੀਂ ਉਹ ਐਕਚੁਅਲੀ ਸੀ ਤਾਂ ਸਿੱਖ ਕਰੈਕਟਰ। ਉਹ ਹਿੰਦੁਸਤਾਨ ਦਾ ਜਿਹੜਾ ਪਹਿਲਾ ਕ੍ਰਾਈਮ ਰਿਪੋਰਟਰ ਜਾਂ ਜਰਨਲਿਸਟ, ਹਾਂ ਉਹ ਹੋਏ ਨੇ, ਉਹ ਜਰਨਲਿਸਟ ਹੋਏ ਨੇ, ਸਰ ਦੀਵਾਨ ਸਿੰਘ ਮਫਤੂ। ਤਾਂ ਉਹਦੀ ਜੀਵਨੀ ਦੇ ਉੱਤੇ ਸੀਗਾ, ਉਹਦੇ ਜ਼ਿੰਦਗੀ ਦੇ ਉੱਤੇ ਸੀਰੀਅਲ ਸੀਗਾ, ਕਹਾਂ ਗਏ ਉਹ ਲੋਕ। ਤੇ ਉਹਦੇ ਵਿੱਚ ਉਹ ਉਰਦੂ 'ਚ ਸੀ ਸਾਰਾ। ਤੇ ਮੈਂ ਕਿਉਂਕਿ ਮੈਨੂੰ ਥੋੜ੍ਹਾ ਜਿਹਾ ਉਰਦੂ ਲਿਖਣਾ ਵੀ ਆਉਂਦਾ ਸੀ, ਪੜ੍ਹਨਾ ਵੀ ਆਉਂਦਾ ਸੀ, ਤੇ ਮੈਂ ਸਰਦਾਰ ਵੀ ਸੀਗਾ ਤੇ ਉਸ ਉਮਰ ਦੇ ਨਾਲ ਵੀ ਮੈਚ ਕਰਦਾ। ਤੇ ਉਹ ਸਾਡੀ ਡਾਇਰੈਕਟਰ ਸੀਗੀ ਸਾਦੀਆ ਰਹਿਮਾਨ, ਤੇ ਉਹਨਾਂ ਨੇ ਲੱਗਿਆ ਵੀ ਚਲੋ ਵੀ ਠੀਕ ਆ, ਤੇ ਉਹਨਾਂ ਨੇ ਮੈਥੋਂ ਕਿਰਦਾਰ ਨਿਭਾਇਆ। ਤੇ ਮੈਨੂੰ ਵੀ ਬੜਾ ਮਜ਼ਾ ਆਇਆ ਕਿ ਉਸ ਬੰਦੇ ਨੇ ਜਿਹੜਾ ਦੀਵਾਨ ਸਿੰਘ ਮਫਤੂ ਸੀਗਾ, ਅੰਗਰੇਜ਼ਾਂ ਦੇ ਵੇਲੇ ਰਾਜਿਆਂ ਮਹਾਰਾਜਿਆਂ ਰਿਆਸਤਦਾਨਾਂ ਦੇ ਜਿਹੜੇ ਕਹਿ ਲਓ ਕਿ ਜਿਹਨੂੰ ਅੱਜ ਕੱਲ੍ਹ ਅਸੀਂ ਸਕੈਮ ਕਹਿੰਦੇ ਹਾਂ, ਘਪਲੇ ਕਹਿੰਦੇ ਹਾਂ, ਜਾਂ ਭ੍ਰਿਸ਼ਟਾਚਾਰੀ ਆ, ਜਾਂ ਕੋਈ ਸੈਕਸ ਦੇ ਜਿਹੜੇ ਸਕੈਂਡਲਸ ਨੇ, ਉਹਨਾਂ ਹਾਈਲਾਈਟ ਕੀਤੇ ਉਹ ਬੰਦੇ ਨੇ ਬੜੀ ਡੇਅਰਿੰਗਲੀ। ਤੇ ਉਹ ਕਿਰਦਾਰ ਸੀਗਾ। ਤੇ ਉੱਦਾਂ ਮੈਂ ਜਿਹੜਾ ਕ੍ਰਾਈਮ ਵਾਲਾ ਜਿਹਾ ਨਾ, ਉਹ ਮੈਂ ਪਿੱਛੇ ਜਿਹਾ ਲੋਕਡਾਊਨ ਤੋਂ ਪਹਿਲਾਂ 2019-20 ਦੇ ਵਿੱਚ ਕੀਤਾ ਸੀਗਾ। ਇਹ ਆਪਰੇਸ਼ਨ ਪਰਿੰਦੇ, ਇਹ OTT ਦਾ Z5 ਵਾਸਤੇ ਕੀਤਾ ਸੀ, ਉੱਥੇ ਪਿਆ ਅੱਜ ਕੱਲ੍ਹ। ਤੇ ਇਹਦੇ ਡਾਇਰੈਕਟਰ ਸੀਗੇ ਸੰਜੇ ਗਾਦਵੀ ਜੀ। ਤਾਂ ਉਹਨਾਂ ਨੇ ਮੈਥੋਂ ਉਹ ਇੱਕ ਨਾਭਾ ਜੇਲ੍ਹ ਦਾ ਜਿਹੜਾ ਬ੍ਰੇਕ ਦਾ ਜਿਹੜਾ ਕਾਂਡ ਸੀਗਾ, ਉਹਦੇ ਉੱਤੇ ਸੀਗਾ ਉਹ ਕ੍ਰਾਈਮ ਸੀਰੀਅਲ ਡਿਟੈਕਟਿਵ। ਤਾਂ ਉਹਦੇ 'ਚ ਮੈਨੂੰ ਅਸਿਸਟੈਂਟ ਜੇਲਰ ਦਾ ਇੱਕ ਕਿਰਦਾਰ ਭੀਮ ਸਿੰਘ ਦਾ ਰੋਲ ਕਰਨ ਦਾ ਇਤਫਾਕ ਹੋਇਆ।
ਤੇ ਐਵੇਂ ਵੱਖਰੇ ਵੱਖਰੇ ਕਿਰਦਾਰ ਜਿਹੜੇ ਨੇ ਮਿਲਦੇ ਗਏ ਤੇ ਚਲੋ। ਅੱਛਾ, ਮੈਂ ਤੁਹਾਡੇ ਤੋਂ ਇੱਕ ਚੀਜ਼ ਪੁੱਛਣਾ ਚਾਹੁੰਦਾ ਸੀ ਸਰ, ਪ੍ਰੀਤੀ ਸਪਰੂ ਮੈਮ ਨਾਲ ਨਹੀਂ ਕੰਮ ਕਰਨ ਦਾ ਮੌਕਾ ਮਿਲਿਆ? ਇਤਫਾਕ ਨਹੀਂ ਹੋਇਆ, ਪਰ ਮੇਰੀ ਇੱਛਾ ਸੀਗੀ ਕਿ ਉਹਨਾਂ ਨਾਲ। ਉਹ ਤੇ ਮੇਰੇ ਖਿਆਲ ਨਾਲ ਉਹਨਾਂ ਦੇ ਦੌਰ ਦੀ ਹਰ ਇੱਕ ਐਕਟਰ ਦੀ ਇੱਛਾ ਹੋਣੀ ਕਿ ਕਦੀ ਇੱਕ ਵਾਰੀ ਪ੍ਰੀਤੀ ਸਪਰੂ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਜੇ। ਕਿਆ ਸਟਾਰਡਮ ਸੀਗਾ ਮੈਮ ਦਾ। ਤੁਹਾਡੀ ਫੇਵਰਟ ਪ੍ਰੀਤੀ ਸਪਰੂ ਰਹੀ ਆ, ਪਰ ਮੈਂ ਇਸ ਠੀਕ ਆ, ਪਰ ਮੈਂ ਇਹ ਸਮਝਦਾ ਕਿ ਪਰਮਾਤਮਾ ਨੇ ਜਿਹੜਾ ਟੈਲੈਂਟ ਹੈ ਨਾ ਸਾਰਾ 'ਚ ਇੱਕੋ ਜਿਹਾ ਬਖਸ਼ਿਆ, ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ। ਗੱਲ ਕਰ ਰਿਹਾ ਕਿ ਉਹਨਾਂ ਨੇ ਰਿਕਾਰਡ ਹੀ ਬ੍ਰੇਕ ਕਰਤੇ ਸੀਗੇ, ਮਤਲਬ ਇੱਕ ਪੰਜਾਬੀ ਐਕਟਰਸ ਇਦਾਂ ਦੀ ਜਿਨ੍ਹਾਂ ਦਾ ਕਿ ਇੰਟਰਨੈਸ਼ਨਲ ਫੇਸ ਸੀਗਾ। ਉਹਦਾ ਤਾਂ ਕੀ ਆ ਕਿ ਉਹ ਕਸ਼ਮੀਰ ਦੇ ਸੀਗੇ, ਸਪਰੂ ਉਹਦੇ ਫਾਦਰ, ਤੇ ਉਹ ਸਪਰੂ ਪਰਿਵਾਰ ਤੋਂ ਸੀਗੀ। ਤੇ ਕਸ਼ਮੀਰ ਨਾਲ ਉੱਦਾਂ ਵੀ ਸੁਨੱਖੀਆਂ ਹੁੰਦੀਆਂ, ਬੰਦੇ ਵੀ ਸੁਨੱਖੇ ਹੁੰਦੇ ਆ। ਜੀਵਨ ਹੁਣੀ ਉੱਥੋਂ ਦੇ ਸੀਗੇ ਤੇ KL ਸਹਿਗਲ ਦਾ ਜਨਮ ਜੰਮੂ 'ਚ ਹੋਇਆ, ਤੇ ਇਸ ਕਰਕੇ ਕਸ਼ਮੀਰ ਨੇ ਸਾਨੂੰ ਬੜੇ ਅੱਛੇ ਆਰਟਿਸਟ ਦਿੱਤੇ ਆ। ਤੇ ਉਹਨਾਂ 'ਚ ਇਹ ਤੇਜ ਸਪਰੂ ਇਹਦਾ ਪ੍ਰੀਤੀ ਦਾ ਭਰਾ ਵਿਲਨ, ਤੇ ਉਹ ਨੀਲੀਆਂ ਬਿੱਲੀਆਂ ਅੱਖਾਂ ਤੇ ਗੋਲ ਚਿਹਰਾ। ਤੇ ਸਾਡੇ ਤਾਂ ਪਤਾ ਨਹੀਂ ਪੰਜਾਬੀਆਂ ਨੂੰ, ਈਵਨ ਸਾਡੇ ਜਿਹੜੇ ਚਿੱਤਰਕਾਰ ਨੇ ਉਹਨਾਂ ਜਦੋਂ ਕਹਿੰਦੇ ਭਾਈ ਤੇਰੀ ਪੇਂਟਿੰਗ ਸੋਹਣੀ ਅਸੀਂ ਤਾਂ ਲਵਾਂਗੇ ਇਹਦਾ ਨੱਕ ਤਿੱਖਾ ਹੋਵੇ, ਰੰਗ ਗੋਰਾ ਹੋਵੇ, ਅੱਖਾਂ ਇਹੋ ਜਿਹੀਆਂ ਹੋਣ। ਤੇ ਹੁਣ ਪਰਮਾਤਮਾ ਨੇ ਜਿੰਨੇ ਰੰਗ ਬਖਸ਼ੇ ਕਿਸੇ ਨੂੰ ਜਾਂ ਦੂਜੇ ਵੀ ਰੂਪ ਦਿੱਤੇ ਆ, ਉਹ ਵੀ ਆਪਣੀ ਥਾਂ ਆ। ਤੇ ਮੈਨੂੰ ਤਾਂ ਤੁਸੀਂ ਬੜੇ ਸੋਹਣੇ ਲੱਗਦੇ ਹੋ। ਤੇ ਚਲੋ ਪ੍ਰੀਤੀ ਸਪਰੂ ਨੇ ਨੋ ਡਾਊਟ ਕਸ਼ਮੀਰੀ ਹੁੰਦਿਆਂ ਹੋਇਆਂ ਵੀ, ਈਵਨ ਜਿਹੜਾ ਸਤੀਸ਼ ਕੌਲ ਸੀ ਉਹ ਵੀ ਕਸ਼ਮੀਰ ਦਾ ਸੀਗਾ, ਤੇ ਉਹਨੇ ਵੀ ਪੰਜਾਬੀ ਫਿਲਮਾਂ 'ਚ ਬਹੁਤ ਕੰਟਰੀਬਿਊਟ ਕੀਤਾ। ਲੇਕਿਨ ਪ੍ਰੀਤੀ ਸਪਰੂ ਨੇ ਬਹੁਤ ਕੀਤਾ, ਉਹਨੇ ਆਪ ਵੀ ਕੁਝ ਫਿਲਮਾਂ ਬਣਾਈਆਂ। ਪ੍ਰਤਿਗਿਆ ਫਿਲਮ ਉਹਨੇ ਆਪ ਬਣਾਈ ਆਪਣੇ ਬੈਨਰ 'ਤੇ, ਹੁਣ ਵੀ ਇੱਕ ਫਿਲਮ ਲੈ ਕੇ ਆ ਰਹੇ ਆ, ਬਣਾ ਰਹੇ ਆ। ਤੇ ਉਹਨਾਂ ਦਾ ਪੰਜਾਬੀ ਪ੍ਰਤੀ ਬੜਾ ਪਿਆਰ ਹੈ, ਨੋ ਡਾਊਟ, ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ। ਤੇ ਲੇਕਿਨ ਹੋਰ ਵੀ ਬੜੇ ਨਿਸ਼ੀ ਜ਼ਿੰਦਗੀ ਲਾਤੀ ਉਹਨਾਂ ਨੇ, ਇੰਦਰਾ ਬਿੱਲੀ, ਦਲਜੀਤ ਕੌਰ, ਤੇ ਮੈਂ ਕਿਹਦਾ ਨਾਂ ਲਵਾਂ। ਤੇ ਅੱਜ ਕੱਲ੍ਹ ਦੇ ਸਾਡੇ ਦੌਰ 'ਚ ਸੁਨੀਤਾ ਧੀਰ ਹੋਣੀ ਨੇ, ਜਾਂ ਰੁਪਿੰਦਰ ਰੂਪੀ ਸਾਡੀ ਭੈਣ ਹੀ ਆ, ਤੇ ਗੁਰਪ੍ਰੀਤ ਪੰਗੂ ਨੇ, ਜਾਂ ਨਿਰਮਲ ਰਿਸ਼ੀ ਨੇ, ਜਿਹੜੇ ਅੱਜ ਕੱਲ੍ਹ ਵੀ ਕਰਦੇ, ਪੂਰੀ ਆਪਣੀ ਜਾਨ ਲਾਉਂਦੇ ਨੇ। ਅਨੀਤਾ ਭਾਵੇਂ ਦੇਵਗਨ ਆ ਤੇ ਭਾਵੇਂ ਅਨੀਤਾ ਸ਼ਬਦੀਸ਼ ਹੈ, ਤੇ ਸਾਰੇ ਈਵਨ ਅਨੀਤਾ ਮੀਤ ਹੈ, ਕਿੰਨੇ ਕਲਾਕਾਰ ਨੇ ਉਹ ਆਪਣੇ ਵੱਲੋਂ ਪੂਰੀ 100% ਦਿੰਦੇ ਆ ਤੇ ਸੋਹਣਾ ਕੰਮ ਕਰਦੇ ਆ ਔਰ ਵਧੀਆ ਦਿਖਾਉਂਦੇ। ਇੱਦਾਂ ਹੀ ਆਪਣੇ ਉਸ ਦੌਰ 'ਚ ਵੀ ਰਹੇ। ਸਰ, ਜਿਸ ਟਾਈਮ ਤੁਹਾਡਾ ਉਹ ਦੌਰ ਸੀਗਾ ਜਦੋਂ ਥੀਏਟਰ ਨਾਲ ਜੁੜੇ ਸੀ ਸਭ ਕੁਝ ਸੀ, ਇਹ ਮੇਰਾ ਆਖਰੀ ਸਵਾਲ ਹੈ ਤੁਹਾਡੇ ਤੋਂ। ਔਰ ਉਸ ਸਮੇਂ ਦੇ ਵਿੱਚ ਫਿਲਮਾਂ ਦੇਖਣ ਖੁਦ ਵੀ ਜਾਂਦੇ ਹੋਵੋਗੇ, ਸੋ ਕਿਹੜਾ ਐਸਾ ਐਕਟਰ ਸੀ ਜਿਹੜਾ ਤੁਹਾਡਾ ਫੇਵਰੇਟ ਸੀਗਾ, ਔਰ ਕਿਹੜੀ ਐਸੀ ਐਕਟਰਸ ਸੀ ਜਿਹੜੀ ਤੁਹਾਡੇ ਫੇਵਰੇਟ ਸੀ ਵੀ ਜਿਹਦੇ ਲਈ ਤੁਸੀਂ ਫਿਲਮ ਦੇਖਣ ਦੇ ਰਿਕਾਰਡ ਤੋੜੇ ਹੋਣ? ਵਾਹਿਗੁਰੂ ਦੇਖੋ, ਜੇ ਤਾਂ ਪੰਜਾਬੀ ਫਿਲਮਾਂ ਦਾ ਸੰਬੰਧ ਆ, ਮੇਰੇ ਜਿਹੜੇ ਜਿੱਦਾਂ ਤੁਸੀਂ ਪ੍ਰੀਤੀ ਸਪਰੂ ਦੇ ਬਹੁਤ ਉਪਾਸ਼ਕ ਹੋ, ਤੇ ਮੈਂ ਰਿਹਾ ਵਾਂ ਨਿਸ਼ੀ ਪੰਜਾਬੀ ਫਿਲਮਾਂ ਦੀ, ਨਿਸ਼ੀ ਤੇ ਰਵਿੰਦਰ ਕਪੂਰ ਹੀਰੋ। ਆ ਮੇਰੀ ਜਿਹੜੀ ਆਈਡਲਿਸਟਿਕ ਜੋੜੀ ਪੰਜਾਬੀ ਫਿਲਮਾਂ 'ਚ, ਮੇਰੀ ਉਸ ਦੌਰ ਦੀ ਜਿਸ ਦੌਰ ਤੁਸੀਂ ਗੱਲ ਕਰਦੇ ਹੋ। ਤੇ ਜਿਹੜੇ ਹਿੰਦੀ ਫਿਲਮਾਂ 'ਚੋਂ ਜੇ ਮੈਨੂੰ ਵੇਖਣਾ ਪਵੇ ਉਦੋਂ, ਤਾਂ ਮੇਰਾ ਫੇਵਰਟ ਰਾਜ ਕਪੂਰ ਰਹੇ। ਨੋ ਡਾਊਟ ਉਹ ਡਾਇਰੈਕਟਰ ਵੀ ਬੜੇ ਕਮਾਲ ਦੇ, ਲੇਕਿਨ ਉਹ ਲੋਕਾਂ ਨੂੰ ਹਸਾ ਕੇ ਉਹਨਾਂ ਦੇ ਅੰਦਰ ਦੇ ਗਮਾਂ ਦੀ ਦੁਨੀਆ ਦੀ ਗੱਲ ਕਰਨੀ। ਅਸੀਂ ਉਹ ਇੱਕ ਕੰਬੀਨੇਸ਼ਨ ਕਹਿੰਦੇ ਨਾ ਸਰ, ਕਿ ਚਿਹਰੇ ਦੇ ਉੱਤੇ ਸਮਾਈਲ ਤੇ ਅੱਖਾਂ ਦੇ ਵਿੱਚ ਹੰਝੂ, ਉਹ ਜਿਹੜਾ ਕੰਬੀਨੇਸ਼ਨ ਸੀ ਉਹ ਰਾਜ ਕਪੂਰ ਸਾਹਿਬ ਬਾ ਕਮਾਲ। ਬਾਕੀ ਬਤੌਰ ਐਕਟਰ ਦਿਲੀਪ ਕੁਮਾਰ ਜੀ ਦਾ ਕੋਈ ਜਵਾਬ ਨਹੀਂ ਜੀ। ਤੇ ਉੱਥੇ ਦੇ ਉਸ ਵੇਲੇ ਦੇ ਸਾਰੇ ਐਕਟਰ ਕਮਾਲ ਦੇ। ਦੇਖੋ ਪ੍ਰਾਣ ਜੀ ਦਾ ਜਿਹੜਾ ਵਿਲਨਿਸ਼ ਤੇ ਨਾਲ ਹੀ ਕਰੈਕਟਰ ਐਕਟਰ ਦੇ ਤੌਰ ਦੇ ਉੱਤੇ ਲਾਜਵਾਬ। ਤੇ ਇਹ ਹੋਰ ਉਸ ਦੌਰ ਦਾ ਮੈਂ ਕਿਤੇ ਨਾਂ ਲਵਾਂ, ਰਾਜ ਕੁਮਾਰ ਜੀ ਦਾ ਆਪਣਾ ਸਟਾਈਲ ਸੀਗਾ ਜੀ, ਹੈ ਨਾ। ਤੇ ਐਕਟਰਸਾਂ ਦੇ ਵਿੱਚੋਂ ਮੀਨਾ ਕੁਮਾਰੀ ਵੇਖੋ, ਤੇ ਨਰਗਿਸ ਜੀ, ਨੂਤਨ ਜੀ, ਤੇ ਇਹ ਉਸ ਦੌਰ ਦੇ ਈਵਨ ਮਾੜਾ ਸਿਨਹਾ ਜੀ, ਤੇ ਕਿਸੇ ਨੇ ਕੋਈ ਕਮੀ ਰਹਿਣ ਹੀ ਨਹੀਂ ਦਿੱਤੀ। ਸਾਰਿਆਂ ਨੇ ਆਪਣੇ ਵੱਲੋਂ ਬਹੁਤ ਵਧੀਆ ਯੋਗਦਾਨ ਪਾਇਆ। ਤੁਹਾਡੇ ਦਿਲ ਦਾ ਡਿਜ਼ਾਇਰੇਬਲ ਕੋਈ ਇੱਦਾਂ ਦਾ ਕੈਰੈਕਟਰ ਜਿਹੜਾ ਅੱਜ ਵੀ ਤੁਹਾਨੂੰ ਲੱਗਦਾ ਹੋਵੇ ਕਿ ਤੁਸੀਂ ਚਾਹੇ ਉਹ ਰੰਗਮੰਚ ਦੇ ਉੱਤੇ ਤੇ ਭਾਵੇਂ ਉਹ ਕਿਸੇ ਫਿਲਮ ਦੇ ਵਿੱਚ ਤੁਹਾਨੂੰ ਪਲੇ ਕਰਨ ਨੂੰ ਮਿਲੇ, ਤਾਂ ਕਿੱਦਾਂ ਦਾ ਕਿਰਦਾਰ ਹੋਏਗਾ? ਮੈਂ ਇਹ ਚਾਹੁੰਦਾ ਕਿ ਮੈਂ ਮਰਨ ਤੋਂ ਪਹਿਲਾਂ ਨਾ, ਭਾਵੇਂ ਮੈਂ ਆਪ ਲਿਖਾਂ, ਭਾਵੇਂ ਮੈਨੂੰ ਕੋਈ ਸਕ੍ਰਿਪਟ ਅੱਛੀ ਮਿਲ ਜਾਵੇ, ਭਾਵੇਂ ਮੈਂ ਸਟੇਜ 'ਤੇ ਖੜਾਵਾਂ ਤੇ ਜਾਂ ਫਿਲਮ ਉਹਦੇ, ਮੈਂ ਚਾਹੁੰਦਾ ਕਿ ਇੱਕ ਬਾਬੇ ਫਰੀਦ ਦਾ ਕਿਰਦਾਰ ਨਿਭਾਵਾਂ, ਕਿਉਂਕਿ ਉਹ ਇਹੋ ਜਿਹਾ ਸਾਡਾ ਪਹਿਲਾ ਪੰਜਾਬੀ ਸ਼ਾਇਰ ਆ ਜਿਹਨੇ ਪੰਜਾਬੀ ਬੋਲੀ ਨੂੰ ਇੱਕ ਤਾਂ ਲਿਖਤੀ ਰੂਪ ਦਿੱਤਾ। ਦੂਜੀ ਗੱਲ ਕਿ ਉਹ ਸਾਡੇ ਪੰਜਾਬੀਆਂ ਦਾ ਹਰਮਨ ਪਿਆਰਾ ਸ਼ਾਇਰ ਹੀ ਨਹੀਂ,
ਇੱਕ ਅਧਿਆਤਮਿਕ ਜਿਹੜੇ ਸ਼ਖਸੀਅਤ ਆ, ਸਿਰਫ ਇੰਨਾ ਹੀ ਨਹੀਂ, ਉਹਨਾਂ ਨੇ ਸਮੁੱਚੀ ਮਨੁੱਖਤਾ ਨੂੰ ਪਿਆਰ ਵੰਡਿਆ। ਉਹਨਾਂ ਨੂੰ ਬਿਰਹਾ ਦਾ ਕਵੀ ਵੀ ਕਹਿੰਦੇ ਰਹੇ ਆ, ਲੇਕਿਨ ਉਹਨਾਂ ਨੇ ਸਮਾਜ ਦਾ ਚਿੱਤਰਨ ਬੜਾ ਵਧੀਆ ਕਰਿਆ ਔਰ ਉਹਨਾਂ ਨੇ ਹਕੀਕਤ ਦੱਸੀ ਕਿ ਹਕੀਕਤ ਇਹੋ ਹੀ ਆ ਵੀ ਜੀਣਾ ਝੂਠ ਹੈ ਤੇ ਮਰਨਾ ਸੱਚ ਹੈ, ਲੇਕਿਨ ਜਿੰਨਾ ਚਿਰ ਜਿਉਣਾ ਕਿਵੇਂ ਜੀਣਾ, ਕਿਤੇ ਹਉਮੈ ਨੂੰ ਨੇੜੇ ਨਹੀਂ ਆਉਣ ਦੇਣਾ। ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਲਾਦ, ਹਿੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਤੇ ਮਾਨਕ ਸਭ ਅਮੋਲ ਵੇ। ਉਹ ਮਤਲਬ ਉਹਨਾਂ ਦੀ ਜਿਹੜੀ ਬਾਣੀ ਹੈ ਨਾ, ਉਹ ਇੱਦਾਂ ਠੰਡ ਪਾਉਂਦੀ ਆ ਸਮੁੱਚੀ ਮਨੁੱਖਤਾ ਨੂੰ, ਸਾਰੀ ਮਾਨਵਤਾ ਨੂੰ। ਉਹ ਧਰਮਾਂ ਤੋਂ, ਜ਼ਾਤਾਂ ਤੋਂ, ਹੱਦਾਂ ਸਰਹੱਦਾਂ ਤੋਂ ਪਾਰ, ਅਤੇ ਉਹੋ ਜਿਹਾ ਕਿਤੇ ਕਿਰਦਾਰ ਨਿਭਾਉਣ ਨੂੰ ਮਿਲ ਜਾਵੇ ਤਾਂ ਅਸੀਂ ਇਹੀ ਅਰਦਾਸ ਕਰਾਂਗੇ ਕਿ ਬਲਕਾਰ ਸਰ ਦੀ ਜਿਹੜੀ ਇਹ ਦਿਲੀ ਖਵਾਹਿਸ਼ ਹੈ, ਇਹ ਦੁਆ ਹੈ, ਉਹਨਾਂ ਦੀ ਪੂਰੀ ਹੋਵੇ। ਸੋ ਕੋਈ ਨਾ ਕੋਈ ਇੱਦਾਂ ਦਾ ਕਿਰਦਾਰ, ਔਰ ਮੈਨੂੰ ਪੂਰਾ ਯਕੀਨ ਹੈ ਸਰ, ਜਿੱਦਣ ਤੁਹਾਡੀ ਝੋਲੀ ਇਹ ਕਿਰਦਾਰ ਆ ਗਿਆ ਨਾ, ਤੇ ਤੁਸੀਂ ਇਸ ਦੇ ਲਈ ਆਪਣੀ ਜਿੰਦ ਜਾਨ ਲਾ ਕੇ ਇਸ ਨੂੰ ਨਿਭਾਓਗੇ, ਜਿਵੇਂ ਤੁਸੀਂ ਹੁਣ ਤੱਕ ਮੰਚ ਦੇ ਉੱਤੇ ਮੈਂ ਨਾ ਤੁਹਾਡੀਆਂ ਸ਼ੁਭ ਇਛਾਵਾਂ ਰਹਿਣ ਤੇ ਦਰਸ਼ਕਾਂ ਦਾ ਪਿਆਰ ਰਵੇ ਤੇ ਪ੍ਰਮਾਤਮਾ ਦੀ ਮਿਹਰ ਰਵੇ। ਜੇ ਸਾਨੂੰ ਹੋਰ ਨਾ ਮਿਲਿਆ ਤਾਂ ਅਸੀਂ ਆਪ ਹੀ ਲਿਖ ਲੈਣਾ ਵਾ। ਕਈ ਕਿਤਾਬਾਂ ਮੈਂ ਇਕੱਠੀਆਂ ਕੀਤੀਆਂ, ਉਹਨਾਂ 'ਚੋਂ ਲਿਖ ਲਾ ਕੇ ਤੇ ਆਪਾਂ ਕਰਕੇ ਖੇਡ ਲਾਂਗੇ। ਬਿਲਕੁਲ ਕੋਈ ਕਮੀ ਤਾਂ ਰਹੀ ਨਹੀਂ ਹੈਗੀ। ਅੱਛਾ, ਇੱਕ ਲਾਸਟ ਮੈਂ ਤੁਹਾਡੇ ਤੋਂ ਟਿਪ ਲੈਣਾ ਸੀਗਾ, ਜਿਹੜਾ ਕਿ ਸਾਡੇ ਲਈ ਹੋ ਸਕਦਾ ਹੈ ਜਾਂ ਫਿਰ ਜਿਹੜੇ ਵੀ ਕੁਛ ਮੇਰੇ ਯਾਰ ਮਿੱਤਰ ਦੋਸਤ, ਮੇਰੇ ਦਰਸ਼ਕ ਜਿਹੜੇ ਇਸ ਫੀਲਡ ਦੇ ਨਾਲ ਜੁੜੇ ਨੇ, ਉਹਨਾਂ ਦੇ ਵੀ ਕੰਮ ਆ ਸਕਦਾ ਹੈ। ਇੱਕ ਇਨਸਾਨ ਦੇ ਅੰਦਰ ਇੰਨੀਆਂ ਖੂਬੀਆਂ, ਜ਼ਿੰਦਗੀ ਉਹੀ ਹੈ, ਸਮਾਂ ਉਹੀ ਹੈ ਨਾ, ਤਾਂ ਇੱਕੋ ਹੀ ਸਮੇਂ ਦੇ ਵਿੱਚ ਤੁਸੀਂ ਕਈ ਚੀਜ਼ਾਂ, ਯਾਨੀ ਕਿ ਮਲਟੀ ਟੈਲੈਂਟਡ ਮੈਂ ਕਹਾਂਗਾ ਕਿ ਭੰਗੜਾ ਆਰਟਿਸਟ ਰਹੇ, ਐਕਟਿੰਗ ਕੀਤੀ, ਥੀਏਟਰ ਕੀਤਾ, ਅਤੇ ਉਸ ਤੋਂ ਬਾਅਦ ਤੁਸੀਂ ਭਾਸ਼ਾਵਾਂ ਦੀ ਵੀ ਡੈਪਥ ਤੱਕ ਜਾ ਕੇ ਉਹਨਾਂ ਦੀ ਜਿਹੜੀ ਇਹ ਜਾਣਕਾਰੀ ਹਾਸਲ ਕੀਤੀ, ਉਹਨਾਂ ਨੂੰ ਸਿੱਖਿਆ, ਅਤੇ ਉਸ ਦੇ ਨਾਲ ਹੀ ਨਾਲ ਫਿਰ ਉਸ ਤੋਂ ਬਾਅਦ ਕਿਤਾਬਾਂ ਵੀ ਲਿਖੀਆਂ, ਫਿਲਮਾਂ ਦੇ ਵਿੱਚ ਵੀ ਕੰਮ ਕੀਤਾ, ਸੀਰੀਅਲਸ ਦੇ ਵਿੱਚ ਵੀ ਕੰਮ ਕੀਤਾ। ਸਰ ਕਿੱਦਾਂ ਮਤਲਬ ਇਹ ਚੀਜ਼ ਮੈਨੇਜ ਕੀਤੀ ਹੈ? ਸਾਨੂੰ ਵੀ ਉਹ ਟਿਪ ਦੇ ਕੇ ਜਾਇਓ ਜ਼ਰੂਰ। ਦੇਖੋ, ਮੈਂ ਤੁਹਾਨੂੰ ਕਿ ਹਰ ਇੱਕ ਜਿਹੜਾ ਵੀ ਕਿਸੇ ਵੀ ਫੀਲਡ ਦੇ ਵਿੱਚ, ਸਿਰਫ ਇਹੀ ਫੀਲਡ ਨਹੀਂ, ਉਹਦੇ ਲਈ ਇੱਕੋ ਹੀ ਟਿਪ ਆ ਕਿ ਦੇਰ ਇਜ਼ ਨੋ ਸ਼ਾਰਟਕਟ ਇਨ ਲਾਈਫ। ਨਿੱਕਾ ਰਾਹ ਨਹੀਂ, ਮਿਹਨਤ ਕਰੋ, ਇੱਕ ਇੱਕ ਪੈਰ ਤੁਰਦੇ ਰਹੋ, ਲਗਨ, ਡੈਡੀਕੇਸ਼ਨ, ਕੰਸਿਸਟੈਂਸੀ, ਲਗਾਤਾਰਤਾ, ਨਿਰੰਤਰਤਾ, ਅਤੇ ਆਪੇ ਤੁਹਾਡੀ ਮੰਜ਼ਿਲ ਤੁਹਾਨੂੰ ਮਿਲੇਗੀ। ਤੁਹਾਨੂੰ ਜਿਹੜੀ ਤੁਹਾਡੀ ਸਫਲਤਾ ਵਾ, ਕਾਮਯਾਬੀ ਆ, ਤੁਹਾਡੇ ਕਦਮ ਚੁੰਮੂਗੀ। ਪਰ ਤੁਸੀਂ ਆਪਣਾ ਜਿਹੜਾ ਹੱਠ ਆ ਸਿੱਖਣ ਦਾ, ਉਹ ਨਹੀਂ ਛੱਡਣਾ, ਅਤੇ ਇੱਕ ਪਗਡੰਡੀ ਨਹੀਂ ਅਪਣਾਉਣੀ। ਲਾਹ ਲੰਮਾ ਸਹੀ, ਮਿਹਨਤ ਵਾਲਾ, ਮਿਹਨਤ ਕਰਦੇ ਰਹੋ, ਆਪੇ ਫਲ ਪਰਮਾਤਮਾ ਦੇਊਗਾ ਅਤੇ ਤੁਸੀਂ ਕਾਮਯਾਬ ਹੋਵੋਗੇ। ਸੋ ਇਹਨਾਂ ਸ਼ਬਦਾਂ ਨਾਲ ਮੈਂ ਸ਼ੇਖਰ ਜੀ ਦਾ ਅਤੇ ਸਾਡੇ ਵੀਰ ਜਿਹੜੇ ਕੈਮਰਾ 'ਤੇ ਨੇ, ਅਤੇ ਨਾਲ ਹੀ ਹਮਦਰਦ TV ਵਾਲਿਆਂ ਦਾ, ਅਤੇ ਇਹ ਪ੍ਰੋਗਰਾਮ ਐਬਸੋਲੂਟ ਦੇਸੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਧੰਨਵਾਦ ਕਰਦਾ ਕਿ ਇੰਨੀ ਦੇਰ ਤੁਸੀਂ ਮੈਨੂੰ ਬਰਦਾਸ਼ਤ ਕੀਤਾ। ਬਹੁਤ ਬਹੁਤ ਮਿਹਰਬਾਨੀ। ਜਾਂਦੇ ਹੋਏ ਸਰ ਇੱਕ ਜੋਕ ਮਾਰ ਗਏ ਨੇ। ਬਹੁਤ ਬਹੁਤ ਧੰਨਵਾਦ ਸਰ। ਸਾਡੇ ਲਈ ਓਨਰ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਹੈ ਔਰ ਸਾਡੇ ਦਰਸ਼ਕਾਂ ਨੇ ਤੁਹਾਡੀ ਸੁਣੀ ਹੈ। ਸੋ ਇਹ ਬਹੁਤ ਘੱਟ ਮੌਕੇ ਮਿਲਦੇ ਨੇ ਜਦੋਂ ਵੱਡਿਆਂ ਤੋਂ ਸਿੱਖਣ ਨੂੰ ਮਿਲਦਾ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਬਹੁਤ ਬਹੁਤ ਧੰਨਵਾਦ ਜੀ, ਮਮਨੂਨ ਜੀ। ਸੋ ਦਰਸ਼ਕਾਂ ਨੂੰ ਹੁਣ ਪ੍ਰੋਮਿਸ ਹੈ ਕਿ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਮਿਲਾਂਗੇ। ਇਸ ਐਪੀਸੋਡ ਤੋਂ ਜ਼ਰੂਰ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਇਨਸਪੀਰੇਸ਼ਨ ਮਿਲੀ ਹੋਏਗੀ, ਔਰ ਉਸ ਦੇ ਨਾਲ ਹੀ ਨਾਲ ਜਿਹੜੇ ਸ਼ਬਦ ਸੁਣਨ ਨੂੰ ਮਿਲੇ ਨੇ ਉਹਨਾਂ ਦੇ ਨਾਲ ਦਿਲ ਨੂੰ ਥੋੜੀ ਠੰਡਕ ਵੀ ਮਿਲੀ ਹੋਏਗੀ। ਸੋ ਇਸੇ ਦੇ ਨਾਲ ਤੁਹਾਨੂੰ ਪ੍ਰੋਮਿਸ ਹੈ ਕਿ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ, ਕਿਸੇ ਹੋਰ ਆਰਟਿਸਟ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਦੇਖਦੇ ਰਹੋ ਹਮਦਰਦ TV, ਕਿਉਂਕਿ ਹੋਰ ਬਹੁਤ ਸਾਰੇ ਪ੍ਰੋਗਰਾਮ ਆਣੇ ਨੇ। ਸਤਿ ਸ਼੍ਰੀ ਅਕਾਲ। ਐਬਸੋਲੂਟ ਦੇਸੀ ਮੁੰਡਾ, ਪਿੱਛੇ ਨਹੀਂ ਉਹ ਹਟਦਾ, ਇੰਚ ਸਾਡਾ ਏ ਉੱਚਾ ਬੱਲੀਏ, ਛੇਤੀ ਦਿਲ ਨਹੀਂ ਹਰਦਾ। ਉਹ ਮੈਂ ਕਿਹਾ ਮੈਂ ਐਬਸੋਲੂਟ ਦੇਸੀ, ਮੈਂ ਕਿਹਾ ਮੈਂ ਲੋਈ ਅਖਤਰ ਸ਼ੇਖਰ ਰਾਏ।